ਅੱਜ ਅਸੀਂ ਸਟੱਡੀ ਕਰਾਂਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੋ 6th ਕਲਾਸ ਦੀ ਜੋ ਨਿਊ ਬੁੱਕ ਹੈ ਮੈਥਸ ਦੀ ਉਸ ਦਾ ਫਰਸਟ ਚੈਪਟਰ ਹੈ ਨੋਇੰਗ ਆਵਰ ਨੰਬਰਸ। ਬੱਚਿਓ ਇਹ ਮੈਂ 6th ਜੋ PSEB ਜੋ ਬੋਰਡ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਸ ਦਾ ਮੈਥਸ ਅੱਜ ਤੋਂ ਸਟਾਰਟ ਕਰਨ ਜਾ ਰਿਹਾ ਹਾਂ ਤੇ ਜਲਦ ਹੀ ਜੋ ਹੋਰ ਐਕਸਰਸਾਈਜ਼ਸ ਨੇ ਉਹਨਾਂ ਦੀ ਵੀਡੀਓਜ਼ ਅਪਲੋਡ ਹੋ ਜਾਣਗੀਆਂ ਚੈਨਲ ਤੇ ਅੱਜ ਅਸੀਂ ਜਸਟ ਐਗਜ਼ਾਮਪਲਸ ਜੋ ਹੈਗੇ ਨੇ ਐਕਸਰਸਾਈਜ਼ 1.1 ਦੇ ਜੋ ਐਗਜ਼ਾਮਪਲਸ ਨੇ ਅੱਜ ਅਸੀਂ ਉਹਨਾਂ ਐਗਜ਼ਾਮਪਲਸ ਨੂੰ ਸਮਝਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਕਸਰਸਾਈਜ਼ 1.1 ਸਮਝਾਵਾਂਗਾ। ਠੀਕ ਹੈ ਜੀ। ਅੱਜ ਅਸੀਂ ਬੇਸਿਕ ਆਈਡੀਆ ਸਮਝਣਾ ਹੈ ਐਗਜ਼ਾਮਪਲਸ ਦੇ ਨਾਲ ਵੀ ਐਕਸਰਸਾਈਜ਼ 1.1 ਦੇ ਵਿੱਚ ਅਸੀਂ ਕਰਨਾ ਕੀ ਹੈ। ਇੱਦਾਂ ਹੀ ਬਾਕੀ ਦੀ ਜੋ ਐਕਸਰਸਾਈਜ਼ਸ ਨੇ ਉਹਨਾਂ ਨੂੰ ਵੀ ਕਰਨ ਦਾ ਪੈਟਰਨ ਜੋ ਹੈ ਇਹੀ ਰਹੇਗਾ ਵੀ ਪਹਿਲਾਂ ਅਸੀਂ ਐਗਜ਼ਾਮਪਲਸ ਕਰਿਆ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਐਕਸਰਸਾਈਜ਼ ਨੂੰ ਕਰਾਂਗੇ। ਹਾਂਜੀ, ਫਰਸਟ ਜੋ ਐਗਜ਼ਾਮਪਲ ਹੈ ਉਹ ਹੈ ਕੰਪੇਅਰ ਦਾ ਫੋਲੋਇੰਗ। ਇਹਦੇ ਵਿੱਚ A ਪਾਰਟ ਹੈ ਸਾਡੇ ਕੋਲ 235 ਐਂਡ 1023। ਸਾਨੂੰ ਜੋ ਹੈ ਇਹਨਾਂ ਨੂੰ ਜੋ ਹੈ ਦੋਵਾਂ ਨੂੰ ਕੰਪੇਅਰ ਕਰਨਾ ਹੈ। ਦੇਖੋ ਨੀਚੇ ਆਂਸਰ ਕੀ ਦਿੱਤਾ ਗਿਆ ਹੈ 235 ਇਜ਼ ਦਾ 3 ਡਿਜਿਟ ਨੰਬਰ ਐਂਡ 1023 ਯਾਨੀ ਕਿ 1023 ਇਜ਼ ਦਾ 4 ਡਿਜਿਟ ਨੰਬਰ। ਸੋ ਨੰਬਰ ਵਿਦ ਮੋਰ ਡਿਜਿਟਸ ਇਜ਼ ਗ੍ਰੇਟਰ, therefore 1023 is greater than 235। ਤਾਂ ਇਹ ਤਾਂ ਸਿੰਪਲ ਜਿਹਾ ਸੀ ਵੀ ਦੇਖੋ ਇਸ 'ਚ ਕੀ ਹੈ ਵੀ ਜੋ 235 ਹੈ ਉਸ ਦੇ ਵਿੱਚ ਮੈਂ ਇੱਕ ਵਾਰੀ ਜ਼ਰਾ ਬਰਸ਼ ਓਪਨ ਕਰ ਲਾਂ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ 235 ਦੇ ਵਿੱਚ ਜੋ ਹੈ 235 ਇਹ ਜੋ ਹੈ 3 ਡਿਜਿਟਸ ਨੇ ਤੇ ਜਿਹੜਾ 1023 ਹੈ ਇਸ ਦੇ ਵਿੱਚ ਬੱਚਿਓ 4 ਡਿਜਿਟਸ ਨੇ ਤੇ ਜਿਸ ਨੰਬਰ ਦੇ ਵਿੱਚ ਡਿਜਿਟਸ ਜ਼ਿਆਦਾ ਹੁੰਦੇ ਨੇ ਉਹ ਨੰਬਰ ਜੋ ਹੈ ਗ੍ਰੇਟਰ ਹੁੰਦਾ ਹੈ ਜਾਂ ਫਿਰ ਵੱਡਾ ਹੁੰਦਾ ਹੈ। ਤਾਂ ਇੱਥੇ ਅਸੀਂ ਜੋ ਹੈ ਆਨਸਰ ਦੇ ਵਿੱਚ ਬਸ ਇਹੀ ਲਿਖਣਾ ਹੈ, ਨੀਚੇ ਜਿਵੇਂ ਲਿਖ ਕੇ ਦਿਖਾਇਆ ਹੈ ਉਹਨਾਂ ਨੇ ਇਹ ਚੀਜ਼। Therefore 1023 is greater than 235। ਜਿਸ ਨੰਬਰ ਦੇ ਵਿੱਚ ਡਿਜਿਟਸ ਜ਼ਿਆਦਾ ਨੇ ਜਿਵੇਂ 1023 ਦੇ ਵਿੱਚ ਜੋ ਡਿਜਿਟਸ ਹੈ ਉਹ 4 ਨੇ, 1 ਹੈ, 0 ਹੈ, 2 ਹੈ, 3 ਹੈ ਤੇ ਜੋ 235 ਹੈ ਉਸ ਦੇ ਵਿੱਚ 3 ਡਿਜਿਟਸ ਨੇ, 2 ਹੈ, 3 ਹੈ ਤੇ 5 ਹੈ ਤੇ ਇਸ ਦੇ ਕਰਕੇ ਬੱਚਿਓ ਜੋ 1023 ਹੈ ਉਹ ਜੋ ਹੈ ਗ੍ਰੇਟਰ ਹੈ 235 ਤੋਂ। ਹਾਂਜੀ, ਨੈਕਸਟ ਹੈ ਬੱਚਿਓ 47,321 ਐਂਡ 39,874। ਇਸ ਨੂੰ ਦੇਖੋ ਜ਼ਰਾ ਧਿਆਨ ਨਾਲ ਦੇਖਣਾ ਬੱਚਿਓ, ਇਹਨਾਂ ਦੋਨੋਂ ਜੋ ਨੰਬਰ ਇਹ ਦੋਵੇਂ ਨੰਬਰਸ ਦੇ ਵਿੱਚ ਕੀ ਹੈ ਕਿ ਜੋ ਡਿਜਿਟਸ ਨੇ ਉਹ 5 ਨੇ। ਦੋਵੇਂ ਨੰਬਰਸ ਦੇ ਵਿੱਚ ਜੋ ਡਿਜਿਟਸ ਨੇ ਉਹ 5 ਨੇ। ਇੱਕ ਦੇ ਵਿੱਚ ਡਿਜਿਟਸ ਹੈਗੇ ਨੇ 47321, ਇਹ 5 ਡਿਜਿਟਸ ਹੋ ਗਏ ਤੇ ਜਿਹੜਾ ਦੂਜਾ ਨੰਬਰ ਹੈ ਉਹਦੇ ਵਿੱਚ ਡਿਜਿਟਸ ਹੈਗੇ ਨੇ 39874। ਤੇ ਹੁਣ ਅਸੀਂ ਕਰਨਾ ਕੀ ਹੈ, ਜੋ ਫਰਸਟ ਡਿਜਿਟ ਹੈ ਲੈਫਟ ਸਾਈਡ ਤੋਂ ਦੇਖੋ ਨੀਚੇ ਵੈਸੇ ਲਿਖ ਕੇ ਦਿੱਤਾ ਹੋਇਆ ਹੈ ਤੇ ਇਹ ਦੇਖਣਾ ਜ਼ਰਾ ਧਿਆਨ ਨਾਲ ਵੀ ਇਹਨਾਂ ਨੇ ਅੰਡਰਲਾਈਨ ਵੀ ਕੀਤਾ ਹੋਇਆ ਹੈ ਜਿਵੇਂ 47,321 ਹੈ ਤਾਂ ਇੱਥੇ ਜੋ ਹੈ 4 ਨੂੰ ਇਹਨਾਂ ਨੇ ਅੰਡਰਲਾਈਨ ਕੀਤਾ ਹੈ। ਇਵੇਂ ਹੀ 39,874 ਦੇ ਵਿੱਚ ਇਹਨਾਂ ਨੇ 3 ਨੂੰ ਜੋ ਹੈ ਅੰਡਰਲਾਈਨ ਕੀਤਾ ਹੈ। ਤੇ ਦੇਖੋ ਜ਼ਰਾ ਨੀਚੇ ਕੀ ਲਿਖਿਆ ਹੈ, ਕੰਪੇਅਰ ਦਾ ਫਰਸਟ ਡਿਜਿਟ ਫਰੋਮ ਲੈਫਟ ਸਾਈਡ ਆਫ ਬੋਥ ਨੰਬਰਸ we observe these are 4 and 3 and 4 greater than 3, therefore 47,321 is greater than 39,874। ਦੇਖੋ ਜਿਹੜਾ ਇਹ ਫਿਗਰ ਹੈ ਇਸ ਨਾਲ ਤੁਹਾਨੂੰ ਜੋ ਹੈ ਆਸਾਨੀ ਨਾਲ ਜੋ ਹੈ ਸਮਝ ਆ ਜਾਊਗਾ। ਦੇਖੋ ਹਾਂਜੀ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲਾ ਜਿਹੜਾ ਨੰਬਰ ਹੈ 47,321 ਇਹਦਾ ਫਰਸਟ ਡਿਜਿਟ ਹੈ 4, ਲੈਫਟ ਸਾਈਡ ਤੋਂ ਮੈਂ ਗੱਲ ਕਰ ਰਿਹਾ ਹਾਂ ਤੇ 39,874 ਦਾ ਜੋ ਫਰਸਟ ਡਿਜਿਟ ਹੈ ਲੈਫਟ ਸਾਈਡ ਤੋਂ ਉਹ ਹੈ 3। ਤਾਂ ਦੇਖ ਸਕਦੇ ਹੋ ਤੁਸੀਂ 4 ਜੋ ਹੈ ਉਹ ਗ੍ਰੇਟਰ ਦੈਨ ਹੈ 3। ਇਟ ਮੀਨਸ ਕਿ ਜਿਹੜਾ ਇਹ 47,321 ਵਾਲਾ ਨੰਬਰ ਹੈ ਉਹ ਜੋ ਹੈ ਗ੍ਰੇਟਰ ਹੈ 39,874 ਤੋਂ। ਹਾਂਜੀ, ਨੈਕਸਟ ਹੈ 56,398 ਤੇ ਸੈਕਿੰਡ ਨੰਬਰ ਹੈ 56,412। ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜਾ ਫਰਸਟ 2 ਡਿਜਿਟਸ ਹੈ ਜਿਵੇਂ 56 ਤੇ 56 ਦੋਵਾਂ ਦੇ ਵਿੱਚ ਸੇਮ ਹੈ। ਠੀਕ ਹੈ, ਇੱਥੇ ਇਹ ਡਿਫਰੈਂਸ ਆ ਗਿਆ ਹੈ। ਹੁਣ ਅਸੀਂ ਕਰਨਾ ਕੀ ਹੈ, ਲੈਫਟ ਸਾਈਡ ਤੋਂ ਜਿਹੜਾ ਥਰਡ ਡਿਜਿਟ ਹੈ ਦੇਖੋ ਜਿਹੜਾ ਫਰਸਟ ਵਾਲਾ ਜੋ ਨੰਬਰ ਹੈ ਇਹ ਵਾਲਾ ਇਸ ਦੇ ਵਿੱਚ ਜੋ ਥਰਡ ਡਿਜਿਟ ਹੈ ਲੈਫਟ ਸਾਈਡ ਤੋਂ ਉਹ ਹੈ 3 ਤੇ ਜਿਵੇਂ ਇਹ ਹੈ ਦੂਜਾ ਨੰਬਰ ਇਹਦੇ ਵਿੱਚ ਲੈਫਟ ਸਾਈਡ ਤੋਂ ਜਿਹੜਾ ਥਰਡ ਡਿਜਿਟ ਹੈ ਉਹ ਹੈ 4।
इट मीनस कि जो 4 है वो ग्रेटर ਹੁੰਦਾ है 3 ਤੋਂ, यानी कि ਜਿਹੜਾ ਇਹ ਦੂਜੇ ਵਾਲਾ ਨੰਬਰ ਹੈ 56412 ਇਹ ग्रेटर ਹੋਏਗਾ 56398 ਤੋਂ। ਨੀਚੇ ਆਨਸਰ ਲਿਖਿਆ ਗਿਆ ਹੈ, ਮੈਂ ਤੁਹਾਨੂੰ ਦਿਖਾ ਦੇਣਾ ਹਾਂ। ਹਾਂਜੀ, ਦੇਖ ਸਕਦੇ ਹੋ ਤੁਸੀਂ ਵੀ ਜੋ ਫਰਸਟ 2 ਡਿਜਿਟਸ ਨੇ 56 ਉਹ ਦੋਵੇਂ ਸੇਮ ਨੇ 5 ਅਤੇ 6 ਦੋਵੇਂ ਨੰਬਰਸ ਦੇ, ਤੇ ਜਿਹੜਾ ਥਰਡ ਡਿਜਿਟ ਹੈ ਲੈਫਟ ਸਾਈਡ ਤੋਂ ਫਰਸਟ ਜੋ ਨੰਬਰ ਹੈ ਉਹਦੇ ਵਿੱਚ ਜੋ ਡਿਜਿਟ ਹੈ ਉਹ 3 ਹੈ, ਤੇ ਜਿਹੜਾ ਸੈਕਿੰਡ ਨੰਬਰ ਹੈ ਉਹਦੇ ਵਿੱਚ ਜੋ ਡਿਜਿਟ ਹੈ ਉਹ ਜੋ ਹੈ 4 ਹੈ, ਤੇ 4 ਜੋ ਹੈ ਗ੍ਰੇਟਰ ਹੁੰਦਾ ਹੈ 3 ਤੋਂ, ਇਸ ਕਰਕੇ ਇਹ ਵਾਲਾ ਜਿਹੜਾ ਨੰਬਰ ਹੈ 56412 ਇਹ ਨੰਬਰ ਗ੍ਰੇਟਰ ਹੈ 56398 ਤੋਂ। सेकेंड एग्जाम्पल है फाइंड द ग्रेटेस्ट एंड स्मॉलेस्ट अमंग फॉलोइंग नंबर्स। सानू जो है नीचे 5 नंबर्स दिते गए ने, ते इन्हां दे विच्चों जो है बच्चों सानू ग्रेटेस्ट अते स्मॉलेस्ट नंबर जो है फाइंड आउट करने ने। हुण जरा ध्यान नाल देखना बच्चों, इहदे विच हाँ जी, ਇਹਦੇ ਵਿੱਚ ਬੱਚਿਓ 3 ਨੰਬਰ ਇਵੇਂ ਦੇ ਨੇ, 3 ਨੰਬਰਸ ਇਵੇਂ ਦੇ ਨੇ ਜੋ ਕਿ 9 ਤੋਂ ਸਟਾਰਟ ਹੋ ਰਹੇ ਨੇ। ਇੱਕ ਤਾਂ A ਹੈ, ਠੀਕ ਹੈ, ਇੱਕ A ਵਾਲਾ ਨੰਬਰ ਹੈ ਤੇ ਇੱਕ A ਵਾਲਾ ਨੰਬਰ ਹੈ। ਇਹਨਾਂ 3 ਨੰਬਰਸ ਨੂੰ ਤੁਸੀਂ ਅਲੱਗ ਕਰ ਲਓ, ਕਿਉਂਕਿ ਇਹ ਨੰਬਰਸ ਤਾਂ ਜਦੋਂ ਅਸੀਂ ਗ੍ਰੇਟੈਸਟ ਨੰਬਰ ਨੂੰ ਫਾਈਂਡ ਆਊਟ ਕਰਨਾ ਹੈ ਸਾਨੂੰ ਇਹਨਾਂ 3 ਨੰਬਰਾਂ ਦੇ ਵਿੱਚੋਂ ਹੀ ਉਹ ਗ੍ਰੇਟੈਸਟ ਨੰਬਰ ਮਿਲੂਗਾ। ਤੇ ਜਿਹੜੇ ਬਾਕੀ ਦੇ 2 ਨੰਬਰ ਨੇ, ਦੇਖੋ ਇਹ ਜੋ ਹੈ 1903, ਬਾਕੀ ਦੇ ਦੋਵੇਂ ਨੰਬਰਸ 1 ਤੋਂ ਸਟਾਰਟ ਹੋ ਰਹੇ ਨੇ। ਇਟ ਮੀਨਸ ਕਿ ਸਾਨੂੰ ਇਹਨਾਂ ਦੋਵਾਂ ਨੰਬਰਾਂ ਦੇ ਵਿੱਚੋਂ ਜੋ ਹੈ ਇਹ ਵਾਲਾ ਤੇ ਇਹ ਵਾਲਾ 1903 ਤੇ 1930 ਇਹਨਾਂ ਦੋ ਨੰਬਰਸ ਦੇ ਵਿੱਚੋਂ ਸਾਨੂੰ ਜੋ ਹੈ ਸਮਾਲੈਸਟ ਨੰਬਰ ਮਿਲੇਗਾ। ਠੀਕ ਹੈ ਜੀ, ਤੇ ਪਹਿਲਾਂ ਅਸੀਂ ਜੋ ਗ੍ਰੇਟੈਸਟ ਨੰਬਰ ਹੈ ਉਹ ਦੇਖ ਲੈਂਦੇ ਆ। ਤਾਂ ਗ੍ਰੇਟੈਸਟ ਨੰਬਰ ਵਾਸਤੇ ਦੇਖੋ ਜ਼ਰਾ, ਜੋ ਫਰਸਟ ਡਿਜਿਟ ਹੈ ਮੈਂ ਇੱਕ ਵਾਰੀ ਫਿਰ ਤੋਂ ਲਿਖਦਾ। ਹਾਂਜੀ, ਇੱਕ A ਨੰਬਰ ਹੈ, ਇੱਕ A ਨੰਬਰ ਹੈ ਤੇ ਇੱਕ A ਨੰਬਰ ਹੈ। ਹੁਣ ਅਸੀਂ ਗ੍ਰੇਟੈਸਟ ਨੰਬਰ ਨੂੰ ਫਾਈਂਡ ਆਊਟ ਕਰਨ ਜਾ ਰਹੇ ਹਾਂ, ਤੇ ਜਿਹੜੇ ਬਾਕੀ ਦੇ 2 ਨੰਬਰ ਹੈ ਉਹਨਾਂ ਨੂੰ ਵੇਖਣ ਦੀ ਜੋ ਹੈ ਜ਼ਰੂਰਤ ਨਹੀਂ ਹੈ, ਕਿਉਂਕਿ ਉਹ 1 ਤੋਂ ਸਟਾਰਟ ਹੋ ਰਹੇ ਨੇ। ਸਿਰਫ ਇਹੀ 3 ਨੰਬਰਸ ਨੇ ਜਿਹੜੇ 9 ਤੋਂ ਸਟਾਰਟ ਹੋ ਰਹੇ ਨੇ, ਤਾਂ ਇਹਨਾਂ ਦੇ ਵਿੱਚ ਹੀ ਕੰਪੀਟੀਸ਼ਨ ਹੈ ਗ੍ਰੇਟੈਸਟ ਨੰਬਰ ਦਾ। ਹੁਣ ਅਸੀਂ ਦੇਖਣਾ ਹੈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਜੋ ਹੈ ਕੰਪੀਟੀਸ਼ਨ ਜਿੱਤੂਗਾ। ਹਾਂਜੀ, ਫਰਸਟ जो है साढ़े को 9301 ਤੇ ਅਗਲਾ ਹੈ 9031। ਦੇਖੋ ਫਰਸਟ ਡਿਜਿਟ ਇਹਨਾਂ ਤਿੰਨਾਂ ਦਾ ਜੋ ਹੈ ਸੇਮ ਹੈ 9 ਹੈ। ਹੁਣ ਅਸੀਂ ਸੈਕਿੰਡ ਡਿਜਿਟ ਦੇ ਉੱਪਰ ਆਨੇ ਆ ਲੈਫਟ ਸਾਈਡ ਤੋਂ। ਸੈਕਿੰਡ ਡਿਜਿਟ ਇਸ ਦਾ ਹੈ 3, ਠੀਕ ਹੈ, ਇੱਥੇ ਸੈਕਿੰਡ ਡਿਜਿਟ ਹੈ 0 ਤੇ ਇੱਥੇ ਹੈ ਸੈਕਿੰਡ ਡਿਜਿਟ 3। ਇਟ ਮੀਨਸ ਕਿ ਇਹ ਵਾਲਾ ਤਾਂ ਇਸ ਰੇਸ ਤੋਂ ਬਾਹਰ ਹੋ ਗਿਆ, ਕਿਉਂਕਿ 0 ਜੋ ਹੈ ਉਹ 3 ਤੋਂ ਜੋ ਹੈ ਲੈਸ ਹੁੰਦਾ ਹੈ। ਤੇ ਅਸੀਂ ਦੇਖਣਾ ਹੈ ਗ੍ਰੇਟੈਸਟ ਨੰਬਰ। ਹੁਣ ਸਾਡੇ ਕੋਲ ਰਹਿ ਗਏ हैं 2 ਨੰਬਰ। ਹੁਣ ਅਸੀਂ ਕੀ ਕਰਨਾ ਹੈ ਬੱਚਿਓ ਕਿ ਅਸੀਂ ਆਵਾਂਗੇ ਥਰਡ ਡਿਜਿਟ ਤੇ ਲੈਫਟ ਸਾਈਡ ਤੋਂ। ਲੈਫਟ ਸਾਈਡ ਤੇ ਬੱਚਿਓ ਜੋ ਥਰਡ ਡਿਜਿਟ ਹੈ ਇਸ ਨੰਬਰ ਦੇ ਵਿੱਚ ਹੈ 0 ਤੇ ਇਸ ਨੰਬਰ ਦੇ ਵਿੱਚ ਹੈ 1। ਇਟ ਮੀਨਸ ਕਿ ਇਹ ਵਾਲਾ ਨੰਬਰ, ਕਿਉਂਕਿ ਇਸ ਦੇ ਵਿੱਚ ਥਰਡ ਡਿਜਿਟ 1 ਹੈ ਤੇ 1 ਜੋ ਹੈ ਉਹ 0 ਤੋਂ ਗ੍ਰੇਟਰ ਹੁੰਦਾ ਹੈ, ਤਾਂ ਕਰਕੇ ਬੱਚਿਓ ਜੋ ਗ੍ਰੇਟੈਸਟ ਨੰਬਰ ਹੈ ਇਹਨਾਂ 5 ਨੰਬਰਾਂ ਦੇ ਵਿੱਚੋਂ ਉਹ ਹੈ 939310। 9310 ਇਹ ਜੋ ਹੈ ਗ੍ਰੇਟੈਸਟ ਨੰਬਰ ਹੈ ਇਹਨਾਂ 5 ਦੇ ਵਿੱਚੋਂ। ਵੈਸੇ ਤਾਂ 2 ਪਹਿਲਾਂ ਹੀ ਬਾਹਰ ਹੋ ਗਏ ਸੀ, ਕਿਉਂਕਿ ਉਹਨਾਂ ਦੇ ਅੱਗੇ 11 ਲਿਖਿਆ ਹੋਇਆ ਸੀ, ਉਹਨਾਂ ਨੂੰ ਤਾਂ ਅਸੀਂ ਕਾਊਂਟ ਵੀ ਨਹੀਂ ਕੀਤਾ ਹੈ ਜਦੋਂ ਅਸੀਂ ਗ੍ਰੇਟੈਸਟ ਨੰਬਰ ਨੂੰ ਜੋ ਹੈ ਇੱਕ ਤਰ੍ਹਾਂ ਦਾ ਮਤਲਬ ਫਾਈਂਡ ਕਰ ਰਹੇ ਹਾਂ। ਤੇ ਜਿਹੜੇ 3 ਬੱਚੇ ਸੀ ਉਹਨਾਂ ਦੇ ਵਿੱਚੋਂ 9310 ਜੋ ਹੈ ਗ੍ਰੇਟੈਸਟ ਨੰਬਰ ਹੈ। ਹਾਂਜੀ, ਸੈਕਿੰਡ ਹੁਣ ਅਸੀਂ ਫਾਈਂਡ ਆਊਟ ਕਰਨਾ ਹੈ ਜੀ ਸਮਾਲੈਸਟ ਨੰਬਰ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਹਾਂਜੀ, ਹੁਣ ਅਸੀਂ ਫਾਈਂਡ ਆਊਟ ਕਰਨਾ ਹੈ ਜੀ ਸਮਾਲੈਸਟ ਨੰਬਰ, ਤੇ ਇਹਦੇ ਵਾਸਤੇ ਕੀ ਹੈ ਸਾਡੇ ਕੋਲ ਇੱਕ ਨੰਬਰ ਹੈ 1903। ਇੱਕ ਮਿੰਟ ਜ਼ਰਾ। ਹਾਂਜੀ, ਇੱਕ ਨੰਬਰ ਹੈ 1903, ਅਗਲਾ ਨੰਬਰ ਹੈ ਜੀ 1930। ਸਾਨੂੰ ਇਹਨਾਂ ਦੋਵਾਂ ਨੰਬਰਸ ਦੇ ਵਿੱਚੋਂ ਜੋ ਹੈ ਜੋ ਸਮਾਲੈਸਟ ਜੋ ਨੰਬਰ ਹੈ ਉਹ ਸਾਨੂੰ ਫਾਈਂਡ ਆਊਟ ਕਰਨਾ ਹੈ। ਦੇਖੋ 1 ਅਤੇ 9 ਇਹ ਤਾਂ ਦੋਵਾਂ ਨੰਬਰਸ ਦੇ ਵਿੱਚ ਸੇਮ ਹੈ। ਹੁਣ ਅਸੀਂ ਦੇਖਾਂਗੇ ਜੋ ਲੈਫਟ ਸਾਈਡ ਤੋਂ ਥਰਡ ਡਿਜਿਟ ਹੈ, ਜਿਵੇਂ ਕਿ ਪਹਿਲੇ ਨੰਬਰ ਦੇ ਵਿੱਚ ਉਹ ਹੈ 0 ਤੇ ਜਿਹੜਾ ਦੂਜਾ ਨੰਬਰ ਹੈ ਉਹਦੇ ਵਿੱਚ ਜੋ ਥਰਡ ਡਿਜਿਟ ਹੈ ਲੈਫਟ ਸਾਈਡ ਤੋਂ ਉਹ ਹੈ 3। ਇਟ ਮੀਨਸ ਕਿ ਇਹ ਵਾਲਾ ਜੋ 3 ਹੈ ਉਹ 0 ਤੋਂ ਗ੍ਰੇਟਰ ਹੈ, ਸਾਨੂੰ ਪਤਾ ਹੈ। ਤਾਂ ਫਿਰ ਇਸ ਤੋਂ ਰਿਜ਼ਲਟ ਇਹ ਬਣੇਗਾ ਕਿ ਇਹ ਵਾਲਾ, ਅੱਛਾ ਸਾਨੂੰ ਤਾਂ ਸਮਾਲੈਸਟ ਫਾਈਂਡ ਆਊਟ ਕਰਨਾ ਹੈ ਨਾ। ਹਾਂ ਹਾਂਜੀ ਬੱਚਿਓ, ਹੁਣ ਅਸੀਂ ਕਿਉਂਕਿ ਸਮਾਲੈਸਟ ਫਾਈਂਡ ਆਊਟ ਕਰਨਾ ਹੈ ਇਹਨਾਂ ਦੋਵਾਂ ਦੇ ਵਿੱਚੋਂ 1903 ਤੇ 1930 ਦੇ ਵਿੱਚੋਂ, ਤਾਂ ਹੁਣ ਅਸੀਂ ਸਮਾਲਰ ਵਾਲਾ ਜੋ ਨੰਬਰ ਹੈ ਉਸ ਨੂੰ ਵੇਖਾਂਗੇ। ਹਾਂਜੀ, ਇੱਥੇ ਜੋ ਥਰਡ ਡਿਜਿਟ ਹੈ ਲੈਫਟ ਸਾਈਡ ਤੋਂ ਉਹ ਹੈ 0 ਤੇ ਇੱਥੇ ਜੋ ਥਰਡ ਡਿਜਿਟ ਹੈ ਲੈਫਟ ਸਾਈਡ ਤੇ ਉਹ ਹੈ 3। ਇਟ ਮੀਨਸ ਕਿ ਜੋ 0 ਹੈ ਉਹ ਸਮਾਲਰ ਹੁੰਦਾ ਹੈ 3 ਤੋਂ, ਤੇ ਸਾਡਾ ਆਨਸਰ ਹੋਏਗਾ ਵੀ ਸਮਾਲੈਸਟ ਜੋ ਨੰਬਰ ਹੈ ਉਹ ਹੈ 1903। ਹਾਂਜੀ, ਇਹਨਾਂ 5 ਨੰਬਰਾਂ ਦੇ ਵਿੱਚੋਂ ਜਿਹੜਾ ਸਮਾਲੈਸਟ ਨੰਬਰ ਹੈ ਉਹ ਹੈ 1903।
ਨੀਚੇ ਇਹ ਆਨਸਰ ਦਿੱਤਾ ਗਿਆ ਹੈ, ਤੁਸੀਂ ਦੇਖ ਸਕਦੇ ਹੋ ਆਨਸਰ ਪੜ੍ਹ ਕੇ। ਹਾਂਜੀ, ਬਾਕੀ ਜੋ ਸਮਝਾਉਣ ਵਾਲਾ ਪਾਰਟ ਸੀ ਉਹ ਮੈਂ ਤੁਹਾਨੂੰ ਸਮਝਾ ਦਿੱਤਾ ਹੈ। ਅਗਰ ਤੁਸੀਂ ਆਨਸਰ ਇੰਗਲਿਸ਼ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤੁਸੀਂ ਪੜ੍ਹ ਸਕਦੇ ਹੋ। एग्जाम्पल थर्ड है जी, अरेंज द नंबर्स इन असेंडिंग ऑर्डर 653, 1135, 47,629, 2546 ਤੇ 7320। ਹਾਂਜੀ, ਸਾਨੂੰ ਜੋ ਹੈ ਇਹਨਾਂ ਨੰਬਰਸ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰਨਾ ਹੈ। ਦੇਖੋ ਅਸੈਂਡਿੰਗ ਆਰਡਰ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਸਭ ਤੋਂ ਛੋਟੇ ਵਾਲੇ ਨੰਬਰ ਤੋਂ ਸਟਾਰਟ ਕਰਾਂਗੇ ਤੇ ਜਿਹੜਾ ਨੰਬਰ ਜੋ ਹੈ ਸਭ ਤੋਂ ਵੱਡਾ ਹੋਏਗਾ ਉਹਨੂੰ ਅਸੀਂ ਸਭ ਤੋਂ ਅਖੀਰ ਦੇ ਵਿੱਚ ਯਾਨੀ ਕਿ ਰਾਈਟ ਹੈਂਡ ਸਾਈਡ ਤੇ ਲਿਖਣਾ ਹੁੰਦਾ ਹੈ। ਜਿਹੜਾ ਸਭ ਤੋਂ ਛੋਟਾ ਨੰਬਰ ਹੈ ਉਹਨੂੰ ਅਸੀਂ ਲੈਫਟ ਹੈਂਡ ਸਾਈਡ ਤੇ ਲਿਖਾਂਗੇ, ਠੀਕ ਹੈ, ਤੇ ਜਿਹੜਾ ਸਭ ਤੋਂ ਵੱਡਾ ਨੰਬਰ ਹੁੰਦਾ ਹੈ ਉਸ ਨੂੰ ਅਸੀਂ ਰਾਈਟ ਹੈਂਡ ਸਾਈਡ ਤੇ ਲਿਖਾਂਗੇ ਐਂਡ ਦੇ ਵਿੱਚ। ਤੇ ਬਾਕੀ ਅਸੀਂ ਫਿਰ ਉਸ ਤੋਂ ਬਾਅਦ ਦੇਖਦੇ ਜਾਵਾਂਗੇ ਵੀ ਸਭ ਤੋਂ ਛੋਟੇ ਨੰਬਰ ਤੋਂ ਬਾਅਦ ਅਗਲਾ ਨੰਬਰ ਕਿਵੇਂ ਲਿਖਿਆ ਜਾਏਗਾ। ਹਾਂਜੀ, ਤਾਂ ਸਾਨੂੰ ਜੋ ਨੰਬਰਸ ਗਿਵਨ ਨੇ, ਦੇਖੋ ਸਾਨੂੰ ਇਹਨਾਂ 5 ਨੰਬਰਸ ਨੂੰ ਅਰੇਂਜ ਕਰਨਾ ਹੈ ਅਸੈਂਡਿੰਗ ਆਰਡਰ ਦੇ ਵਿੱਚ। ਤੇ ਸਾਨੂੰ ਨੰਬਰਸ ਕਿਹੜੇ-ਕਿਹੜੇ ਗਿਵਨ ਨੇ? 653। ਦੇਖੋ ਇਹਨਾਂ 5 ਨੰਬਰਾਂ ਨੂੰ ਦੇਖਣ ਨਾਲ ਸਾਫ਼ ਨਜ਼ਰ ਆ ਰਿਹਾ ਹੈ ਵੀ ਜਿਹੜਾ 653 ਹੈ ਇਹ ਸਾਰੇ ਨੰਬਰਸ ਤੋਂ ਛੋਟਾ ਹੈ। ਉਹਦਾ ਰੀਜ਼ਨ ਇਹ ਹੈ ਵੀ ਇਸ ਦੇ ਅੰਦਰ ਜੋ ਡਿਜਿਟਸ ਨੇ ਉਹ ਸਿਰਫ ਓਨਲੀ ਜੋ ਡਿਜਿਟਸ ਨੇ ਓਨਲੀ 3 ਨੇ, ਯਾਨੀ ਕਿ ਸਿਰਫ 3 ਡਿਜਿਟਸ ਨੇ ਇਸ 653 ਦੇ ਵਿੱਚ। ਬਾਕੀ ਜਿੰਨੇ ਵੀ ਨੰਬਰਸ ਨੇ ਉਹਨਾਂ ਦੇ ਵਿੱਚ ਘੱਟ ਤੋਂ ਘੱਟ ਜਾਂ ਤਾਂ 4 ਡਿਜਿਟਸ ਨੇ ਜਾਂ ਫਿਰ 5 ਡਿਜਿਟਸ ਵਾਲਾ ਤਾਂ ਇੱਕੋ ਹੀ ਨੰਬਰ ਹੈ 47,629। ਹਾਂਜੀ, ਤਾਂ 653 ਜੋ ਹੈ ਬੱਚਿਓ ਇਹ ਤਾਂ ਸਭ ਤੋਂ ਸਮਾਲੈਸਟ ਨੰਬਰ ਹੋ ਗਿਆ ਕਿਉਂਕਿ ਇਸ ਦੇ ਵਿੱਚ ਡਿਜਿਟਸ ਜੋ ਹੈ ਓਨਲੀ 3 ਨੇ, ਯਾਨੀ ਕਿ ਸਿਰਫ 3 ਹੀ ਡਿਜਿਟਸ ਨੇ ਇਹਦੇ ਵਿੱਚ। ਹਾਂਜੀ, ਇਸ ਤੋਂ ਬਾਅਦ ਜੋ ਸੈਕਿੰਡ ਨੰਬਰ ਹੈ ਅਗਰ ਅਸੀਂ ਗੱਲ ਕਰੀਏ 635 ਤੋਂ ਗ੍ਰੇਟਰ ਹੈ, ਠੀਕ ਹੈ, ਉਹ ਵਾਲਾ ਨੰਬਰ ਕਿਹੜਾ ਹੈ ਜੀ? 1135, ਕਿਉਂਕਿ ਜੋ 1135 ਹੈ ਉਹ 2546 ਤੋਂ ਲੈਸ ਹੈ। ਹਾਂਜੀ, ਤਾਂ ਲੈਫਟ ਹੈਂਡ ਸਾਈਡ ਤੋਂ ਅਸੀਂ ਸਟਾਰਟ ਕਰਾਂਗੇ 653 ਤੋਂ, ਫਿਰ ਅਸੀਂ ਕੋਮਾ ਪਾ ਕੇ ਲਿਖਾਂਗੇ 1135। ਹਾਂਜੀ, ਇਸ ਤੋਂ ਬਾਅਦ ਕਿਹੜਾ ਨੰਬਰ ਆਏਗਾ ਬੱਚਿਓ? ਇਸ ਤੋਂ ਬਾਅਦ ਆਏਗਾ 2546। ਇਹ ਜੋ ਨੰਬਰ ਹੈ 2546 ਇਹ ਲੈਸ ਹੈ 7320 ਤੋਂ। 7320 ਜੋ ਅਖੀਰ ਦੇ ਵਿੱਚ ਨੰਬਰ ਹੈ ਇਹ ਚੌਥੇ ਨੰਬਰ ਤੇ ਆਏਗਾ, ਠੀਕ ਹੈ ਜੀ। ਤੇ ਲਾਸਟ ਦੇ ਵਿੱਚ ਜਿਸ ਨੰਬਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਜਿਟਸ ਨੇ ਯਾਨੀ ਕਿ 47,629, ਇਹ ਵਾਲਾ ਜਿਹੜਾ ਨੰਬਰ ਹੈ ਇਹ ਲਾਸਟ ਦੇ ਵਿੱਚ ਸਭ ਤੋਂ ਗ੍ਰੇਟੈਸਟ ਨੰਬਰ ਹੈ, ਰਾਈਟ ਸਾਈਡ ਤੇ ਅਖੀਰ ਦੇ ਵਿੱਚ ਲਿਖਿਆ ਜਾਏਗਾ। ਤਾਂ ਤੁਸੀਂ ਆਨਸਰ ਦੇਖ ਸਕਦੇ ਹੋ ਜੀ ਨੀਚੇ। ਹਾਂਜੀ, ਇਹ ਦੇਖ ਸਕਦੇ ਹੋ ਤੁਸੀਂ 653 ਹੋ ਗਿਆ ਲੈਫਟ ਸਾਈਡ ਤੇ, ਠੀਕ ਹੈ। ਉਸ ਤੋਂ ਬਾਅਦ 1135 ਕੋਮਾ ਪਾ ਕੇ ਤੁਸੀਂ ਜੋ ਹੈ ਆਨਸਰ ਲਿਖਣਾ ਹੈ, ਕੋਮਾਸ ਜ਼ਰੂਰ ਲਗਾ ਕੇ ਆਣੇ ਨੇ, ਠੀਕ ਹੈ ਜੀ। ਹਾਂਜੀ, ਇਸ ਤੋਂ ਬਾਅਦ 2546 ਹੈ, ਫਿਰ ਅਗਲਾ ਨੰਬਰ ਕਿਹੜਾ ਹੈ? 7320 ਤੇ ਜੋ ਲਾਸਟ ਜੋ ਹੈ ਉਹ ਹੈ 47,629 ਕਿਉਂਕਿ ਇਸ ਨੰਬਰ ਦੇ ਵਿੱਚ ਜੋ ਹੈ ਮੈਕਸਿਮਮ 5 ਡਿਜਿਟਸ ਨੇ, ਯਾਨੀ ਕਿ ਸਭ ਤੋਂ ਜ਼ਿਆਦਾ ਡਿਜਿਟਸ ਹੋਣ ਕਰਕੇ ਇਹ ਨੰਬਰ ਜੋ ਹੈ ਗ੍ਰੇਟੈਸਟ ਹੈ। ਤਾਂ ਅਸੀਂ ਅਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰਨਾ ਸੀ, ਸਭ ਤੋਂ ਛੋਟੇ ਨੰਬਰ ਤੋਂ ਸਟਾਰਟ ਕਰਕੇ ਸਭ ਤੋਂ ਵੱਡੇ ਨੰਬਰ ਤੱਕ ਜਾਣਾ ਹੁੰਦਾ ਹੈ। ਸਭ ਤੋਂ ਛੋਟਾ ਨੰਬਰ ਲੈਫਟ ਸਾਈਡ ਤੇ, ਸਭ ਤੋਂ ਵੱਡਾ ਨੰਬਰ ਜੋ ਹੈ ਅਖੀਰ ਦੇ ਵਿੱਚ ਰਾਈਟ ਸਾਈਡ ਤੇ ਵਿਚਕਾਰ ਕੋਮਾਸ ਜ਼ਰੂਰ ਲਗਾ ਦੇਣਾ, ਠੀਕ ਹੈ ਜੀ। ਹਾਂਜੀ, एग्जाम्पल 4 है, यूज द गिवन डिजिट्स विदाउट रेपिटेशन। इस वर्ड ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਉਹਨਾਂ ਨੇ ਵਰਡ ਯੂਜ਼ ਕੀਤਾ ਹੈ ਵਿਦਾਊਟ ਰੈਪੀਟੇਸ਼ਨ। ਇਹਦਾ ਮੀਨਿੰਗ ਕੀ ਹੁੰਦਾ ਹੈ ਮੈਂ ਅੱਗੇ ਸਮਝਾਵਾਂਗਾ। use the given digits without repetition and make the greatest and smallest 4 digit number। ਨੀਚੇ ਤੁਹਾਨੂੰ ਕੁਝ digits ਯਾਨੀ ਕਿ digit number ਦਿੱਤੇ ਗਏ ਨੇ, 4 digit number ਦਿੱਤੇ ਗਏ ਨੇ, 4 digits ਦਿੱਤੇ ਗਏ ਨੇ। ਉਹਨਾਂ ਦਾ ਯੂਜ਼ ਕਰਕੇ ਤੁਸੀਂ ਕਰਨਾ ਕੀ ਹੈ, ਤੁਸੀਂ greatest ਤੇ smallest 4 digit number ਜੋ ਹੈ ਬਣਾਉਣੇ ਨੇ, ਯਾਨੀ ਕਿ ਮੇਕ ਕਰਨੇ ਨੇ। ਹੁਣ ਇਹ 4 digit number ਬਣਾਉਣ ਦਾ ਮੈਥਡ ਕੀ ਹੈ ਦੇਖੋ। ਸਭ ਤੋਂ ਪਹਿਲਾਂ ਕਰਨਾ ਕੀ ਹੈ, ਤੁਸੀਂ ਦੇਖੋ ਨੀਚੇ ਨਾ ਇੱਕ ਪ੍ਰੋਸੈਸ ਦੱਸਿਆ ਹੈ ਡਿਜਿਟਸ ਟੂ ਬੀ ਯੂਜ਼ਡ ਆਰ। ਜਿਹੜਾ A ਪਾਰਟ ਹੈ ਉਸ ਦੇ ਵਿੱਚ ਡਿਜਿਟਸ ਕਿਹੜੇ ਹੈ 2, 3, 1, 7 ਯਾਨੀ ਕਿ 2, 3 ਔਰ 1 ਔਰ 7 ਇਹ ਡਿਜਿਟਸ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਕੀ ਹੈ ਕਿ ਲੈਟ ਅਸ ਫਸਟ ਅਰੇਂਜ ਥੀਸ ਡਿਜਿਟਸ ਇਨ ਅਸੈਂਡਿੰਗ ਔਰ ਡਿਸੈਂਡਿੰਗ ਆਰਡਰ ਐਸ ਪਰ ਯੂਅਰ ਚੋਇਸ। ਦੇਖੋ ਜਦੋਂ ਅਸੀਂ ਸਮਾਲੈਸਟ ਨੰਬਰ ਜਾਂ ਸਮਾਲੈਸਟ 4 ਡਿਜਿਟ ਨੰਬਰ ਬਣਾਉਣਾ ਹੋਏਗਾ ਉਸ ਟਾਈਮ ਤਾਂ ਅਸੀਂ ਕਰਨਾ ਕੀ ਹੁੰਦਾ ਹੈ ਕਿ ਅਸੀਂ ਡਿਸੈਂਡਿੰਗ ਆਰਡਰ ਦਾ ਜੋ ਹੈ ਇੱਕ ਮਿੰਟ ਜ਼ਰਾ, ਜਦੋਂ ਅਸੀਂ ਗ੍ਰੇਟੈਸਟ ਨੰਬਰ ਬਣਾਉਣਾ ਹੈ 4 ਡਿਜਿਟ ਨੰਬਰ ਉਸ ਟਾਈਮ ਤਾਂ ਅਸੀਂ ਗ੍ਰੇਟੈਸਟ ਵਾਸਤੇ ਸਾਨੂੰ ਜੋ ਹੈ ਬੱਚਿਓ
ਸਮਾਲੈਸਟ 4 ਡਿਜਿਟ ਨੰਬਰ ਬਣਾਉਣ ਵਾਸਤੇ ਸਾਨੂੰ ਅਸੈਂਡਿੰਗ ਆਰਡਰ ਚਾਹੀਦਾ ਹੈ ਤੇ ਗ੍ਰੇਟੈਸਟ 4 ਡਿਜਿਟ ਨੰਬਰ ਬਣਾਉਣ ਵਾਸਤੇ ਸਾਨੂੰ ਜੋ ਹੈ ਡਿਸੈਂਡਿੰਗ ਆਰਡਰ ਚਾਹੀਦਾ ਹੈ। ਡਿਸੈਂਡਿੰਗ ਆਰਡਰ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਜੋ ਸਭ ਤੋਂ ਵੱਡਾ ਜੋ ਡਿਜਿਟ ਹੋਏਗਾ ਉਸ ਨੂੰ ਪਹਿਲਾਂ ਲਿਖਦੇ ਹਾਂ ਲੈਫਟ ਸਾਈਡ ਤੇ ਫਿਰ ਇਦਾਂ ਹੀ ਡਿਕਰੀਜ਼ ਕਰਦੇ ਕਰਦੇ ਜਿਹੜਾ ਸਭ ਤੋਂ ਛੋਟਾ ਨੰਬਰ ਹੁੰਦਾ ਹੈ ਉਹਨੂੰ ਰਾਈਟ ਸਾਈਡ ਤੇ ਲਿਖਦੇ ਹੁੰਦੇ ਆ। ਅਗਰ ਤੁਹਾਨੂੰ ਕੁਝ ਕਨਫਿਊਜ਼ਨ ਹੋਈ ਹੈ ਮੈਂ ਦੁਬਾਰਾ ਰਿਪੀਟ ਕਰਾਂਗਾ ਇਸ ਕੁਐਸਚਨ ਨੂੰ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਹਾਂਜੀ ਦੇਖੋ ਜਿਹੜਾ ਇਹ ਫਰਸਟ ਪਾਰਟ ਹੈ ਇਸ ਦੇ ਵਿੱਚ ਕੀ ਹੈ ਸਾਡੇ ਕੋਲ ਜੋ ਡਿਜਿਟਸ ਹੈ ਉਹ ਹੈ 2 3 1 7 ਤਾਂ ਇਹਦੇ ਵਿੱਚ ਬੱਚਿਓ ਅਸੀਂ ਅਸੈਂਡਿੰਗ ਆਰਡਰ ਦੇ ਵਿੱਚ ਇਹਨਾਂ ਨੂੰ ਅਰੇਂਜ ਕੀਤਾ ਹੈ। ਅਸੈਂਡਿੰਗ ਆਰਡਰ ਦਾ ਮੀਨਿੰਗ ਕੀ ਹੈ ਕਿ ਜਿਹੜਾ ਸਭ ਤੋਂ ਛੋਟਾ ਡਿਜਿਟ ਹੈ ਹੁਣ 2 3 1 7 ਇਹਨਾਂ ਦੇ ਵਿੱਚ ਸਭ ਤੋਂ ਜੋ ਛੋਟਾ ਡਿਜਿਟ ਹੈ ਉਹ ਕਿਹੜਾ ਹੈ 1 ਹੈ ਤਾਂ 1 ਨੂੰ ਅਸੀਂ ਲਿਖਿਆ ਹੈ ਲੈਫਟ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ। ਇਸ ਤੋਂ ਬਾਅਦ ਕੋਮਾ ਪਾ ਕੇ ਹੁਣ 1 ਤੋਂ ਗ੍ਰੇਟਰ ਹੋਏ ਅਗਲਾ ਡਿਜਿਟ ਤੇ ਦੇਖ ਸਕਦੇ ਹੋ ਤੁਸੀਂ 2 3 1 7 ਦੇ ਵਿੱਚੋਂ ਜੋ 2 ਹੈ ਉਹ ਜੋ ਹੈ 1 ਤੋਂ ਗ੍ਰੇਟਰ ਹੈ ਤੇ 3 ਤੋਂ ਜੋ ਹੈ ਉਹ ਲੈਸ ਹੈ ਤਾਂ ਇਟ ਮੀਨਸ 2 ਜੋ ਹੈ ਲੈਫਟ ਸਾਈਡ ਤੋਂ ਅਸੀਂ ਜੋ ਹੈ 1 ਤੋਂ ਬਾਅਦ ਲਿਖਾਂਗੇ ਕੋਮਾ ਪਾ ਕੇ। ਹਾਂਜੀ ਇਸ ਤੋਂ ਬਾਅਦ ਕਿਹੜਾ ਡਿਜਿਟ ਆਏਗਾ ਉਹ ਹੈ 3 ਤੇ ਇੱਥੇ ਇਹਨਾਂ ਨੇ ਕੋਮਾ ਨਹੀਂ ਪਾਇਆ ਹੋਇਆ ਹੈ ਤੁਸੀਂ ਇੱਥੇ ਕੋਮਾ ਇਨਸਰਟ ਕਰ ਲੈਣਾ ਹੈ 3 ਤੋਂ ਬਾਅਦ 1 2 3 7 7 ਸਭ ਤੋਂ ਅਖੀਰ ਦੇ ਵਿੱਚ ਕਿਉਂਕਿ 7 ਜੋ ਹੈ ਉਹ ਲਾਰਜੈਸਟ ਯਾਨੀ ਕਿ ਸਭ ਤੋਂ ਵੱਡਾ ਜੋ ਹੈ ਡਿਜਿਟ ਹੈ। ਇਹ ਹੈ ਅਸੈਂਡਿੰਗ ਆਰਡਰ ਛੋਟੇ ਮਤਲਬ ਨੰਬਰ ਤੋਂ ਸਟਾਰਟ ਕਰਕੇ ਅਸੀਂ ਵੱਡੇ ਜੋ ਹੈ ਨੰਬਰ ਤੱਕ ਜਾਂ ਡਿਜਿਟ ਤੱਕ ਜਾਣਾ ਹੁੰਦਾ ਹੈ। ਹਾਂਜੀ ਇਸ ਤੋਂ ਬਾਅਦ ਕਰਨਾ ਕੀ ਹੈ ਦੇਖੋ ਸਾਡਾ ਕੁਐਸਚਨ ਕੀ ਹੈ ਕਿ ਵਿਦਆਊਟ ਰੈਪੀਟੀਸ਼ਨ ਇਹਨਾਂ ਡਿਜਿਟਸ ਦਾ ਯੂਜ਼ ਕਰੋ ਤੇ ਗ੍ਰੇਟੈਸਟ ਤੇ ਸਮਾਲੈਸਟ 4 ਡਿਜਿਟ ਨੰਬਰ ਜੋ ਹੈ ਫਾਰਮ ਕਰੋ। ਰੈਪੀਟੀਸ਼ਨ ਵਿਦਆਊਟ ਰੈਪੀਟੀਸ਼ਨ ਦਾ ਮੀਨਿੰਗ ਕੀ ਹੈ ਕਿ ਜਿਵੇਂ ਸਾਡੇ ਕੋਲ ਇੱਥੇ 4 ਡਿਜਿਟਸ ਨੇ A ਪਾਰਟ ਦੇ ਵਿੱਚ 2 ਹੈ 3 ਹੈ 1 ਹੈ 7 ਹੈ ਅਸੀਂ ਇਹਨਾਂ ਨੂੰ ਇੱਕ ਤੋਂ ਜ਼ਿਆਦਾ ਵਾਰੀ ਯੂਜ਼ ਨਹੀਂ ਕਰ ਸਕਦੇ ਵੀ ਅਗਰ 2 ਜੋ ਹੈ ਇੱਕ ਵਾਰੀ ਯੂਜ਼ ਹੋ ਗਿਆ ਹੈ ਫਿਰ ਉਸ ਦਾ यूज दोबारा तो नहीं हो सकता। ਇਹਦਾ मीनिंग ਹੁੰਦਾ ਹੈ ਇਹ मीनिंग है विदाउट रेपिटेशन ਦਾ। ਹਾਂਜੀ ਜ਼ਰਾ ਧਿਆਨ ਨਾਲ ਦੇਖਣਾ ਸਾਡੇ ਕੋਲ ਜਿਵੇਂ 2 3 1 7 ਇਹ ਹੈਗੇ ਨੇ ਠੀਕ ਹੈ ਮੈਂ ਇੱਥੇ ਹੀ ਕਰ ਦੇਣਾ ਹਾਂ ਤਾਂ ਕਿ ਤੁਹਾਨੂੰ ਨਜ਼ਰ ਆਏ। ਹਾਂਜੀ ਸਾਡੇ ਕੋਲ ਹੈ 2 3 1 7 ਹੁਣ ਇਹਦੇ ਵਿੱਚ ਅਸੀਂ ਕਰਨਾ ਕੀ ਹੈ ਦੇਖੋ ਜਿਵੇਂ ਅਸੀਂ ਅਸੈਂਡਿੰਗ ਆਰਡਰ ਜੋ ਹੈ ਅਰੇਂਜ ਕੀਤਾ ਹੈ ਤੇ ਇਸੇ ਅਸੈਂਡਿੰਗ ਆਰਡਰ ਦਾ ਅਸੀਂ ਜੋ ਹੈ ਇੱਕ ਤਰ੍ਹਾਂ ਦਾ ਉਲਟਾ ਕ੍ਰਮ ਲੈ ਕੇ ਚੱਲਾਂਗੇ ਯਾਨੀ ਕਿ ਜੋ ਅਸੈਂਡਿੰਗ ਆਰਡਰ ਦੇ ਵਿੱਚ ਸਭ ਤੋਂ ਆਖਰੀ ਦੇ ਵਿੱਚ ਹੈ 7 ਉਸ ਨੂੰ ਪਹਿਲਾਂ ਠੀਕ ਹੈ ਫਿਰ ਉਸ ਤੋਂ ਬਾਅਦ ਕੀ ਹੈ 3 ਹੈ ਫਿਰ ਉਸ ਤੋਂ ਬਾਅਦ ਕੀ ਹੈ 2 ਹੈ ਫਿਰ ਉਸ ਤੋਂ ਬਾਅਦ ਕੀ ਹੈ 1 ਹੈ। ਇਹ ਬੱਚਿਓ ਅਸੀਂ ਗ੍ਰੇਟੈਸਟ ਨੰਬਰ ਬਣਾਇਆ ਹੈ ਇਹ ਅਸੀਂ ਗ੍ਰੇਟੈਸਟ ਨੰਬਰ ਜੋ ਹੈ ਬਣਾਇਆ ਹੈ ਤੇ ਜਦੋਂ ਅਸੀਂ ਗ੍ਰੇਟੈਸਟ ਨੰਬਰ ਲਿਖਣਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਤੁਸੀਂ ਕੋਮਾਸ ਨਹੀਂ ਲਗਾਣੇ ਕੋਮਾਸ ਇਨਸਰਟ ਨਹੀਂ ਕਰਨੇ। ਆਈ ਹੋਪ ਕਿ ਤੁਹਾਨੂੰ ਸ਼ਾਇਦ ਸਮਝ ਆ ਗਿਆ ਹੋਣਾ ਹੈ ਤੇ ਇਹ ਤਾਂ ਅਸੀਂ ਗ੍ਰੇਟੈਸਟ ਨੰਬਰ ਬਣਾ ਲਿਆ ਹੈ। ਅਗਰ ਅਸੀਂ ਸਮਾਲੈਸਟ ਨੰਬਰ ਬਣਾਉਣਾ ਹੁੰਦਾ ਫਿਰ ਅਸੀਂ ਕੀ ਕਰਦੇ ਜੋ ਅਸੈਂਡਿੰਗ ਆਰਡਰ ਹੈ ਜਿਵੇਂ 1 ਹੈ 2 ਹੈ 3 ਹੈ 7 ਹੈ ਇਸ ਨੂੰ ਐਜ਼ ਇਟ ਇਜ਼ ਲਿਖ ਦੇਣਾ ਹੈ 1 2 3 7 ਇਹ ਜੋ ਹੈ ਸਮਾਲੈਸਟ ਨੰਬਰ ਹੈ। ਦੇਖੋ ਇੱਕ ਮੈਥਡ ਤਾਂ ਇਹ ਹੈ ਅਗਰ ਇਸ ਮੈਥਡ ਦੇ ਨਾਲ ਸਮਝ ਆ ਗਿਆ ਹੈ ਠੀਕ ਹੈ ਨਹੀਂ ਤਾਂ ਜੋ B ਪਾਰਟ ਹੈ ਉਹ ਮੈਂ ਤੁਹਾਨੂੰ ਆਪਣੇ ਮੈਥਡ ਦੇ ਨਾਲ ਕਰਵਾਵਾਂਗਾ। ਹਾਂਜੀ ਇੱਕ ਵਾਰੀ B ਪਾਰਟ ਤੇ ਜਾਣ ਤੋਂ ਪਹਿਲਾਂ ਰਿਪੀਟ ਕਰ ਦੇਣਾ ਹਾਂ ਕਿ ਅਸੀਂ ਕੀਤਾ ਕੀ ਹੈ ਤਾਂ ਕਿ ਕੁਝ ਬੱਚਿਆਂ ਨੂੰ ਜੋ ਹੈ ਮੈਨੂੰ ਲੱਗਦਾ ਕਨਫਿਊਜ਼ਨ ਹੋਈ ਹੋਏਗੀ ਇਸ ਕੁਐਸਚਨ ਦੇ ਵਿੱਚ ਤਾਂ ਉਹਨਾਂ ਦੀ ਕਨਫਿਊਜ਼ਨ ਦੂਰ ਹੋ ਸਕੇ। ਹਾਂਜੀ ਸਾਡੇ ਕੋਲ ਜੋ ਹੈ 2 3 1 7 ਇਹ ਜੋ ਹੈ ਡਿਜਿਟਸ ਜੋ ਹੈ ਗਿਵਨ ਹੈ ਅਸੀਂ ਇਹਨਾਂ ਡਿਜਿਟਸ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰ ਲਿਆ ਹੈ 1 2 3 7 ਤੇ ਇਸ ਤੋਂ ਬਾਅਦ ਜਦੋਂ ਅਸੀਂ ਗ੍ਰੇਟੈਸਟ ਨੰਬਰ ਬਣਾਉਣਾ ਹੈ ਤਾਂ ਫਿਰ ਅਸੀਂ ਅਸੈਂਡਿੰਗ ਆਰਡਰ ਨੂੰ ਉਲਟੇ ਕ੍ਰਮ ਦੇ ਵਿੱਚ ਚਲਾਵਾਂਗੇ ਯਾਨੀ ਕਿ 7 ਸਭ ਤੋਂ ਪਹਿਲਾਂ 3 ਜੋ ਹੈ ਉਸ ਤੋਂ ਬਾਅਦ 2 ਜੋ ਹੈ 3 ਤੋਂ ਬਾਅਦ ਤੇ 1 ਜੋ ਹੈ ਅਖੀਰ ਦੇ ਵਿੱਚ ਇਸ ਤਰ੍ਹਾਂ ਤਾਂ ਸਾਡਾ ਜੋ ਹੈ ਗ੍ਰੇਟੈਸਟ ਨੰਬਰ ਜੋ ਹੈ ਬਣ ਜਾਏਗਾ ਠੀਕ ਹੈ। ਸਮਾਲੈਸਟ ਨੰਬਰ ਵਾਸਤੇ ਜੋ ਅਸੈਂਡਿੰਗ ਆਰਡਰ ਦੇ ਡਿਜਿਟਸ ਨੇ ਜਿਵੇਂ 1 ਹੈ 2 ਹੈ 3 ਹੈ 7 ਹੈ ਇਹਨਾਂ ਨੂੰ ਅਸੀਂ ਐਜ਼ ਇਟ ਇਜ਼ ਰੱਖ ਦਾਂਗੇ। ਹਾਂਜੀ ਤੇ ਜਦੋਂ ਵੀ ਅਸੀਂ ਗ੍ਰੇਟੈਸਟ ਤੇ ਸਮਾਲੈਸਟ ਨੰਬਰਸ ਬਣਾਉਣੇ ਹੈ ਇੱਕ ਗੱਲ ਦਾ ਧਿਆਨ ਰੱਖਣਾ ਕਿਉਂਕਿ ਬੱਚੇ ਜੋ ਹੈ ਐਗਜ਼ਾਮ ਦੇ ਵਿੱਚ ਇਹ ਮਿਸਟੇਕ ਕਰਕੇ ਆਉਂਦੇ ਹੈ ਉਹ ਕੋਮਾਸ ਲਗਾਉਂਦੇ ਹੈ। ਦੇਖੋ ਨੰਬਰਸ ਦੇ ਵਿੱਚ ਜਦ ਤੁਸੀਂ ਨੰਬਰਸ ਬਣਾ ਰਹੇ ਹੋ ਇਹਨਾਂ ਡਿਜਿਟਸ ਤੋਂ ਤਾਂ ਤੁਸੀਂ ਕੋਮਾਸ ਨਹੀਂ ਲਗਾਉਣੇ ਹੈ। ਹਾਂਜੀ एग्जाम्पल 4 ਦਾ ਜੋ B ਪਾਰਟ ਹੈ ਉਸ 'ਚ ਸਾਡੇ ਕੋਲ ਡਿਜਿਟਸ ਹੈ 4902 ਇਹ ਵਾਲਾ ਜੋ ਹੈ ਇਹ ਮੈਂ ਤੁਹਾਨੂੰ ਆਪਣੇ ਹੀ ਮੈਥਡ ਦੇ ਨਾਲ ਕਰਵਾ ਦਿੰਦਾ ਹਾਂ। ਹਾਂਜੀ ਡਿਜਿਟਸ ਹੈ ਸਾਡੇ ਕੋਲ 4902 ਦੇਖੋ ਜਦੋਂ ਤੁਸੀਂ ਗ੍ਰੇਟੈਸਟ ਨੰਬਰ ਬਣਾਉਣਾ ਹੈ ਤਾਂ ਤੁਸੀਂ ਇੱਕ ਤਾਂ ਲਿਖ ਦੇਣਾ ਹੈ ਵੀ ਗ੍ਰੇਟੈਸਟ ਨੰਬਰ GREATEST ਠੀਕ ਹੈ ਗ੍ਰੇਟੈਸਟ ਨੰਬਰ NUMBER ਇਕੁਅਲ ਟੂ ਗ੍ਰੇਟੈਸਟ ਨੰਬਰ ਲਿਖ ਕੇ ਤੇ ਉਹਦੇ ਸਾਹਮਣੇ ਜੋ ਹੈ ਇਕੁਅਲ ਟੂ ਦਾ ਸਾਈਨ ਪਾ ਕੇ ਫਿਰ ਤੁਸੀਂ ਇਸ ਜਗ੍ਹਾ ਤੇ ਜੋ ਹੈ ਉਹ ਨੰਬਰ ਲਿਖਣਾ ਹੈ
ਤੇ ਮੇਰੇ ਕੋਲ ਇਹ ਸਪੇਸ ਇਨਫ ਨਹੀਂ ਹੈ, ਮੈਂ ਨੀਚੇ ਲਿਖਾਂਗਾ, ਬਟ ਤੁਸੀਂ ਗ੍ਰੇਟੈਸਟ ਨੰਬਰ ਜੋ ਇਹ ਇੰਗਲਿਸ਼ ਦੇ ਵਿੱਚ ਲਿਖਿਆ ਹੈ ਇਕੁਅਲ ਟੂ ਦਾ ਸਾਈਨ ਪਾ ਕੇ ਫਿਰ ਜੋ ਹੈ ਉਹਦੇ ਸਾਹਮਣੇ ਹੀ ਲਿਖ ਕੇ ਆਣਾ ਹੈ ਗ੍ਰੇਟੈਸਟ ਨੰਬਰ। ਹਾਂਜੀ, ਹੁਣ ਅਸੀਂ ਗੱਲ ਕਰਦੇ ਹਾਂ ਵੀ ਗ੍ਰੇਟੈਸਟ ਨੰਬਰ ਅਸੀਂ ਬਣਾਉਣਾ ਕਿੱਦਾਂ ਹੈ। ਦੇਖੋ 4902 ਇਹਨਾਂ ਦੇ ਵਿੱਚੋਂ ਲਾਰਜੈਸਟ ਯਾਨੀ ਕਿ ਸਭ ਤੋਂ ਜੋ ਵੱਡਾ ਜੋ ਗ੍ਰੇਟੈਸਟ ਡਿਜਿਟ ਹੈ, ਠੀਕ ਹੈ, ਉਹ ਕਿਹੜਾ ਹੈ 4902 ਦੇ ਵਿੱਚੋਂ 9 ਹੈ, ਤਾਂ ਉਹ ਆਏਗਾ ਸਭ ਤੋਂ ਪਹਿਲਾਂ। ਹਾਂਜੀ, ਇਸ ਤੋਂ ਬਾਅਦ 9 ਤਾਂ ਆ ਚੁੱਕਿਆ ਹੈ, ਹੁਣ ਰਹਿ ਗਿਆ ਹੈ ਸਾਡੇ ਕੋਲ 4 0 ਅਤੇ 2, ਤੇ ਹੁਣ ਅਸੀਂ 402 ਦੇ ਵਿੱਚੋਂ ਦੇਖਣਾ ਹੈ ਵੀ ਕਿਹੜਾ ਜੋ ਹੈ ਡਿਜਿਟ ਉਹ ਲਾਰਜੈਸਟ ਹੈ ਜਾਂ ਗ੍ਰੇਟੈਸਟ ਹੈ, ਤਾਂ 4 ਜੋ ਹੈ ਉਹ ਗ੍ਰੇਟੈਸਟ ਹੈ 402 ਦੇ ਵਿੱਚੋਂ। ਹਾਂਜੀ, ਇਸ ਤੋਂ ਬਾਅਦ ਸਾਡੇ ਕੋਲ ਦੋ ਹੀ ਰਹਿ ਗਏ ਹੈ 0 ਔਰ 2, ਤੇ 0 ਔਰ 2 ਦੇ ਵਿੱਚੋਂ ਜੋ 2 ਹੈ ਉਹ ਜੋ ਹੈ ਗ੍ਰੇਟੈਸਟ ਹੈ, ਤਾਂ ਉਹ ਆਏਗਾ। ਠੀਕ ਹੈ, 0 ਜੋ ਕਿ ਸਭ ਤੋਂ ਸਮਾਲੈਸਟ ਸੀ ਇਹਨਾਂ ਚਾਰਾਂ ਦੇ ਵਿੱਚੋਂ, ਉਸ ਨੂੰ ਅਸੀਂ ਲਿਖਾਂਗੇ ਸਭ ਤੋਂ ਅਖੀਰ ਦੇ ਵਿੱਚ, ਤਾਂ ਇਹ ਹੋ ਜਾਏਗਾ ਸਾਡਾ ਗ੍ਰੇਟੈਸਟ ਨੰਬਰ 4902 ਤੋਂ 9420 ਇਜ਼ ਦਾ ਗ੍ਰੇਟੈਸਟ ਨੰਬਰ। ਹਾਂਜੀ, ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਕੋਮਾਸ ਨਹੀਂ ਲਗਾਏ ਹੈ, ਇਸ ਗੱਲ ਨੂੰ ਮੈਂ ਰਿਪੀਟ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਸਮਝ ਆ ਜਾਏ ਔਰ ਐਗਜ਼ਾਮ ਦੇ ਅੰਦਰ ਮਿਸਟੇਕ ਨਾ ਕਰਨਾ ਕੋਮਾਸ ਲਗਾਉਣ ਦੀ। ਹਾਂਜੀ, ਇਸ ਤੋਂ ਬਾਅਦ ਸਾਨੂੰ ਸਮਾਲੈਸਟ ਨੰਬਰ ਬਣਾਉਣਾ ਹੈ, ਤਾਂ ਜਿਵੇਂ ਇੱਥੇ ਮੈਂ ਗ੍ਰੇਟੈਸਟ ਲਿਖਿਆ ਸੀ, ਤਾਂ ਗ੍ਰੇਟੈਸਟ ਨੂੰ ਮਤਲਬ ਜੋ ਹੈ ਸੇਮ ਇਸੇ ਤਰ੍ਹਾਂ ਜੋ ਹੈ ਤੁਸੀਂ ਸਮਾਲੈਸਟ ਨੰਬਰ ਲਿਖੋਗੇ ਇੰਗਲਿਸ਼ ਦੇ ਵਿੱਚ, ਫਿਰ ਇਕੁਅਲ ਟੂ ਦਾ ਸਾਈਨ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਮਾਲੈਸਟ ਨੰਬਰ ਬਣਾਉਣਾ ਹੈ ਤਾਂ ਤੁਸੀਂ ਦੇਖੋ ਹੁਣ ਸਟਾਰਟਿੰਗ ਕਿਵੇਂ ਕਰਨੀ ਹੈ। ਇੱਥੇ ਸਟਾਰਟਿੰਗ ਹੀ ਇੰਪੋਰਟੈਂਟ ਹੈ, ਕਿਉਂਕਿ ਜਦ ਅਸੀਂ ਗ੍ਰੇਟੈਸਟ ਨੰਬਰ ਬਣਾਇਆ ਹੈ ਫਿਰ ਤਾਂ ਅਸੀਂ 9 ਨੂੰ ਸਭ ਤੋਂ ਪਹਿਲਾਂ ਰੱਖ ਲਿਆ ਸੀ। ਹੁਣ ਸਮਾਲੈਸਟ ਦੀ ਗੱਲ ਕਰੀਏ ਤਾਂ ਅਸੀਂ ਸਭ ਤੋਂ ਛੋਟੇ ਡਿਜਿਟ ਤੋਂ ਸਟਾਰਟ ਕਰਨਾ ਹੈ। ਹੁਣ 4902 ਦੇ ਵਿੱਚੋਂ ਜੋ 0 ਹੈ ਉਹ ਸਭ ਤੋਂ ਸਮਾਲੈਸਟ ਡਿਜਿਟ ਹੈ, ਬਟ ਇੱਥੇ ਇਹ ਮਿਸਟੇਕ ਨਹੀਂ ਕਰਨੀ ਹੈ। ਅਗਰ ਤੁਸੀਂ ਕਿਸੇ ਨੰਬਰ ਨੂੰ 0 ਤੋਂ ਸਟਾਰਟ ਕਰੋਗੇ, 0 ਜੋ ਹੈ ਸਿਗਨੀਫੀਕੈਂਟ ਨਹੀਂ ਕਾਊਂਟ ਹੁੰਦਾ। ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ, ਇੱਥੇ ਇਹਨਾਂ ਨੇ ਨੀਚੇ ਜੋ ਹੈ ਇੱਕ ਡੋਂਟ ਫੋਰਗੇਟ, ਇਹ ਦੇਖ ਸਕਦੇ ਹੋ ਤੁਸੀਂ, ਇੱਕ ਇਮੋਜੀ ਵੀ ਜੋ ਹੈ ਬਣਾ ਕੇ ਦਿੱਤਾ ਹੋਇਆ ਹੈ, ਇੱਕ ਛੋਟਾ ਜਿਹਾ ਨੋਟ ਹੈ। ਹਾਂਜੀ, ਬੀ ਕੇਅਰਫੁਲ, ਜ਼ਰਾ ਮੈਂ ਥੋੜਾ ਲਾਰਜ ਕਰਦਾ ਸਕਰੀਨ ਨੂੰ। ਹਾਂਜੀ, ਬੀ ਕੇਅਰਫੁਲ ਸਟੂਡੈਂਟਸ 0249 ਜਿਹੜੇ ਉਹ ਡਿਜਿਟਸ ਹੈਗੇ ਸੀ ਸਾਡੇ ਕੋਲ 4902 ਜਿਨ੍ਹਾਂ ਨੂੰ ਸਾਨੂੰ ਅਰੇਂਜ ਕਰਨਾ ਸੀ। ਹਾਂਜੀ, ਉਸੀ ਤੋਂ ਜੋ ਹੈ ਅਗਰ ਅਸੀਂ ਸਮਾਲੈਸਟ ਜੋ ਇਹਨਾਂ ਦੇ ਵਿੱਚੋਂ ਜੋ 4 ਡਿਜਿਟਸ ਸਾਨੂੰ ਗਿਵਨ ਹੈ 4 ਹੈ 9 ਹੈ 0 ਹੈ 2 ਹੈ, ਅਗਰ ਸਮਾਲੈਸਟ ਡਿਜਿਟ ਦੇਖੀਏ ਤਾਂ ਉਹ 0 ਹੈ, ਤਾਂ 0 तो अगर असी नंबर स्टार्ट करते हैं बनाना, ठीक है, बी केयरफुल स्टूडेंट्स 0249 इज नॉट द 4 डिजिट नंबर बिकॉज 0 इज नॉट सिग्निफिकेंट व्हेन इट ऑक्यूपाइज द एक्सट्रीम लेफ्ट पोजीशन। हेयर 0249 इज द 3 डिजिट नंबर। अगर 0 एक्सट्रीम लैफ्ट पोजीशन ते आ रहा है, मैं तुहानू दिखा देना हाँ जिवें ये है। हाँ जी, 0249 ਜਿਹੜਾ ਇਹ ਵਾਲਾ ਨੰਬਰ ਹੈ ਉਹ 0 ਤੋਂ ਸਟਾਰਟ ਹੋ ਰਿਹਾ ਹੈ, ਕਿਉਂਕਿ ਸਮਾਲੈਸਟ ਨੰਬਰ ਬਣਾਉਣਾ ਹੈ ਤਾਂ ਫਿਰ ਸਮਾਲੈਸਟ ਡਿਜਿਟ ਤੋਂ ਸਟਾਰਟ ਕਰਨਾ ਪਏਗਾ। ਤਾਂ 4902 ਦੇ ਵਿੱਚੋਂ ਜੋ ਸਮਾਲੈਸਟ ਡਿਜਿਟ ਹੈ ਉਹ 0 ਹੈ। ਅਗਰ ਅਸੀਂ 0 ਤੋਂ ਸਟਾਰਟ ਕਰਦੇ ਹਾਂ ਤਾਂ ਇਹ ਜੋ ਹੈ 4 ਡਿਜਿਟ ਵਾਲਾ ਜੋ ਨੰਬਰ ਹੈ ਉਹ ਕਾਊਂਟ ਹੀ ਨਹੀਂ ਹੋਏਗਾ। ਅਗਰ ਅਸੀਂ 0 ਤੋਂ ਸਟਾਰਟ ਕਰ ਰਹੇ ਹਾਂ ਤਾਂ ਫਿਰ ਇਹ ਨੰਬਰ ਜੋ ਹੈ 4 ਡਿਜਿਟਸ ਵਾਲਾ ਨੰਬਰ ਜੋ ਹੈ ਕਾਊਂਟ ਹੀ ਨਹੀਂ ਹੋਏਗਾ। क्योंकि इसका रीज़न की है बिकॉज 0 इज़ नॉट सिग्निफिकेंट, क्योंकि 0 जो है वो सिग्निफिकेंट नहीं होता है वैन इट ऑक्यूपाइज द एक्सट्रीम लैफ्ट पोजीशन। एक्सट्रीम लैफ्ट यानी कि लैफ्ट ਦੇ ਵਿੱਚ ਜਦ ਇਹ ਬਿਲਕੁਲ ਹੀ ਅਖੀਰ ਦੇ ਵਿੱਚ ਆ ਜਾਂਦਾ ਹੈ ਲੈਫਟ ਵਾਲੀ ਜਗ੍ਹਾ ਤੇ, ਤਾਂ ਉੱਥੇ ਜੋ ਹੈ ਸਿਗਨੀਫਿਕੈਂਟ ਨਹੀਂ ਹੁੰਦਾ। ਵੀ ਅਗਰ ਕੋਈ ਨੰਬਰ 0 ਤੋਂ ਸਟਾਰਟ ਹੋਏ ਤਾਂ ਉਸ ਨੰਬਰ ਦੇ ਵਿੱਚ 0 ਕਾਊਂਟ ਨਹੀਂ ਹੁੰਦਾ। हेयर 0249 इज़ द 3 डिजिट नंबर। तो अगर असी इदा लिखते हैं 0249 तो ये जो है साडा 3 डिजिट नंबर काउंट होएगा, यानी कि 249 काउंट होंगे और 0 जो है वो काउंट नहीं होएगा। इससे काफ़ी टाइम लग गया है क्योंकि बच्चे एग्जाम के ये मिसटेक करके आते हैं, तां ही मैं इसमें एक्सप्लेन किया है भी 0 ਨੂੰ असी एक्सट्रीम लैफ्ट के उपर नहीं रखना है। हाँ जी, ਸਾਡੇ ਕੋਲ ਡਿਜਿਟਸ ਹੈ 4902 ਤੇ ਅਸੀਂ ਜੋ ਹੈ ਹੁਣ 4 ਡਿਜਿਟ ਗ੍ਰੇਟੈਸਟ ਨੰਬਰ ਜਦੋਂ ਬਣਾਉਣਾ ਹੈ ਤਾਂ ਅਸੀਂ ਕੀ ਕਰਾਂਗੇ ਬੱਚਿਓ ਕਿ ਜੋ ਇਹਨਾਂ ਦੇ ਵਿੱਚੋਂ ਗ੍ਰੇਟੈਸਟ ਡਿਜਿਟ ਹੈ ਜਿਵੇਂ 9 ਹੈ ਉਸ ਨੂੰ ਅਸੀਂ ਪਹਿਲਾ ਰੱਖ ਦਿੱਤਾ, ਫਿਰ ਉਸ ਤੋਂ ਬਾਅਦ 4 ਆ ਗਿਆ, ਫਿਰ 2 ਆਇਆ ਤੇ ਫਿਰ 0 ਆ ਗਿਆ। ਇੱਦਾਂ ਹੀ ਬੱਚਿਓ ਅਸੀਂ ਜੋ ਹੈ ਸਮਾਲੈਸਟ 4 ਡਿਜਿਟ ਨੰਬਰ ਜੋ ਹੈ ਬਣਾਉਣਾ ਹੈ ਤੇ ਬਸ ਇਸ 'ਚ ਅਸੀਂ ਜੋ 0 ਹੈ ਉਸ ਨੂੰ ਲੈਫਟ ਪੋਜੀਸ਼ਨ ਤੋਂ ਸਟਾਰਟ ਨਹੀਂ ਕਰਨਾ ਹੈ, ਜੋ 0 ਤੋਂ ਨੈਕਸਟ ਜੋ ਸਮਾਲੈਸਟ ਨੰਬਰ ਹੈ ਅਸੀਂ ਉਸ ਤੋਂ ਸਟਾਰਟ ਕਰਨਾ ਹੈ। ਹਾਂਜੀ, देखो 0 तो स्मॉलेस्ट नहीं मैं कह रहा हाँ, जो इन्हां चारां दे विच 0 तो ग्रेटर है, लेकिन बाकी जोड़े 2 है जिवें 4 और 9 उन्हां तो जो है स्मॉलर है। हाँ जी, अगर असी गल करिए 4 9 और 2 की, 0 तो मैं काउंट हाले कर ही नहीं रहा। हाँ जी, 4 9 और 2 दे विचों जो है बच्चों जो 2 है वो स्मॉलेस्ट है, तो असी स्टार्ट करांगे अपना जो 4 डिजिट नंबर है स्मॉलेस्ट उसनों असी स्टार्ट करना है 2 तो, फिर असी लिखांगे 0।
ਤੇ ਇਸ ਤੋਂ ਬਾਅਦ ਬੱਚਿਓ ਹੁਣ ਸਾਡੇ ਕੋਲ ਜੋ ਹੈ ਦੋ ਹੀ ਡਿਜਿਟਸ ਰਹਿ ਗਏ ਨੇ 4 ਅਤੇ 9। ਹੁਣ ਅਸੀਂ ਜੋ ਹੈ 4 ਲਿਖਾਂਗੇ ਕਿਉਂਕਿ ਜੋ 4 ਹੈ ਉਹ 9 ਤੋਂ ਸਮਾਲੈਸਟ ਹੈ ਤੇ ਫਿਰ ਅਸੀਂ 9 ਲਿਖਾਂਗੇ। ਹਾਂਜੀ, ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। एग्जाम्पल 5 है, यूजिंग एनी वन डिजिट ट्वाइस मेक द ग्रेटेस्ट एंड स्मॉलेस्ट 4 डिजिट नंबर। देखो जो ए पार्ट है और जो बी पार्ट है इस ਦੇ ਵਿੱਚ ਸਾਨੂੰ ਕੁਝ ਡਿਜਿਟਸ ਦਿੱਤੇ ਗਏ ਨੇ 3 ਡਿਜਿਟਸ ਦੋਵਾਂ ਦੇ ਵਿੱਚ ਦਿੱਤੇ ਗਏ ਨੇ। ए ਦੇ ਵਿੱਚ ਹਨ 5 2 ਔਰ 8 ਤੇ ਜੋ ਬੀ ਪਾਰਟ ਹੈ ਉਸ ਦੇ ਵਿੱਚ ਹਨ 7 0 ਅਤੇ 2। ਸਾਨੂੰ ਇਹਨਾਂ ਦਾ ਯੂਜ਼ ਕਰਕੇ ਦੇਖੋ ਸਾਨੂੰ ਡਿਜਿਟਸ ਦਿੱਤੇ ਹੈ ਉਹਨਾਂ ਨੇ 3 ਠੀਕ ਹੈ ਤੇ ਸਾਨੂੰ ਉਹਨਾਂ ਨੇ ਕਿਹਾ ਹੈ ਗ੍ਰੇਟੈਸਟ ਤੇ ਸਮਾਲੈਸਟ 4 ਡਿਜਿਟ ਨੰਬਰ ਬਣਾਉਣਾ ਹੈ। ਸਾਨੂੰ 3 ਡਿਜਿਟਸ ਦੇ ਨਾਲ ਜੋ ਹੈ ਗ੍ਰੇਟੈਸਟ ਤੇ ਸਮਾਲੈਸਟ 4 ਡਿਜਿਟ ਨੰਬਰ ਬਣਾਉਣਾ ਹੈ। ਹੁਣ ਇੱਦਾਂ ਕਿਵੇਂ ਹੋ ਸਕਦਾ ਹੈ? ਉਹਨਾਂ ਨੇ ਇੱਕ ਕੰਡੀਸ਼ਨ ਜੋ ਹੈ ਮੈਂਸ਼ਨ ਕਰ ਦਿੱਤੀ ਹੈ। ਉਹ ਕੰਡੀਸ਼ਨ ਕੀ ਹੈ ਕਿ ਅਸੀਂ ਜੋ ਹੈ ਯੂਜ਼ਿੰਗ ਐਨੀ ਵਨ ਡਿਜਿਟ ਟਵਾਈਸ ਦਾ ਮੀਨਿੰਗ ਕੀ ਹੁੰਦਾ ਹੈ ਵੀ ਅਸੀਂ ਇਹਨਾਂ ਤਿੰਨਾਂ ਡਿਜਿਟਸ ਦੇ ਵਿੱਚੋਂ ਜਿਵੇਂ 5 ਹੈ 2 ਹੈ 8 ਹੈ ਇਹਨਾਂ ਤਿੰਨਾਂ ਡਿਜਿਟਸ ਦੇ ਵਿੱਚੋਂ ਕਿਸੇ ਇੱਕ ਡਿਜਿਟ ਨੂੰ ਅਸੀਂ 2 ਵਾਰੀ ਯਾਨੀ ਕਿ ਟਵਾਈਸ ਜੋ ਹੈ ਯੂਜ਼ ਕਰ ਸਕਦੇ ਹਾਂ। ਹਾਂਜੀ, ਤਾਂ ਚਲੋ ਸਟਾਰਟ ਕਰਦੇ ਹਾਂ ਜੀ। ਜਦੋਂ ਅਸੀਂ ਗ੍ਰੇਟੈਸਟ ਨੰਬਰ ਬਣਾਉਣਾ ਹੈ, ਦੇਖੋ ਗ੍ਰੇਟੈਸਟ ਨੰਬਰ ਵਾਸਤੇ ਅਸੀਂ ਕੀ ਕਰਾਂਗੇ? ਦੇਖੋ 5 2 ਔਰ 8 ਹਾਂਜੀ ਇਹਨਾਂ ਦੇ ਵਿੱਚੋਂ ਜੋ ਗ੍ਰੇਟੈਸਟ ਡਿਜਿਟ ਹੈ ਤੇ 5 2 ਅਤੇ 8 ਦੇ ਵਿੱਚੋਂ ਗ੍ਰੇਟੈਸਟ ਡਿਜਿਟ ਕਿਹੜਾ ਹੈ? 8 ਹੈ ਠੀਕ ਹੈ। ਹਾਂਜੀ, ਤੇ ਜਦੋਂ ਅਸੀਂ ਗ੍ਰੇਟੈਸਟ ਨੰਬਰ ਬਣਾ ਰਹੇ ਹਾਂ ਬੱਚਿਓ ਅਸੀਂ ਇसी ਡਿਜਿਟ ਨੂੰ ਜੋ ਹੈ 8 ਨੂੰ ਜੋ ਹੈ ਰਿਪੀਟ ਕਰਵਾਵਾਂਗੇ 8 ਔਰ 8 ਕਿਉਂਕਿ ਸਾਨੂੰ 4 ਡਿਜਿਟ ਨੰਬਰ ਬਣਾਉਣਾ ਹੈ ਬੱਚਿਓ। ਇਸ ਗੱਲ ਦਾ ਤੁਸੀਂ ਜ਼ਰਾ ਧਿਆਨ ਰੱਖਣਾ। ਹਾਂਜੀ, ਹੁਣ ਸਾਡੇ ਕੋਲ 2 ਔਰ 5 ਨੇ ਤੇ 2 ਔਰ 5 ਦੇ ਵਿੱਚੋਂ ਬੱਚਿਓ ਕਿਹੜਾ ਗ੍ਰੇਟਰ ਹੈ? ਉਹ ਹੈ 5 ਤੇ ਇਸ ਤੋਂ ਬਾਅਦ ਬੱਚਿਓ ਜੋ 2 ਹੈ ਜੋ ਕਿ ਅਖੀਰ ਦੇ ਵਿੱਚ ਸਾਡੇ ਕੋਲ ਰਹਿ ਗਿਆ ਹੈ ਇਹ ਸਾਡਾ ਜੋ ਹੈ ਬੱਚਿਓ ਗ੍ਰੇਟੈਸਟ 4 ਡਿਜਿਟ ਨੰਬਰ ਹੈ। ਇਹਦੇ ਵਿੱਚ ਜਿਹੜਾ 8 ਹੈ ਉਹ ਜੋ ਹੈ ਟਵਾਈਸ ਆ ਰਿਹਾ ਹੈ, ਟਵਾਈਸ ਯਾਨੀ ਕਿ 2 ਵਾਰੀ ਜੋ ਹੈ ਰਿਪੀਟ ਹੋ ਰਿਹਾ ਹੈ ਕਿਉਂਕਿ ਸਾਡੇ ਕੋਲ ਇੱਕ ਕੰਡੀਸ਼ਨ ਸਾਨੂੰ ਗਿਵਨ ਹੈ ਵੀ ਅਸੀਂ ਕਿਸੇ ਇੱਕ ਡਿਜਿਟ ਨੂੰ ਯਾਨੀ ਕਿ ਜਿਵੇਂ 5 ਹੈ 2 ਹੈ ਔਰ 8 ਹੈ ਤਾਂ ਅਸੀਂ ਇਹਨਾਂ ਦੇ ਵਿੱਚੋਂ ਕਿਸੇ ਇੱਕ ਡਿਜਿਟ ਨੂੰ ਜੋ ਹੈ ਅਸੀਂ ਯੂਜ਼ ਕਰ ਸਕਦੇ ਹਾਂ ਟਵਾਈਸ ਯਾਨੀ ਕਿ 2 ਵਾਰੀ। ਹਾਂਜੀ, ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਬਣਾਉਣਾ ਹੈ ਸਮਾਲੈਸਟ 4 ਡਿਜਿਟ ਨੰਬਰ। ਤਾਂ ਸਮਾਲੈਸਟ ਵਾਸਤੇ ਕੀ ਹੈ ਬੱਚਿਓ? ਦੇਖੋ ਜਿਵੇਂ ਅਸੀਂ ਗ੍ਰੇਟੈਸਟ ਵਾਸਤੇ ਜੋ ਤਿੰਨਾਂ ਦੇ ਵਿੱਚੋਂ ਗ੍ਰੇਟੈਸਟ ਡਿਜਿਟ ਸੀ ਉਸ ਤੋਂ ਸਟਾਰਟ ਕੀਤਾ ਸੀ, ਸਮਾਲੈਸਟ ਵਾਸਤੇ ਅਸੀਂ ਜੋ ਸਮਾਲੈਸਟ ਡਿਜਿਟ ਹੈ ਤਿੰਨਾਂ ਦੇ ਵਿੱਚੋਂ ਯਾਨੀ ਕਿ 5 2 ਔਰ 8 ਦੇ ਵਿੱਚੋਂ ਉਸ ਤੋਂ ਸਟਾਰਟ ਕਰਾਂਗੇ। ਤਾਂ 5 2 ਔਰ 8 ਦੇ ਵਿੱਚੋਂ ਕਿਹੜਾ ਸਮਾਲੈਸਟ ਹੈ? 2 ਹੈ ਠੀਕ ਹੈ। ਹਾਂਜੀ, ਸਮਾਲੈਸਟ ਡਿਜਿਟ ਵਾਸਤੇ ਅਸੀਂ 2 ਤੋਂ ਸਟਾਰਟ ਕਰਾਂਗੇ ਤਾਂ ਫਿਰ 2 ਨੂੰ ਹੀ ਜੋ ਹੈ ਰਿਪੀਟ ਕਰਾਂਗੇ। ਹਾਂਜੀ, ਫਿਰ ਇਸ ਤੋਂ ਬਾਅਦ ਬੱਚਿਓ ਅਸੀਂ ਦੇਖਣਾ ਹੈ 5 ਔਰ 8 ਦੇ ਵਿੱਚੋਂ ਕਿਹੜਾ ਸਮਾਲਰ ਹੈ? 5 ਸਮਾਲਰ ਹੈ। ਹਾਂਜੀ, ਤੇ ਫਿਰ ਲਾਸਟ ਜੋ ਹੈ ਉਹ 8 ਰਹਿ ਗਿਆ। ਹਾਂਜੀ, ਤਾਂ ਬੱਚਿਓ ਜੋ ਸਾਡਾ ਸਮਾਲੈਸਟ 4 ਡਿਜਿਟ ਨੰਬਰ ਹੈ ਇਹ ਹੈ ਸਾਡੇ ਕੋਲ 2258। ਇੱਦਾਂ ਹੀ ਅਸੀਂ ਇਹ ਜੋ 7 0 ਔਰ 2 ਹੈ ਇਸ ਦੇ ਨਾਲ ਜੋ ਹੈ ਅਸੀਂ 4 ਡਿਜਿਟ ਪਹਿਲਾਂ ਜੋ ਗ੍ਰੇਟੈਸਟ ਨੰਬਰ ਹੈ ਉਹ ਬਣਾਵਾਂਗੇ। ਗ੍ਰੇਟੈਸਟ ਨੰਬਰ ਵਾਸਤੇ ਅਸੀਂ ਗ੍ਰੇਟੈਸਟ ਡਿਜਿਟ ਤੋਂ ਸਟਾਰਟ ਕਰਨਾ ਹੈ ਤਾਂ 7 0 ਔਰ 2 ਦੇ ਵਿੱਚੋਂ ਗ੍ਰੇਟੈਸਟ ਡਿਜਿਟ ਕਿਹੜਾ ਹੈ? 7 ਹੈ। ਤਾਂ ਇਸ ਨੂੰ ਅਸੀਂ ਜੋ ਹੈ ਰਿਪੀਟ ਕਰਵਾਵਾਂਗੇ 7 ਨੂੰ। ਤਾਂ ਅਸੀਂ ਟਵਾਈਸ ਯਾਨੀ ਕਿ 2 ਵਾਰੀ ਜੋ ਹੈ 7 ਦਾ ਯੂਜ਼ ਕਰ ਲਿਆ ਹੈ ਇੱਕ ਡਿਜਿਟ ਦਾ। ਹਾਂਜੀ, ਹੁਣ ਇਸ ਤੋਂ ਬਾਅਦ ਬੱਚਿਓ ਸਾਡੇ ਕੋਲ 0 ਅਤੇ 2 ਹਨ। ਇਹਨਾਂ ਦੇ ਵਿੱਚੋਂ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਜੋ 2 ਹੈ ਉਹ 0 ਤੋਂ ਗ੍ਰੇਟਰ ਹੈ ਤਾਂ ਇਹ 2 ਜੋ ਹੈ ਅਸੀਂ ਪਹਿਲਾਂ ਲਿਖਾਂਗੇ ਫਿਰ 0। ਤਾਂ ਗ੍ਰੇਟੈਸਟ 4 ਡਿਜਿਟ ਨੰਬਰ ਕਿਹੜਾ ਹੈ? 7720 ਯਾਨੀ ਕਿ 7720। ਇੱਦਾਂ ਹੀ ਜਦੋਂ ਅਸੀਂ ਸਮਾਲੈਸਟ 4 ਡਿਜਿਟ ਨੰਬਰ ਬਣਾਉਣਾ ਹੈ ਤਾਂ ਅਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਜੋ ਸਮਾਲੈਸਟ ਹੈ ਉਸ ਤੋਂ ਸਟਾਰਟ ਕਰਾਂਗੇ। ਤਾਂ ਇੱਥੇ ਹੁਣ ਪ੍ਰੋਬਲਮ ਕੀ ਆ ਰਹੀ ਹੈ ਵੀ 0 ਵੀ ਦੇ ਰੱਖਿਆ ਹੈ। ਮੈਂ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਕਾਫੀ ਐਕਸਪਲੇਨ ਕਰ ਦਿੱਤਾ ਹੈ ਕਿ ਅਸੀਂ 0 ਤੋਂ ਨੰਬਰ ਨੂੰ ਸਟਾਰਟ ਨਹੀਂ ਕਰ ਸਕਦੇ ਕਿਉਂਕਿ ਐਕਸਟ੍ਰੀਮ ਲੈਫਟ ਪੋਜੀਸ਼ਨ ਦੇ ਉੱਪਰ 0 ਜੋ ਹੈ ਉਹ ਕਾਊਂਟ ਨਹੀਂ ਹੁੰਦਾ, ਸਿਗਨੀਫੀਕੈਂਟ ਨਹੀਂ ਹੁੰਦਾ। ਤਾਂ 0 ਤੋਂ ਅਸੀਂ ਸਟਾਰਟ ਨਹੀਂ ਕਰ ਸਕਦੇ। ਹਾਂਜੀ, ਇਟ ਮੀਨਸ ਕਿ ਸਾਡੇ ਕੋਲ 2 ਹੀ ਡਿਜਿਟਸ ਰਹਿ ਜਾਂਦੇ ਨੇ, ਇੱਕ ਤਾਂ 7 ਹੈ ਤੇ ਇੱਕ ਸਾਡੇ ਕੋਲ 2 ਹੈ। ਹੁਣ ਇਹਨਾਂ ਦੇ ਵਿੱਚੋਂ ਬੱਚਿਓ ਸਮਾਲੈਸਟ ਕਿਹੜਾ ਹੈ? 2 ਹੈ ਤਾਂ ਅਸੀਂ 2 ਤੋਂ ਸਟਾਰਟ ਕਰਾਂਗੇ। ਫਿਰ ਹੁਣ ਗੱਲ ਆਉਂਦੀ ਹੈ ਵੀ ਜਿਵੇਂ ਅਸੀਂ ਪਹਿਲਾਂ ਜੋ ਕੁਐਸਚਨ ਕੀਤੇ ਹੈ ਉਹਦੇ ਵਿੱਚ ਅਸੀਂ ਜੋ ਫਰਸਟ ਡਿਜਿਟ ਆਉਂਦਾ ਸੀ ਉਸ ਨੂੰ ਰਿਪੀਟ ਕਰਦੇ ਹੁੰਦੇ ਸੀ ਯਾਨੀ ਕਿ ਟਵਾਈਸ ਲਿਖਦੇ ਹੁੰਦੇ ਸੀ, 2 ਵਾਰੀ ਲਿਖਦੇ ਹੁੰਦੇ ਸੀ। ਵੀ ਇਸ ਦੇ ਵਿੱਚ ਵੀ ਕੀ ਅਸੀਂ ਜੋ ਹੈ ਇਸ 2 ਨੂੰ ਜੋ ਹੈ ਰਿਪੀਟ ਕਰਕੇ ਜੋ ਹੈ ਯਾਨੀ ਕਿ 22 ਲਿਖਾਂਗੇ? ਨਹੀਂ, ਇਹਦਾ ਆਨਸਰ ਹੈ ਨਹੀਂ। ਇਹਦਾ ਰੀਜ਼ਨ ਕੀ ਹੈ ਵੀ ਅਗਰ ਅਸੀਂ ਇਹ ਦੇਖਣਾ ਹੋਏ ਵੀ 2 ਔਰ 0 ਦੇ ਵਿੱਚੋਂ ਸਮਾਲੈਸਟ ਕਿਹੜਾ ਹੈ ਤਾਂ ਸਮਾਲੈਸਟ ਹੈ ਯਾਨੀ ਕਿ ਸਮਾਲਰ ਹੈ 0 ਤਾਂ ਅਸੀਂ ਇੱਥੇ 0 ਲਿਖਾਂਗੇ।
ਤੇ ਹੁਣ ਇਸ ਕੁਐਸਚਨ ਦੇ ਵਿੱਚ ਬੱਚਿਓ ਅਸੀਂ 0 ਨੂੰ ਰਿਪੀਟ ਕਰਵਾਵਾਂਗੇ 2 ਟਾਈਮਸ। ਅਸੀਂ 0 ਨੂੰ ਅੱਗੇ ਯਾਨੀ ਕਿ ਲੈਫਟ ਪੋਜੀਸ਼ਨ ਤੇ ਐਕਸਟ੍ਰੀਮ ਲੈਫਟ ਪੋਜੀਸ਼ਨ ਤੇ ਰਿਪੀਟ ਨਹੀਂ ਕਰਵਾ ਸਕਦੇ ਸੀ, ਕਿਉਂਕਿ ਅਗਰ ਅਸੀਂ 2 ਦੀ ਜਗ੍ਹਾ ਤੇ ਇਸ ਜਗ੍ਹਾ ਤੇ ਅਗਰ ਕਰਵਾਉਂਦੇ ਤਾਂ ਫਿਰ ਜ਼ੀਰੋਸ ਨੇ ਕਾਊਂਟ ਨਹੀਂ ਹੋਣਾ ਸੀ। ਹਾਂਜੀ, ਅਸੀਂ 0 ਨੂੰ ਜੋ ਹੈ ਟਵਾਈਸ ਯਾਨੀ ਕਿ 2 ਵਾਰੀ ਜੋ ਹੈ ਰਿਪੀਟ ਕਰਵਾ ਦਿੱਤਾ ਹੈ। ਹੁਣ ਸਾਡੇ ਕੋਲ ਰਹਿ ਕੀ ਗਿਆ ਹੈ, ਹੁਣ ਸਾਡੇ ਕੋਲ ਰਹਿ ਗਿਆ ਹੈ 7। ਤਾਂ ਜੋ ਸਮਾਲੈਸਟ 4 ਡਿਜਿਟ ਨੰਬਰ ਹੈ 7 0 ਔਰ 2 ਤੋਂ, ਉਹ ਹੈ 2007 ਯਾਨੀ ਕਿ 2007। ਐਗਜ਼ਾਮਪਲ 6 ਹੈ ਰੀਡ ਐਂਡ ਐਕਸਪੈਂਡ ਦਾ ਨੰਬਰਸ ਇਨ ਦਾ ਫੋਲੋਇੰਗ ਟੇਬਲ। ਇਹਦੇ ਵਿੱਚ ਬੱਚਿਓ ਇੱਕ ਤਾਂ ਸਾਨੂੰ ਨੰਬਰਸ ਦਿੱਤੇ ਗਏ ਨੇ, ਇਹ ਤੁਸੀਂ ਦੇਖ ਸਕਦੇ ਹੋ, ਤੇ ਇੱਕ ਜੋ ਹੈ ਬੱਚਿਓ ਸਾਨੂੰ ਨੰਬਰ ਨੇਮ ਦਿੱਤਾ ਗਿਆ ਹੈ ਤੇ ਇਹਨਾਂ ਨੂੰ ਬੱਚਿਓ ਐਕਸਪੈਂਡ ਕਰਕੇ ਦਿਖਾਇਆ ਗਿਆ ਹੈ। ਇਹ ਐਕਸਪੈਂਸ਼ਨ ਕਿਵੇਂ ਕੀਤੀ ਗਈ ਹੈ ਇਹ ਮੈਂ ਤੁਹਾਨੂੰ ਸਮਝਾ ਦੇਣਾ ਹਾਂ। ਦੇਖੋ ਕੁਐਸਚਨ ਦੇ ਵਿੱਚ ਕੀ ਹੈ ਵੀ ਰੀਡ ਐਂਡ ਐਕਸਪੈਂਡ ਦਾ ਨੰਬਰਸ ਇਨ ਦਾ ਫੋਲੋਇੰਗ ਟੇਬਲ। ਹੁਣ ਇਹ ਐਕਸਪੈਂਸ਼ਨ ਕਿਵੇਂ ਕਰਨੀ ਹੁੰਦੀ ਹੈ ਇਹ ਮੈਂ ਤੁਹਾਨੂੰ ਸਿਖਾ ਦੇਣਾ ਹਾਂ। ਤੇ ਨੰਬਰਸ ਦਾ ਨੇਮ ਕਿਵੇਂ ਹੈ ਇਹ ਤਾਂ ਸ਼ਾਇਦ ਤੁਹਾਨੂੰ ਲੋਅਰ ਕਲਾਸਿਸ ਦੇ ਵਿੱਚ ਸਿਖਾਇਆ ਹੀ ਗਿਆ ਹੋਏਗਾ। ਦੇਖੋ ਇਹ ਜੋ ਹੈ 27,000 ਹੈ ਤੇ ਅਗਲਾ ਨੰਬਰ ਜੋ ਹੈ ਉਹ 37,600 ਹੈ। ਇਵੇਂ ਹੀ 56,740 ਹੈ ਤੇ 69,563 ਹੈ। ਚਲੋ ਨੰਬਰਸ ਦੀ ਜੋ ਨੇਮਿੰਗ ਹੈ ਇਹ ਤਾਂ ਤੁਸੀਂ ਕਰ ਲੋਗੇ। ਐਕਸਪੈਂਸ਼ਨ ਕਿਵੇਂ ਕਰਨੀ ਹੈ ਵੈਸੇ ਤਾਂ ਲੋਅਰ ਕਲਾਸਿਸ ਦੇ ਵਿੱਚ ਤੁਸੀਂ ਇਹ ਕਰਕੇ ਆਏ ਹੋ ਐਕਸਪੈਂਸ਼ਨ, ਪਰ ਤਾਂ ਵੀ ਜੋ ਹੈ ਇਹ ਐਕਸਪੈਂਸ਼ਨ ਜੋ ਹੈ ਮੈਂ ਤੁਹਾਨੂੰ ਸਿਖਾ ਦੇਣਾ ਹਾਂ। ਹਾਂਜੀ, ਇਹ ਨਾ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਤਰ੍ਹਾਂ ਦਾ ਫਾਰਮੂਲਾ ਕਹਿ ਸਕਦੇ ਹੋ ਲਿਖਿਆ ਗਿਆ ਹੈ, ਪਲੇਸ ਵੈਲਿਊ ਆਫ ਅ ਡਿਜਿਟ ਇਜ਼ ਇਕੁਅਲ ਟੂ ਫੇਸ ਵੈਲਿਊ ਮਲਟੀਪਲਾਈਡ ਬਾਈ ਪੋਜੀਸ਼ਨ ਵੈਲਿਊ। ਹੁਣ ਗੱਲ ਇਹ ਆਉਂਦੀ ਹੈ ਵੀ ਪਲੇਸ ਵੈਲਿਊ ਕੀ ਹੈ, ਫੇਸ ਵੈਲਿਊ ਕੀ ਹੈ ਤੇ ਪੋਜੀਸ਼ਨ ਵੈਲਿਊ ਕੀ ਹੈ। ਦੇਖੋ ਜਿਵੇਂ ਸਾਡੇ ਕੋਲ ਨਾ ਇੱਕ ਨੰਬਰ ਹੈ 9678। ਇਸ ਨੰਬਰ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰ ਲੈਣਾ, ਠੀਕ ਹੈ, 9678। ਤੇ ਅਗਰ ਹੁਣ ਇਹਦੀ ਅਸੀਂ ਪਲੇਸ ਵੈਲਿਊ ਲਿਖਣੀ ਹੈ, ਦੇਖੋ ਦਾ ਡਿਜਿਟ 8 ਹੈਜ਼ ਦਾ ਪਲੇਸ ਵੈਲਿਊ। ਜਿਵੇਂ ਇਹ ਨੰਬਰ ਹੈ ਨਾ 9678, ਅਗਰ ਇਸ ਦੇ ਵਿੱਚੋਂ ਅਸੀਂ 8 ਦੀ ਜੋ ਹੈ ਪਲੇਸ ਵੈਲਿਊ ਨੂੰ ਲਿਖਣਾ ਹੈ ਤਾਂ ਅਸੀਂ ਕੀ ਕਰਾਂਗੇ, ਪਹਿਲਾਂ ਅਸੀਂ ਲਿਖਾਂਗੇ ਉਸ ਦੀ ਜੋ ਫੇਸ ਵੈਲਿਊ ਹੈ। ਫੇਸ ਵੈਲਿਊ ਯਾਨੀ ਕਿ ਜੋ ਨੰਬਰ ਜੋ ਡਿਜਿਟ ਖੁਦ ਹੈ, ਠੀਕ ਹੈ, ਜੋ ਡਿਜਿਟ ਮਤਲਬ ਜਿਵੇਂ 8 ਦੀ ਅਸੀਂ ਜੋ ਹੈ ਪਲੇਸ ਵੈਲਿਊ ਫਾਈਂਡ ਆਊਟ ਕਰਨੀ ਹੈ ਨਾ, ਤਾਂ 8 ਹੀ ਜੋ ਹੈ ਉਸ ਦੀ ਜੋ ਹੈ ਫੇਸ ਵੈਲਿਊ ਹੋ ਜਾਏਗੀ। ਹੁਣ ਮਲਟੀਪਲੀਕੇਸ਼ਨ ਦੇ ਵਿੱਚ ਜੋ 1 ਲਿਖਿਆ ਹੈ ਨਾ, ਇਹ 1 ਜੋ 1 ਆਇਆ ਹੈ ਬੱਚਿਓ ਉਹ ਉਸ ਦੀ ਪੋਜੀਸ਼ਨ ਦੇ ਕਰਕੇ ਆਇਆ ਹੈ। ਇਸ ਦੀ ਪੋਜੀਸ਼ਨ ਕੀ ਹੈ, ਇਹ 1s ਪਲੇਸ ਦੇ ਉੱਪਰ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਜੋ ਅਗਲੇ ਜੋ ਡਿਜਿਟਸ ਹੈ ਉਹਨਾਂ ਨੂੰ ਜ਼ਰਾ ਸਮਝੋ, ਉਸ ਦੇ ਨਾਲ ਹੋਰ ਜੋ ਹੈ ਕਲੀਅਰ ਹੋ ਜਾਏਗਾ। ਦੇਖੋ ਅਗਲਾ ਡਿਜਿਟ ਕਿਹੜਾ ਹੈ, 7 ਹੈ। ਅਗਰ ਅਸੀਂ 7 ਦੀ ਜੋ ਹੈ ਪਲੇਸ ਵੈਲਿਊ ਲਿਖਣੀ ਹੈ ਤਾਂ ਅਸੀਂ ਲਿਖਾਂਗੇ ਕਿ ਪਹਿਲਾਂ ਅਸੀਂ ਫੇਸ ਵੈਲਿਊ ਲਿਖਾਂਗੇ 7 ਦੀ, ਉਹ 7 ਹੀ ਹੋਏਗਾ, ਠੀਕ ਹੈ, 7। ਫਿਰ ਇਸ ਤੋਂ ਬਾਅਦ 7 ਦਾ ਜੋ ਪੋਜੀਸ਼ਨ ਵੈਲਿਊ ਹੈ, 7 ਕਿਸ ਪੋਜੀਸ਼ਨ ਤੇ ਹੈ, 10s ਪਲੇਸ ਤੇ ਹੈ, 10s ਜੋ ਹੈ ਉਸ ਦਾ ਪੋਜੀਸ਼ਨ ਹੈ, ਠੀਕ ਹੈ। ਤਾਂ ਜੋ 7 ਫੇਸ ਵੈਲਿਊ ਸੀ ਉਸ ਦੇ ਨਾਲ ਅਸੀਂ ਮਲਟੀਪਲਾਈ ਕਰਾਂਗੇ 10 ਨੂੰ, ਤੇ ਮਲਟੀਪਲਾਈ ਕਰਕੇ ਜੋ ਆਨਸਰ ਹੈ 7 ਮਲਟੀਪਲਾਈਡ ਬਾਈ 10 ਦੈਟ ਇਜ਼ ਇਕੁਅਲ ਟੂ 70। ਤਾਂ ਜੋ ਪਲੇਸ ਵੈਲਿਊ ਹੈ ਉਹ ਤੁਹਾਡੀ 70 ਕਾਊਂਟ ਹੋਏਗੀ। ਹਾਂਜੀ, ਇੱਦਾਂ ਹੀ ਅਸੀਂ ਬੱਚਿਓ 6 ਦੀ ਜੋ ਹੈ ਪਲੇਸ ਵੈਲਿਊ ਜੋ ਹੈ ਲਿਖਣੀ ਹੈ। ਤਾਂ 6 ਦੀ ਜੋ ਪਲੇਸ ਵੈਲਿਊ ਹੈ ਉਹਦੇ ਵਾਸਤੇ ਫੇਸ ਵੈਲਿਊ ਯਾਨੀ ਕਿ ਜੋ ਡਿਜਿਟ ਹੈ ਉਹ ਖੁਦ ਲਿਖਿਆ ਜਾਏਗਾ ਯਾਨੀ ਕਿ 6। ਫਿਰ ਇਸ ਤੋਂ ਬਾਅਦ 6 ਦੀ ਜੋ ਪੋਜੀਸ਼ਨ ਵੈਲਿਊ ਹੈ, ਪੋਜੀਸ਼ਨ ਵੈਲਿਊ ਕੀ ਹੈ, 6 ਦਾ ਪਲੇਸ ਕਿਹੜਾ ਹੈ, 100 ਪਲੇਸ ਦੇ ਉੱਪਰ ਹੈ 6। ਤਾਂ ਅਸੀਂ ਜੋ ਹੈ 6 ਨੂੰ ਮਲਟੀਪਲਾਈ ਕਰਾਂਗੇ 100 ਦੇ ਨਾਲ, 6 ਮਲਟੀਪਲੀਕੇਸ਼ਨ 100 ਦੈਟ ਇਜ਼ ਇਕੁਅਲ ਟੂ 600। ਇੱਦਾਂ ਹੀ ਬੱਚਿਓ ਜਿਹੜਾ 9 ਹੈ ਉਸ ਦੀ ਜੋ ਫੇਸ ਵੈਲਿਊ ਹੈ ਉਹ ਹੈ 9 ਯਾਨੀ ਕਿ ਡਿਜਿਟ ਖੁਦ ਹੈ, ਤੇ ਮਲਟੀਪਲੀਕੇਸ਼ਨ ਜੋ ਉਸ ਦਾ ਬੱਚਿਓ ਪੋਜੀਸ਼ਨ ਵੈਲਿਊ ਹੈ ਯਾਨੀ ਕਿ ਜੋ ਪਲੇਸ ਜਿਸ ਪਲੇਸ ਦੇ ਉੱਪਰ ਉਹ ਹੈ 1000 ਪਲੇਸ ਦੇ ਉੱਪਰ। ਤਾਂ 9 ਮਲਟੀਪਲੀਕੇਸ਼ਨ 1000 ਦੈਟ ਇਜ਼ ਇਕੁਅਲ ਟੂ 9000। ਇਹ ਜੋ ਬੱਚਿਓ ਅਸੀਂ ਫਾਰਮੂਲਾ ਯੂਜ਼ ਕੀਤਾ ਹੈ ਫੇਸ ਵੈਲਿਊ ਔਰ ਪੋਜੀਸ਼ਨ ਵੈਲਿਊ, ਇਹੀ ਜੋ ਹੈ ਅਸੀਂ ਬੱਚਿਓ ਜੋ ਐਗਜ਼ਾਮਪਲ 6 ਹੈ ਜਿੱਥੇ ਕਿ ਮੈਂ ਤੁਹਾਨੂੰ ਹੁਣੇ ਐਕਸਪੈਂਸ਼ਨ ਸਿਖਾਣੀ ਸੀ, ਐਕਸਪੈਂਸ਼ਨ ਦੇ ਵਿੱਚ ਇਹੀ ਰਿਲੇਸ਼ਨ ਇਹੀ ਫਾਰਮੂਲਾ ਜੋ ਹੈ ਉੱਥੇ ਯੂਜ਼ ਹੋ ਰਿਹਾ ਹੈ। ਤੇ ਜ਼ਰਾ ਧਿਆਨ ਨਾਲ ਇਸ ਨੂੰ ਆਪਣੇ ਦਿਮਾਗ ਦੇ ਵਿੱਚ ਜੋ ਹੈ ਨੋਟ ਕਰ ਲਓ। ਪਲੇਸ ਵੈਲਿਊ ਆਫ ਅ ਡਿਜਿਟ ਇਜ਼ ਇਕੁਅਲ ਟੂ ਫੇਸ ਵੈਲਿਊ ਮਲਟੀਪਲੀਕੇਸ਼ਨ ਪੋਜੀਸ਼ਨ ਵੈਲਿਊ। ਇਸ ਦਾ ਅਸੀਂ ਯੂਜ਼ ਕਰਾਂਗੇ ਐਗਜ਼ਾਮਪਲ ਨੰਬਰ 6 ਦੇ ਵਿੱਚ। ਹਾਂਜੀ, ਅਸੀਂ ਇੱਥੇ ਐਕਸਪੈਂਸ਼ਨ ਦੇ ਵਿੱਚ ਉਹੀ ਜਿਹੜਾ ਫਾਰਮੂਲਾ ਹੈ ਉਹਦਾ ਯੂਜ਼ ਕਰਨਾ ਹੈ। ਦੇਖੋ ਜਿਵੇਂ ਸਾਡੇ ਕੋਲ ਜੋ ਹੈ ਇੱਥੇ
0 0 0 ਦਿੱਤਾ ਗਿਆ ਹੈ। 0 ਦੀ ਪਲੇਸ ਵੈਲਿਊ ਨੂੰ ਲਿਖਣ ਦਾ ਕੋਈ ਜੋ ਹੈ ਮੀਨਿੰਗ ਨਹੀਂ ਹੁੰਦਾ ਹੈ, ਕਿਉਂਕਿ 0 ਦੀ ਜੋ ਪਲੇਸ ਵੈਲਿਊ ਹੈ ਉਹ 0 ਹੀ ਹੁੰਦੀ ਹੈ, ਕਿਉਂਕਿ ਜਦੋਂ ਫੇਸ ਵੈਲਿਊ ਦੇ ਨਾਲ ਅਸੀਂ ਉਸਦੀ ਪੋਜੀਸ਼ਨ ਵੈਲਿਊ ਨੂੰ ਮਲਟੀਪਲਾਈ ਕਰਾਂਗੇ ਤਾਂ ਉਹ ਜੋ ਆਨਸਰ ਹੈ ਉਹ 0 ਹੀ ਆਣਾ ਹੈ। ਹਾਂਜੀ, ਹੁਣ ਅਸੀਂ 2 ਔਰ 7 ਦੀ ਜੋ ਹੈ ਇੱਕ ਤਰ੍ਹਾਂ ਦੀ ਜੋ ਪਲੇਸ ਵੈਲਿਊ ਹੈ ਉਹ ਲਿਖਣੀ ਹੈ। ਤਾਂ ਦੇਖੋ ਬੱਚਿਓ, ਜੋ ਇਹ ਵਾਲਾ ਜੋ 2 ਹੈ, ਹਾਂਜੀ, ਇਹ ਇਸ 2 ਦੀ ਜੋ ਬੱਚਿਓ ਫੇਸ ਵੈਲਿਊ ਹੈ ਉਹ ਹੈ 2, ठीक है, एरिया 2। ए वाला जो पहले वाला 2 है वो फेस वैल्यू हो गया। फिर अगला जो 10,000 है वो इसकी बच्चों जो पोजीशन वैल्यू है, देखो जो 2 है वो किस पोजीशन पे है या किस प्लेस पे है। देखो वंस, टेंस, 100, 1000 ते 10,000। जो 2 है बच्चों वो जो है 10,000 जो है उसकी प्लेस वैल्यू है, सॉरी पोजीशन वैल्यू है। तो असी फेस वैल्यू जो कि 2 है उसਨੂੰ मल्टीप्लाई करके पोजीशन वैल्यू यानी कि जिस प्लेस के उपर वो है 10,000 पोजीशन वैल्यू है उसकी, तो असी 2 ਨੂੰ यानी कि फेस वैल्यू ਨੂੰ उसकी जो पोजीशन वैल्यू है यानी कि 10,000 ਦੇ ਨਾਲ ਮਲਟੀਪਲਾਈ ਕੀਤਾ ਹੈ। ਤੇ ਫਿਰ ਇਸ ਦੇ ਵਿੱਚ ਕੀ ਹੈ ਬੱਚਿਓ, ਅਸੀਂ ਹੁਣ 7 ਦੀ ਜੋ ਪਲੇਸ ਵੈल्यू ਹੈ ਉਸ ਦਾ ਐਡੀਸ਼ਨ ਕਰਨਾ ਹੈ। ਤਾਂ ਜਿਵੇਂ ਅਸੀਂ ਜੋ 2 ਦੀ ਜੋ ਪਲੇਸ ਵੈल्यू ਹੈ ਉਸ ਨੂੰ ਫਾਈਂਡ ਆਊਟ ਕੀਤਾ ਹੈ, ਇਦਾਂ ਹੀ ਬੱਚਿਓ ਅਸੀਂ 7 ਦੀ ਜੋ ਪਲੇਸ ਵੈल्यू ਹੈ ਉਸ ਨੂੰ ਫਾਈਂਡ ਆਊਟ ਕਰਾਂਗੇ। ਤਾਂ 7 ਦੀ ਜੋ ਪਲੇਸ ਵੈल्यू ਹੈ, हाँ जी, ये रहा 7, तो 7 की फेस वैल्यू होगी बच्चों ये 7, ठीक है। तो मैं दस्या सी ना भी फेस वैल्यू और डिजिट खुद आप ही होंदा है। हाँ जी, हुण असी 7 की पोजीशन वैल्यू में देखना है। 7 की पोजीशन वैल्यू की है, 7 की पोजीशन वैल्यू है 1000। देखो ना वंस, टेंस, 100 ते 1000। तो फिर हुण असी जो 7 की जो पोजीशन वैल्यू है, हाँ जी, ਇਹ ਹੋ ਗਈ ਫੇਸ ਵੈਲਿਊ, ਤੇ ਹੁਣ ਅਸੀਂ ਪੋਜੀਸ਼ਨ ਵੈਲਿਊ ਦੇ ਨਾਲ ਯਾਨੀ ਕਿ 1000 ਦੇ ਨਾਲ ਮਲਟੀਪਲਾਈ ਕਰਾਂਗੇ 7 ਨੂੰ। ਤਾਂ ਇਹ ਜੋ ਹੈ ਬੱਚਿਓ ਐਕਸਪੈਂਸ਼ਨ ਹੋਏਗਾ 7 ਦਾ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਇਦਾਂ ਹੀ ਬੱਚਿਓ ਹੁਣ ਤੁਸੀਂ 3, 7 ਔਰ 6 ਦਾ ਤੇ ਬਾਕੀ ਜੋ ਨੰਬਰਸ ਤੁਹਾਨੂੰ ਗਿਵਨ ਨੇ ਇਹਨਾਂ ਦਾ ਐਕਸਪੈਂਸ਼ਨ ਇੱਥੇ ਲਿਖਣਾ ਹੈ। ਮੈਂ ਤੁਹਾਨੂੰ 3, 7, 6 ਦਾ ਜੋ ਹੈ ਚਲੋ ਇਹ ਤਾਂ ਗਿਵਨ ਹੈ, ਮੈਂ ਤੁਹਾਨੂੰ ਕਿਸੇ ਹੋਰ ਨੰਬਰ ਦਾ ਜੋ ਹੈ ਲਿਖ ਕੇ ਦਿਖਾ ਦੇਣਾ ਹੈ ਇੱਥੇ। ਇਹਨਾਂ ਦੇ ਵਿੱਚੋਂ ਬੱਚਿਓ ਅਸੀਂ ਇਹ जो 69,000 है इसनों लेने 69,563। हाँ जी, हुण 6 जो है हो गई इसकी फेस वैल्यू, तो हुण असी देखना है बच्चों इसकी जो पोजीशन वैल्यू है। देखो 6 की पोजीशन वैल्यू की है वो है वंस, टेंस, 100, 1000, 10,000। तो असी 10,000 के नाल मल्टीप्लाई करांगे 10,000 के नाल। हाँ जी, इस तो बाद बच्चों प्लस का साइन, फिर असी 9 की जो है प्लेस वैल्यू जो है लिखना है। तो 9 की प्लेस वैल्यू वास्ते जो 9 की फेस वैल्यू है 9, उसको मल्टीप्लाई करांगे जो 9 की पोजीशन वैल्यू है। 9 की पोजीशन वैल्यू की है 1000, क्योंकि वो 1000 प्लेस के ऊपर है 1000। हाँ जी, इस तो बाद बच्चों मेरे को स्पेस इतने जो है ख़त्म हो गया है, तो मैं नीचे लिखण जा रहा हाँ, पर वो नीचे वाला जो रो है वो अगले नंबर दी है। तुसी अपना जो है स्पेस जो रो 69,563 दी है उसी रो दे विच तुसी अपना आंसर लिखना है। हाँ जी, अगला साढ़े को है बच्चों एक तो प्लस का साइन असी लगावांगे, फिर 5 लिखांगे क्योंकि 5 अगला डिजिट है साढ़े को। हाँ जी, 5 की जो फेस वैल्यू है वो हो गई 5, मल्टीप्लीकेशन का साइन, 5 की पोजीशन वैल्यू की है 100 है। देखो ना 3 जो है वो वंस प्लेस पे है, 6 टेंस प्लेस पे है, तो 5 जो है वो 100 प्लेस पे है। तो जो पोजीशन वैल्यू है यानी कि 100 उसके नाल मल्टीप्लाई कर देंगे। हाँ जी, फिर प्लस का साइन। हाँ जी, हुण असी 6 की जो है प्लेस वैल्यू लिखनी है, तो पहला 6 की फेस वैल्यू यानी कि 6 खुद आएगा, उस तो बाद मल्टीप्लीकेशन का साइन, तो फिर 6 की जो पोजीशन वैल्यू है यानी कि 10। हाँ जी, फिर इस तो बाद प्लस का साइन, फिर जो 3 है उसकी फेस वैल्यू यानी कि 3, फिर मल्टीप्लीकेशन का साइन, तो जो 3 है उसकी पोजीशन वैल्यू 3 जो है वंस प्लेस पे है, तो असी 1 दे नाल मल्टीप्लाई करांगे। आई होप कि तुहानू एक्सपेंशन किवें करना है जां लिखना है समझ आ गया होना है। 69,563 का जो एक्सपेंशन है वो है 6 मल्टीप्लीकेशन 10,000 प्लस 9 मल्टीप्लीकेशन 1000 प्लस 5 मल्टीप्लीकेशन 100 प्लस 6 मल्टीप्लाइड बाय 10 प्लस 3 मल्टीप्लाइड बाय 1। इदा ही बच्चों तुसी बाकी जो नंबर्स ने उन्होंने सब की जो है एक्सपेंशनस ते जो नंबर नेम है वो तुसी फिल कर सकते हो।
हाँ जी। ਨੈਕਸਟ ਐਗਜ਼ਾਮਪਲ 7 ਰੀਡ ਦਾ ਫੋਲੋਇੰਗ ਨੰਬਰਸ। ਇਹਦੇ ਵਿੱਚ ਇਹ ਹੈ ਸਾਡੇ ਕੋਲ 534632। ਸਾਨੂੰ ਇਸ ਨੂੰ ਰੀਡ ਕਰਨਾ ਹੈ। ਰੀਡ ਕਰਨ ਵਾਸਤੇ ਸਾਨੂੰ ਜੋ ਹੈ ਇਸ ਨੂੰ ਥੋੜਾ ਅਰੇਂਜ ਕਰਨਾ ਪਏਗਾ, ਕੋਮਾਸ ਵਗੈਰਾ ਜੋ ਹੈ ਸਾਨੂੰ ਇਨਸਰਟ ਕਰਨੇ ਹੋਣਗੇ। ਹਾਂਜੀ, ਤਾਂ ਬੱਚਿਓ ਦੇਖ ਸਕਦੇ ਹੋ ਤੁਸੀਂ ਨੀਚੇ ਇੱਕ ਚੀਜ਼ ਇੱਕ ਲਾਈਨ ਲਿਖ ਕੇ ਦਿੱਤੀ ਹੈ ਸਾਨੂੰ। ਫਸਟਲੀ ਪਲੇਸ ਕੋਮਾਸ ਗਿਵਨ ਨੰਬਰ ਇਜ਼ 534632। ਫਸਟਲੀ ਪਲੇਸ ਕੋਮਾਸ ਫਰੋਮ ਦਾ ਰਾਈਟ ਸਾਈਡ ਮੇਕਿੰਗ group of 3,2,2 and so on, so given number is। ਇਸ ਲਾਈਨ ਦਾ ਮੀਨਿੰਗ ਕੀ ਹੈ ਜੋ ਇਹਨਾਂ ਨੇ ਲਿਖਿਆ ਹੈ, ਔਰ ਇਹ 3,2,2 ਦਾ ਮੀਨਿੰਗ ਕੀ ਹੈ, ਜ਼ਰਾ ਧਿਆਨ ਨਾਲ ਦੇਖਣਾ। ਦੇਖੋ ਇਹਨਾਂ ਨੇ ਕਿਹਾ ਹੈ ਵੀ ਰਾਈਟ ਸਾਈਡ ਤੋਂ। ਰਾਈਟ ਸਾਈਡ ਦਾ ਮੀਨਿੰਗ ਕੀ ਹੈ ਵੀ ਅਸੀਂ ਇਸ ਤਰਫ ਤੋਂ ਜੋ ਹੈ ਚੱਲਣਾ ਸਟਾਰਟ ਕਰਨਾ ਹੈ, ਠੀਕ ਹੈ। ਯਾਨੀ ਕਿ 2 ਤੋਂ ਜੋ ਹੈ ਅਸੀਂ ਸਟਾਰਟ ਕਰਾਂਗੇ ਤੇ 5 ਤੱਕ ਅਸੀਂ ਜੋ ਹੈ ਜਾਣਾ ਹੈ। ਹਾਂਜੀ, ਰਾਈਟ ਸਾਈਡ ਤੋਂ ਅਸੀਂ ਜੋ ਹੈ ਗਰੁੱਪਸ ਬਣਾਉਣੇ ਹੈ। ਤੇ ਗਰੁੱਪਸ ਕਿਵੇਂ ਦੇ ਹੋਣੇ ਚਾਹੀਦੇ ਹੈ? ਜਿਹੜਾ ਪਹਿਲਾ ਡਿਜਿਟ ਹੈ ਉਸ ਦੇ ਵਿੱਚ 3 ਜੋ ਹੈ ਡਿਜਿਟਸ ਆਣੇ ਚਾਹੀਦੇ ਹੈ। ਜਿਹੜਾ ਪਹਿਲਾ ਗਰੁੱਪ ਹੈ ਉਸ ਦੇ ਵਿੱਚ 3 ਡਿਜਿਟਸ ਆਣੇ ਚਾਹੀਦੇ ਹੈ। ਅਗਰ ਅਸੀਂ ਰਾਈਟ ਸਾਈਡ ਤੋਂ ਚੱਲੀਏ ਤਾਂ 3 ਡਿਜਿਟਸ ਹੁੰਦੇ ਹੈ। ਇੱਕ ਤਾਂ 2 ਹੋ ਗਿਆ, ਇੱਕ 3 ਹੋ ਗਿਆ ਤੇ ਇੱਕ 6 ਹੋ ਗਿਆ। ਹਾਂਜੀ, ਦੇਖ ਸਕਦੇ ਹੋ ਤੁਸੀਂ ਇਹ 632 ਦਾ ਜੋ ਹੈ ਇਹਨਾਂ ਨੇ ਇੱਕ ਗਰੁੱਪ ਬਣਾ ਰੱਖਿਆ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਜੋ ਹੈ ਕੋਮਾ ਲਗਾ ਰੱਖਿਆ ਹੈ, ਠੀਕ ਹੈ। ਇਹ ਦੇਖ ਸਕਦੇ ਹੋ ਤੁਸੀਂ। ਇਹ ਵਾਲੇ ਜੋ ਇਹਨਾਂ ਨੇ 3,2,2 ਵਾਲਾ ਜੋ ਰੂਲ ਹੈ ਨਾ, ਇਸ ਨੂੰ ਫੋਲੋ ਕਰਦੇ ਹੋਏ 3 ਡਿਜਿਟਸ ਦਾ ਇੱਕ ਗਰੁੱਪ ਬਣਾ ਲਿਆ ਹੈ ਤੇ ਇਸ ਤੋਂ ਬਾਅਦ ਕੋਮਾ ਲਗਾਉਣਾ ਹੈ। ਤੇ ਅਸੀਂ ਰਾਈਟ ਸਾਈਡ ਤੋਂ ਚੱਲ ਰਹੇ ਹਾਂ, ਯਾਨੀ ਕਿ ਇਸ ਸਾਈਡ ਤੋਂ ਅਸੀਂ ਚੱਲ ਰਹੇ ਹਾਂ, ਠੀਕ ਹੈ। ਹਾਂਜੀ, ਇਸ ਤੋਂ ਬਾਅਦ ਅਸੀਂ ਜੋ ਅਗਲੇ 2 ਡਿਜਿਟਸ ਨੇ ਯਾਨੀ ਕਿ 2 ਡਿਜਿਟਸ ਨੇ ਉਹਨਾਂ ਦਾ ਇੱਕ ਗਰੁੱਪ ਬਣਾਉਣਾ ਹੈ। ਅਗਲੇ 2 ਡਿਜਿਟਸ ਕਿਹੜੇ ਨੇ? 3 ਔਰ 4। ਤਾਂ ਫਿਰ ਅਸੀਂ 3 ਔਰ 4 ਦਾ ਇੱਕ ਗਰੁੱਪ ਬਣਾ ਕੇ ਫਿਰ ਕੋਮਾ ਲਗਾ ਦਿੱਤਾ ਹੈ। ਇਸ ਤੋਂ ਬਾਅਦ ਸਾਨੂੰ ਅੱਗੇ 2 ਡਿਜਿਟਸ ਯਾਨੀ ਕਿ 2 ਡਿਜਿਟਸ ਹੋਰ ਦੇਖਣੇ ਨੇ, ਬਟ ਸਾਡੇ ਕੋਲ ਹੁਣ ਬਚਿਆ ਹੀ ਇੱਕ ਸਿੰਗਲ ਡਿਜਿਟ ਹੈ 5। ਤਾਂ 5 ਨੂੰ ਐਜ਼ ਇਟ ਇਜ਼ ਰਹਿਣ ਦਿਓ, ਠੀਕ ਹੈ ਜੀ। ਤਾਂ 5,34, 632 ਇਹਨਾਂ ਦੇ ਵਿੱਚ ਜੋ ਹੈ ਅਸੀਂ ਕੋਮਾਸ ਲਗਾ ਦਿੱਤੇ ਹੈ। ਤੇ ਰੂਲ ਅਸੀਂ ਇਹ 3,2,2 ਵਾਲਾ 3,2,2 ਵਾਲਾ ਜੋ ਰੂਲ ਹੈ ਇਹ ਅਸੀਂ ਫੋਲੋ ਕੀਤਾ ਹੈ। ਹਾਂਜੀ, ਹੁਣ ਅਸੀਂ ਰੀਡ ਕਰਨਾ ਹੈ। ਦੇਖੋ ਨਾ ਕੁਐਸਚਨ ਸਾਡਾ ਕੀ ਸੀ ਵੀ ਰੀਡ ਕਰੋ ਇਸ ਨੰਬਰ ਨੂੰ। ਤਾਂ ਰੀਡ ਕਰਨ ਵਾਸਤੇ ਅਸੀਂ ਜੋ ਹੈ ਇਸ ਨੂੰ ਥੋੜਾ ਅਰੇਂਜ ਕਰ ਲਿਆ ਹੈ ਪਹਿਲਾਂ। ਤੇ ਦੇਖੋ ਹੁਣ ਨਾ ਜ਼ਰਾ ਤੁਸੀਂ ਕਰਨਾ ਕੀ ਹੈ, ਇਹ ਵੈਸੇ ਤੁਸੀਂ ਲੋਅਰ ਕਲਾਸਿਸ ਦੇ ਵਿੱਚ ਕੀਤਾ ਹੋਣਾ ਹੈ। ਦੇਖੋ ਮੈਂ ਇੱਕ ਵਾਰੀ ਐਕਸਪਲੇਨ ਕਰ ਦਿੰਦਾ ਹਾਂ ਤੁਹਾਨੂੰ। ਇਹ ਜੋ 2 ਹੈ ਇਹਦੀ ਜੋ ਪਲੇਸ ਵੈਲਿਊ ਹੈ ਜਾਂ ਫਿਰ ਇਹ ਕਹਿ ਸਕਦੇ ਇਹਦਾ ਪਲੇਸ ਹੈ 1's ਪਲੇਸ। 3 ਹੈ 10's ਪਲੇਸ ਦੇ ਉੱਪਰ। ਜੋ 6 ਹੈ ਉਹ ਹੈ 100 ਪਲੇਸ ਦੇ ਉੱਪਰ। ਜੋ 4 ਹੈ ਉਹ ਹੈ 1000 ਪਲੇਸ ਦੇ ਉੱਪਰ। ਜੋ 3 ਹੈ ਉਹ 10,000 ਪਲੇਸ ਦੇ ਉੱਪਰ ਹੈ। ਤੇ ਜੋ 5 ਹੈ ਉਹ ਤੁਹਾਡਾ 1 ਲੱਖ ਵਾਲੇ ਪਲੇਸ ਦੇ ਉੱਪਰ ਹੈ, ਠੀਕ ਹੈ। ਤਾਂ ਸਾਡਾ ਜੋ ਆਨਸਰ ਹੋਏਗਾ ਬੱਚੋ, ਜੋ 5 ਹੈ ਨਾ ਉਸਦਾ ਦੇਖੋ ਕਿ ਜੋ ਪਲੇਸ ਹੈ ਉਹ ਕਿਹੜਾ ਹੈ? 1 ਲੱਖ ਵਾਲਾ ਪਲੇਸ ਹੈ। ਤਾਂ ਅਸੀਂ ਇੱਥੇ ਲਿਖਾਂਗੇ ਆਨਸਰ ਦੇ ਵਿੱਚ 5 ਲੱਖ। ਤੇ ਇਸ ਤੋਂ ਬਾਅਦ ਜੋ 34 ਹੈ, 34 ਦੇਖੋ ਇਹ ਨਾ ਤੁਹਾਡਾ 1000 ਦੇ ਵਿੱਚ ਆ ਰਿਹਾ ਹੈ। ਜੋ 4 ਹੈ ਤੁਹਾਡਾ ਉਹ 1000 ਵਾਲੀ ਪੋਜੀਸ਼ਨ ਤੇ ਹੈ ਤੇ ਜੋ 3 ਹੈ ਤੁਹਾਡਾ ਉਹ 10,000 ਵਾਲੀ ਪੋਜੀਸ਼ਨ ਤੇ ਹੈ। ਤਾਂ 34 ਦੇ ਨਾਲ ਲਿਖਾਂਗੇ ਅਸੀਂ 1000। ਤਾਂ 5 ਲੱਖ 34,000। ਇਸ ਤੋਂ ਬਾਅਦ ਜ਼ਰਾ ਦੇਖਣਾ ਇਹ ਜੋ 6 ਹੈ, 6 ਦੀ ਜੋ 6 ਦਾ ਜੋ ਪਲੇਸ ਹੈ ਉਹ ਕਿਹੜਾ ਹੈ? 100 ਹੈ। ਤੇ ਜੋ 32 ਹੈ ਉਸ ਨੂੰ ਅਸੀਂ ਕੰਬਾਈਨ ਕਰਕੇ ਲਿਖਾਂਗੇ 632। ਤਾਂ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਵੈਸੇ ਤੁਸੀਂ ਜੋ ਹੈ ਲੋਅਰ ਕਲਾਸਿਸ ਦੇ ਵਿੱਚ ਇਸ ਨੂੰ ਕੀਤਾ ਹੋਏਗਾ। ਮੇਰੀ ਵੀਡੀਓਜ਼ ਹੈ ਫਸਟ ਚੈਪਟਰ ਦੀਆਂ PSEB ਦੇ ਮੈਥਸ ਦੀਆਂ। ਮੈਂ ਇੱਥੇ ਉਸ ਨੂੰ ਜੋ ਹੈ ਅਟੈਚ ਕਰ ਦਾਂਗਾ। ਅਗਰ ਤੁਹਾਨੂੰ ਡਿਟੇਲ ਦੇ ਵਿੱਚ ਸਮਝਣਾ ਹੈ ਫਸਟ ਚੈਪਟਰ ਮੈਥਸ ਦਾ PSEB ਦਾ 5th ਕਲਾਸ ਦਾ, ਤਾਂ ਤੁਸੀਂ ਉਹ ਵੀਡੀਓਜ਼ ਮੇਰੀ ਜੋ ਹੈ ਦੇਖ ਸਕਦੇ ਹੋ। ਹਾਂਜੀ, 5,34,632 ਜੋ ਹੈ ਆਨਸਰ ਹੈ। ਰੀਡ ਕਰਨ ਵਾਸਤੇ ਕਿਹਾ ਸੀ ਤਾਂ ਅਸੀਂ ਜੋ ਹੈ ਇੱਦਾਂ ਰੀਡ ਕਰਨਾ ਹੈ। ਦੇਖ ਸਕਦੇ ਹੋ ਤੁਸੀਂ ਨੀਚੇ ਆਨਸਰ ਹੈ ਜੀ ਇਹ ਰਿਹਾ 5,34,632। ਇਹ ਜੋ ਹੈ ਆਨਸਰ ਹੈ। ਅਸੀਂ ਇਹ 3,2,2 ਵਾਲਾ ਜੋ ਰੂਲ ਹੈ ਇਹ ਫੋਲੋ ਕੀਤਾ ਹੈ ਗਰੁੱਪਸ ਬਣਾਉਣ ਦੇ ਵਾਸਤੇ ਡਿਜਿਟਸ ਦੇ। ਹਾਂਜੀ, ਨੈਕਸਟ ਸਾਡੇ ਕੋਲ ਜੋ ਨੰਬਰ ਹੈ ਉਹ ਹੈ 90763021। ਸਾਨੂੰ ਇਸ ਨੂੰ ਜੋ ਹੈ ਅਰੇਂਜ ਕਰਨਾ ਹੈ। ਬੱਚੋ ਇੱਥੇ ਅਸੀਂ ਇਹ ਵਾਲਾ ਜੋ ਹੈ ਰੂਲ ਫੋਲੋ ਕਰਾਂਗੇ ਵੀ ਜੋ 3 ਡਿਜਿਟਸ ਹੈ ਉਹਨਾਂ ਦਾ ਇੱਕ ਗਰੁੱਪ ਹੋਏਗਾ। ਫਿਰ ਉਸ ਤੋਂ ਬਾਅਦ ਅਗਲੇ 2 ਡਿਜਿਟਸ ਦਾ ਇੱਕ ਅਲੱਗ ਗਰੁੱਪ ਹੋਏਗਾ। ਅਗਲੇ 2 ਡਿਜਿਟਸ ਦਾ ਇੱਕ ਅਲੱਗ ਗਰੁੱਪ ਹੋਏਗਾ। ਅਗਲੇ 2 ਡਿਜਿਟਸ ਦਾ ਇੱਕ ਅਲੱਗ ਗਰੁੱਪ ਹੋਏਗਾ। ਹਾਂਜੀ, ਦੇਖੋ
ਇਸ ਦੇ ਅਕੋਰਡਿੰਗ ਚੱਲਣਾ ਹੈ ਤੁਸੀਂ 3,2,2,2 ਦੇ ਫਸਟ ਜੋ 3 ਡਿਜਿਟਸ ਹੈ ਉਹਨਾਂ ਦਾ ਇੱਕ ਗਰੁੱਪ ਬਣਾ ਲਓ, ਯਾਨੀ ਕਿ 0 2 1 ਰਾਈਟ ਸਾਈਡ ਤੋਂ ਅਸੀਂ ਚੱਲਣਾ ਹੈ, ਇਸ ਸਾਈਡ ਤੋਂ। ਤੇ ਇਸ ਤੋਂ ਬਾਅਦ ਫਿਰ ਅਸੀਂ 2 ਡਿਜਿਟਸ ਵੱਲ ਨੂੰ ਚੱਲਣਾ ਹੈ। ਹਾਂਜੀ, ਅਗਲੇ ਦੋ ਡਿਜਿਟਸ ਹੈ 6 ਔਰ 3, ਠੀਕ ਹੈ, ਉਹਨਾਂ ਦਾ ਇੱਕ ਅਲੱਗ ਗਰੁੱਪ ਹੋ ਗਿਆ। ਫਿਰ 0 7 ਦਾ ਇੱਕ ਅਲੱਗ ਗਰੁੱਪ ਹੋ ਗਿਆ, ਤੇ 9 ਜੋ ਹੈ ਉਹ ਇਕੱਲਾ ਰਹਿ ਗਿਆ ਹੈ, ਉਸ ਦੇ ਨਾਲ ਹੋਰ ਸੈਕਿੰਡ ਡਿਜਿਟ ਹੋਰ ਹੈ ਨਹੀਂ ਹੈ, ਉਸ ਨੂੰ ਐਜ਼ ਇਟ ਇਜ਼ ਛੋੜ ਦਿਓ। ਤੇ ਹੁਣ ਅਸੀਂ ਕਾਊਂਟ ਕਰਦੇ ਹਾਂ ਜੀ। ਮੇਰੇ ਨਾਲ ਤੁਸੀਂ ਵੀ ਜੋ ਹੈ ਕਾਊਂਟ ਕਰਨਾ। ਦੇਖੋ ਵੰਸ ਦਾ ਜੋ ਪਲੇਸ ਹੈ ਉਹ ਕਿਹੜਾ ਹੈ 1 ਹੀ ਹੈ। 2 ਦਾ ਪਲੇਸ ਕਿਹੜਾ ਹੈ 10 ਹੈ। 0 ਦਾ ਪਲੇਸ ਕਿਹੜਾ ਹੈ 100 ਹੈ। 3 ਦਾ ਪਲੇਸ ਕਿਹੜਾ ਹੈ 1000। 6 ਦਾ ਪਲੇਸ 10,000। 7 ਦਾ ਪਲੇਸ 1 ਲੱਖ ਤੇ 0 ਦਾ ਪਲੇਸ ਹੈ 10 ਲੱਖ। 9 ਦਾ ਜੋ ਪਲੇਸ ਹੈ ਉਹ ਹੈ ਕਰੋੜ, ਠੀਕ ਹੈ। 10 ਲੱਖ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਕਰੋੜ। ਤਾਂ ਇਟ ਮੀਨਸ ਅਗਰ ਅਸੀਂ ਇਸ ਨੰਬਰ ਨੂੰ ਰੀਡ ਕਰਨਾ ਹੈ ਬੱਚਿਓ ਤਾਂ ਇਹ ਹੋ ਜਾਏਗਾ 9 ਕਰੋੜ। ਇਸ ਤੋਂ ਬਾਅਦ ਬੱਚਿਓ ਇਹ ਜੋ 07 ਹੈ ਤੁਹਾਡਾ ਲੈਕਸ ਦੇ ਵਿੱਚ ਆ ਰਿਹਾ ਸੀ। 0 ਦਾ ਜੋ ਪਲੇਸ ਹੈ ਉਹ 10 ਲੈਕਸ ਹੈ। 7 ਦਾ ਜੋ ਪਲੇਸ ਹੈ ਉਹ 1 ਲੱਖ ਹੈ। ਤਾਂ 9 ਕਰੋੜ 7 ਲੱਖ ਤੇ ਇਹ ਬੱਚਿਓ 1000 ਹੈ 63,000। ਇੱਥੇ ਜੋ ਹੈ 21 ਹੈ। ਹਾਂਜੀ, ਸਾਨੂੰ ਇਸ ਨੂੰ ਰੀਡ ਕਰਨਾ ਸੀ ਤਾਂ ਆਨਸਰ ਕੀ ਹੈ ਬੱਚਿਓ? ਆਨਸਰ ਹੈ 9 ਕਰੋੜ 7 ਲੱਖ 63,000 63,021। ਇਹ ਦੇਖ ਸਕਦੇ ਹੋ ਵੀ ਇਹ ਜੋ ਪਹਿਲੇ ਵਾਲਾ ਕੋਮਾ ਹੈ ਉਸ ਨੂੰ ਅਸੀਂ ਰੀਡ ਕੀਤਾ ਹੈ 9 ਕਰੋੜ। ਫਿਰ ਉਸ ਕੋਮਾ ਤੋਂ ਬਾਅਦ ਜੋ 07 ਆ ਰਿਹਾ ਹੈ ਉਸ ਨੂੰ ਅਸੀਂ ਰੀਡ ਕੀਤਾ ਹੈ 7 ਲੱਖ। ਫਿਰ ਅਗਲਾ ਜੋ ਮਤਲਬ 63 ਆ ਰਿਹਾ ਹੈ ਗਰੁੱਪ, ਉਸ ਨੂੰ ਅਸੀਂ ਰੀਡ ਕੀਤਾ ਹੈ 63,000। ਫਿਰ ਅਗਲੇ ਵਾਲਾ ਜੋ ਇਹ ਹੈ 21, ਇਸ ਨੂੰ ਅਸੀਂ ਰੀਡ ਕੀਤਾ ਹੈ 21। ਤੇ ਇਹਨਾਂ ਦੇ ਜੋ ਪਲੇਸ ਹੈ ਬੱਚੇ ਉਸ ਦੇ ਨਾਲ ਮਤਲਬ ਜੋ ਪਲੇਸਿਸ ਹੈ ਉਸ ਦੇ ਅਕੋਰਡਿੰਗ ਹੀ ਅਸੀਂ ਇਸ ਨੂੰ ਜੋ ਹੈ ਰੀਡ ਕਰਨਾ ਹੈ। ਜਿਵੇਂ 9 ਦਾ ਜੋ ਪਲੇਸ ਹੈ ਉਹ ਕਰੋੜ ਵਾਲਾ ਹੈ ਤੇ 07 ਦਾ ਜੋ ਪਲੇਸ ਹੈ ਉਹ ਲੱਖ ਵਾਲਾ ਹੈ ਤੇ ਜੋ 63 ਹੈ ਉਹਦਾ ਜੋ ਪਲੇਸ ਹੈ ਉਹ 1000 ਵਾਲਾ ਹੈ। 21 ਕਿਉਂਕਿ ਉਹ 1's ਪਲੇਸ ਔਰ 10's ਪਲੇਸ ਦੇ ਉੱਪਰ ਆ ਰਿਹਾ ਹੈ, ਉਸ ਨੂੰ ਆਪਾਂ ਐਜ਼ ਇਟ ਇਜ਼ ਰੀਡ ਕਰਾਂਗੇ। ਹਾਂਜੀ, ਨੈਕਸਟ ਹੈ ਰਾਈਟ ਦਾ ਨੰਬਰ ਨੇਮਸ ਐਜ਼ ਨਿਊਮਰਲਸ। ਰਾਈਟ ਦਾ ਨੰਬਰ ਨੇਮਸ ਐਜ਼ ਨਿਊਮਰਲਸ। ਇਹ ਹੈ ਜੀ 4,32,673। ਸਾਨੂੰ ਇਸ ਨੂੰ ਜੋ ਹੈ ਬੱਚਿਓ ਨਿਊਮਰਲਸ ਯਾਨੀ ਕਿ ਨੰਬਰਸ ਦੇ ਵਿੱਚ ਇਸ ਨੂੰ ਜੋ ਹੈ ਲਿਖ ਕੇ ਦਿਖਾਉਣਾ ਹੈ। ਦੇਖੋ ਸਾਨੂੰ ਇੰਗਲਿਸ਼ ਦੇ ਵਿੱਚ ਵਰਡਸ ਦਿੱਤੇ ਗਏ ਨੇ। ਰਾਈਟ ਦਾ ਨੰਬਰ ਨੇਮਸ, ਸਾਨੂੰ ਨੰਬਰ ਨੇਮਸ ਦਿੱਤੇ ਗਏ ਨੇ, ਠੀਕ ਹੈ। ਨੰਬਰਸ ਦੇ ਜੋ ਨੇਮਸ ਹੈ ਉਹ ਸਾਨੂੰ ਦਿੱਤੇ ਗਏ ਨੇ ਤੇ ਸਾਨੂੰ ਇਹਨਾਂ ਨੂੰ ਨਿਊਮਰਲਸ ਹੁੰਦਾ ਬੱਚੇ ਵੀ, ਉਹਨਾਂ ਨੂੰ ਅਸੀਂ ਨੰਬਰਸ ਦੇ ਵਿੱਚ ਜੋ ਹੈ ਲਿਖ ਕੇ ਦਿਖਾਉਣਾ ਹੈ। ਤਾਂ ਨੰਬਰ ਨੇਮ ਸਾਡੇ ਕੋਲ ਇਹ ਜੋ ਪਾਰਟ ਹੈ ਉਸ ਦੇ ਵਿੱਚ ਹੈ 4,32,673। ਤਾਂ ਵੰਸ ਦੇ ਬੱਚਿਓ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਵੀ ਜੋ ਇੱਕ ਤਾਂ 1 ਹੋ ਗਿਆ, ਇੱਕ 10 ਹੋ ਗਿਆ ਤੇ ਇੱਕ 100 ਹੋ ਗਿਆ, ਇਹ ਸਾਰੇ ਵੰਸ ਦੇ ਵਿੱਚ ਆਉਂਦੇ ਹੈ। ਤੇ 1000 ਦੇ ਵਿੱਚ ਬੱਚਿਓ ਕੀ ਹੈ ਵੀ 100 ਤੋਂ ਬਾਅਦ ਅਗਲਾ ਕੀ ਹੁੰਦਾ ਹੈ 1000 ਤੇ 10,000, ਇਹ ਦੋ ਆਉਂਦੇ ਹੈ। ਫਿਰ ਇੱਦਾਂ ਹੀ ਬੱਚਿਓ ਜੋ ਲੱਖ ਹੁੰਦਾ ਹੈ ਉਸ ਦੇ ਵਿੱਚ 1 ਲੱਖ, 10,000 ਤੋਂ ਬਾਅਦ 1 ਲੱਖ ਆਉਂਦਾ ਹੈ ਨਾ, 1 ਲੱਖ ਤੋਂ ਬਾਅਦ 10 ਲੈਕਸ। ਫਿਰ ਇਸ ਤੋਂ ਅੱਗੇ ਕਰੋੜ ਆਉਂਦਾ ਹੈ, ਬਟ ਕਰੋੜ ਦੀ ਸਾਨੂੰ ਜੋ ਹੈ ਇਹ ਪਾਰਟ ਦੇ ਵਿੱਚ ਤਾਂ ਹਾਲੇ ਜੋ ਹੈ ਮਤਲਬ ਨੀਡ ਨਹੀਂ ਹੈ, ਜ਼ਰੂਰਤ ਨਹੀਂ ਹੈ ਹਾਲੇ। ਹਾਂਜੀ, ਤਾਂ ਜੋ ਨੰਬਰ ਨੇਮ ਹੈ ਇਸ ਨੂੰ ਅਸੀਂ ਨਿਊਮਰਲਸ ਦੇ ਵਿੱਚ ਯਾਨੀ ਕਿ ਨੰਬਰਸ ਦੇ ਵਿੱਚ ਲਿਖਣਾ ਹੈ। ਤਾਂ ਲਿਖ ਦਿੰਦੇ ਹਾਂ ਜੀ। ਦੇਖੋ ਸਾਡੇ ਕੋਲ ਹੈ 4 ਲੱਖ, ਤਾਂ ਲੈਕਸ ਦੇ ਨੀਚੇ ਅਸੀਂ ਲਿਖ ਦਿੱਤਾ ਹੈ 4 ਲਿਖ ਸਕਦੇ ਹੋ ਤੁਸੀਂ। ਹਾਂਜੀ, ਇਸ ਤੋਂ ਬਾਅਦ ਕੀ ਹੈ 32,000, ਤਾਂ 1000 ਦੇ ਨੀਚੇ ਅਸੀਂ ਜੋ ਹੈ 32 ਨੂੰ ਲਿਖ ਦਿੱਤਾ ਹੈ। ਹਾਂਜੀ, ਇਸ ਤੋਂ ਬਾਅਦ ਕੀ ਹੈ 32,673। ਇਹ ਜੋ ਹੈ 673 ਇਹ ਤੁਹਾਡਾ ਵੰਸ ਦੇ ਨੀਚੇ ਲਿਖਿਆ ਜਾਏਗਾ। ਵੰਸ ਦੇ ਵਿੱਚ ਤੁਹਾਡਾ ਜੋ ਹੈ ਇੱਕ ਤਾਂ ਵੰਸ ਵੈਲਿਊ ਯਾਨੀ ਕਿ ਵੰਸ ਪਲੇਸ, 10's ਪਲੇਸ ਤੇ 100 ਪਲੇਸ, ਇਹ ਤਿੰਨੋਂ ਜੋ ਹੈ ਕਾਊਂਟ ਹੋ ਜਾਂਦੇ ਨੇ, ਆ ਜਾਂਦੇ ਨੇ। ਤਾਂ ਇਹੀ ਰੀਜ਼ਨ ਹੈ ਵੀ 673 ਨੂੰ ਅਸੀਂ ਜੋ ਹੈ ਵੰਸ ਦੇ ਨੀਚੇ ਲਿਖਿਆ ਹੈ। ਹਾਂਜੀ, ਤਾਂ ਹੁਣ ਅਸੀਂ ਨਿਊਮਰਲਸ ਦੇ ਵਿੱਚ ਲਿਖਣਾ ਸੀ ਇਸ ਨੰਬਰ ਨੇਮ ਨੂੰ। ਤਾਂ ਨਿਊਮਰਲਸ ਦੇ ਵਿੱਚ ਕਿਵੇਂ ਲਿਖਾਂਗੇ? ਦੇਖੋ ਜੋ ਰੂਲ ਅਸੀਂ ਪਹਿਲਾਂ ਜੋ ਇਸ ਤੋਂ ਪਹਿਲਾਂ ਕੁਐਸਚਨ ਕੀਤਾ ਹੈ ਉਸ ਦੇ ਵਿੱਚ ਇੱਕ ਅਸੀਂ ਰੂਲ ਲਿਖਿਆ ਸੀ 3,2,2 ਵਾਲਾ। ਤਾਂ ਉਹੀ ਜੋ ਹੈ ਬੱਚਿਓ ਰੂਲ ਅਸੀਂ ਇੱਥੇ ਫੋਲੋ ਕਰਾਂਗੇ ਵੀ ਜੋ ਫਸਟ 3 ਡਿਜਿਟਸ ਨੇ, ਜਿਵੇਂ 673 ਹੈ, ਇਹਨਾਂ ਨੂੰ ਲਿਖ ਕੇ ਦੇਖੋ 673 ਨੂੰ ਲਿਖ ਕੇ ਫਿਰ ਅਸੀਂ ਲਗਾਵਾਂਗੇ ਕੋਮਾ।
देख सकते हो तुसी भी 673 तो बाद असी जो है कोमा यूज़ करना है। फिर इस तो बाद बच्चों असी 2 डिजिट्स लिख के जो है अगला कोमा जो है यूज़ करांगे। तो पहले जो 2 डिजिट्स ने वो केड़े ने 3 और 2, 673 तो बाद कोमा, फिर 3 और 2 लिख के फिर तो जो है असी कोमा लगावांगे तो फिर जो है असी 4 लिखांगे। ये जो है प्रॉपर रिप्रेजेंटेशन है। इस दे विच असी जो रूल फॉलो किया है वो है 3,2,2 का। ये रूल असी फॉलो किया है कोमास लगाने वास्ते भी। फर्स्ट 3 डिजिट्स का ग्रुप बना के एक कोमा, फिर अगले 2 डिजिट्स का ग्रुप बना के सेकंड कोमा। तो उस तो बाद बच्चों साड़ा आंसर आ गया है 4,32,673। हाँ जी, नेक्स्ट है जी 6,53,21,972। ਹੁਣ ਸਾਨੂੰ ਜੋ ਹੈ ਇਸ ਨੰਬਰ ਨੇਮ ਨੂੰ ਜੋ ਹੈ ਨਿਊਮਰਲਸ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ। ਤਾਂ ਬੱਚਿਓ ਜਿਵੇਂ ਅਸੀਂ ਇੱਥੇ ਜੋ ਹੈ ਲਿਖਿਆ ਸੀ, ਠੀਕ ਹੈ, ਕਰੋੜ ਦੇ ਨੀਚੇ ਜੋ ਆਣਾ ਹੈ ਨੰਬਰ ਯਾਨੀ ਕਿ ਡਿਜਿਟ ਅਸੀਂ ਉਸ ਨੂੰ ਲਿਖਾਂਗੇ। ਤਾਂ ਮੈਂ ਤੁਹਾਨੂੰ ਇसी ਤੋਂ ਜੋ ਹੈ ਲਿਖ ਕੇ ਦਿਖਾ ਦਿੰਦਾ ਹਾਂ। ਹਾਂਜੀ, ਹੁਣ ਜਿਵੇਂ ਸਾਡੇ ਕੋਲ ਹੈ 6 ਕਰੋੜ, ਤਾਂ ਕਰੋੜ ਦੇ ਨੀਚੇ ਆ ਗਿਆ 6, ਫਿਰ ਅੱਗੇ ਕੀ ਹੈ 53 ਲੱਖ, ਤਾਂ ਲੈਕਸ ਦੇ ਨੀਚੇ ਆ ਗਿਆ 53, ठीक है जी। फिर अगे की है 21,000, तो 21 जो है बच्चों 21,000 ये जो है तुहाडा थाउजेंड से नीचे आ गया, ठीक है। तो अगे की है 972 ये जो है 1 से नीचे यानी कि 972 इत्थे आ जाएगा। तो कोमास लगाने के वास्ते असी रूल जो है वही फॉलो करना है 3,2,2 वाला, ठीक है, कोमा 2 वाला, ये वाला रूल असी फॉलो करना है। हाँ जी, 972 मतलब जो ये इसमें सीधा भी रीड कर सकते हैं 279, इस तो पहला कोमा आएगा, फिर 1 और 2 तो मतलब जो है इस साइड कोमा आएगा, फिर 3 और 5 तो बाद कोमा, इस तरह, ठीक है जी। तो असी नंबर नेम ਨੂੰ जो है न्यूमरल्स ਦੇ ਵਿੱਚ ਲਿਖਣਾ ਸੀ, ਇਹ ਤੁਸੀਂ ਦੇਖ ਸਕਦੇ ਹੋ। ਕਰੋੜ ਦੇ ਨੀਚੇ 6 ਆ ਗਿਆ, ਲੈਕਸ ਦੇ ਨੀਚੇ ਬੱਚਿਓ 53 ਆ ਗਿਆ, 1000 ਦੇ ਨੀਚੇ 21 ਆ ਗਿਆ, ਤੇ 972 ਜੋ ਹੈ ਉਹ ਅਸੀਂ 1 ਦੇ ਨੀਚੇ ਲਿਖਿਆ ਹੈ। ਤੇ ਫਰਸਟ 3 ਡਿਜਿਟਸ ਨੂੰ ਛੋੜ ਕੇ ਪਹਿਲਾ ਕੋਮਾ, ਅਗਲੇ 2 ਡਿਜਿਟਸ ਨੂੰ ਛੋੜ ਕੇ ਅਗਲਾ ਕੋਮਾ, ਅਗਲੇ 2 ਡਿਜਿਟਸ ਨੂੰ ਛੋੜ ਕੇ ਅਗਲਾ ਕੋਮਾ, ਫਿਰ ਅਸੀਂ 2 ਡਿਜਿਟਸ ਛੋੜਨੇ ਹੁੰਦੇ ਆ ਪਰ ਸਾਡੇ ਕੋਲ ਜੋ ਹੈ 6 ਕੱਲਾ ਹੀ ਹੈ, ਤਾਂ ਅਸੀਂ ਜੋ ਹੈ 6 ਨੂੰ ਐਜ਼ ਇਟ ਇਜ਼ ਰੱਖਾਂਗੇ। हाँ जी, अगला जो एग्जाम्पल 9 है ये काफ़ी इंटरेस्टिंग है। फाइंड द डिफरेंस ऑफ द प्लेस वैल्यू एंड द फेस वैल्यू ऑफ द डिजिट 7 इन 9745623। देखो उन्होंने ये क्या है भी साढ़े को ना ये नंबर गिवन है 9745623। इस नंबर के विच सानू जो 7 जो डिजिट है, ठीक है, इसकी फेस वैल्यू और प्लेस वैल्यू इन्हों का डिफरेंस फाइंड आउट करना है, ठीक है। तो जो प्लेस वैल्यू है वो वास्ते असी करते कि हाँ जो प्लेस वैल्यू है वो वास्ते की करते हैं फेस वैल्यू यानी कि नंबर खुद हो गया 7, मल्टीप्लीकेशन के विच असी पोजीशन वैल्यू लेनी होंदी है। पोजीशन वैल्यू का मीनिंग की है भी जो 7 है उसका केड़ा प्लेस है, तो इत्थे असी देख सकते हाँ 3 है 1s प्लेस से, 2 है 10s प्लेस से, 6 है 100 प्लेस से, 5 है 1000 प्लेस से, 4 है 10,000 प्लेस से, तो जो 7 है वो है 1 लाख प्लेस से, 1 लाख, ठीक है। तो असी मल्टीप्लीकेशन के विच 1 लाख लिखांगे, 1 पा के 5 zeros आ जाएंगे। हाँ जी, तो जो असी इक्वल टू करांगे तो 7 तो 7 के नाल 5 zeros। तो कोमास लगाने वास्ते असी वही जो इंडियन कोमास का जो सिस्टम है यानी कि पहला 3 डिजिट्स का एक ग्रुप, फिर अगले 2 डिजिट्स यानी कि अगले 2 zeros का एक ग्रुप बना के जो है कोमा इंसर्ट करांगे। हाँ जी, तो प्लेस वैल्यू ऑफ 7 की है 7 लाख है, ठीक है। क्या किमें लिखी है असी जो 7 है यानी कि जो 7 की फेस वैल्यू है उसनों पहला लिख के फिर मल्टीप्लीकेशन के विच जो 1 लाख है, 1 लाख कितों आया है 7 की जो पोजीशन वैल्यू है यानी कि 7 की जो एक तरह का जो प्लेस है वो 1 लाख वाला प्लेस है, तो उसको मल्टीप्लाई करना है असी 7 के नाल, ठीक है जी। हाँ जी, तो अगे की है जी सानू फेस वैल्यू लिखनी है 7 की। तो किसी भी डिजिट की जो फेस वैल्यू होंगी है वो डिजिट खुद ही होंदा है, तो फेस वैल्यू ऑफ 7 इज 7। हुण साडे क्वेश्चन दे विच सानू किया गया है डिफरेंस फाइंड आउट करने वास्ते किसदा प्लेस वैल्यू और फेस वैल्यू का डिजिट 7 का, और नंबर सानू गिवन है 9745623। तो जो प्लेस वैल्यू है वो है साढ़े कोल 7, जो प्लेस वैल्यू है वो है साढ़े कोल 7 lakhs, तो जो फेस वैल्यू है वो है 7। असी इन्हों दोनों का डिफरेंस फाइंड आउट करना है यानी कि माइनस करांगे 7 लाख माइनस 7, तो 7 लाख जो 7 माइनस करांगे सानू ये जो है मिलेगा
ये है बच्चों 6,99,993, ठीक है। 6,99,993। अगर तुसी चाहते हो मैं इत्थे करा सबट्रैक्शन तक करके दिखा देना। हाँ एक बारी, ये हो गया 70,000, ये हो गया 7 lakhs। हाँ जी, -7। देखो इत्थे 0 है, नीचे 7 है, तो सानू 1 जो है बोरो करना पेगा। तो 7 तो जो है अगर असी 1 बोरो करांगे इत्थे हो जाएगा बच्चों 10, ठीक है। तो 10 - 7 ये हो गया 3, ठीक है। तो इत्थे बच्चों 9, फिर 9, फिर 9, फिर 9। तो इत्थों क्योंकि बच्चों असी 1 बोरो किया 7 दे विचों, तो इत्थे रह गया है 6। इदा जो है आंसर आया है 6,99,993। हाँ जी, एग्जाम्पल 10 है, हाउ मैनी 4 डिजिट नंबर्स आर देयर इन ऑल। साढ़े कोल एक क्वेश्चन पूछा गया है भी 4 डिजिट्स वाले किन्ने नंबर ने। तो इसका आंसर की होएगा बच्चों, देखो लार्जेस्ट अगर 4 डिजिट नंबर की अगर असी गल करिए तो वो केड़ा होएगा। देखो लार्जेस्ट, देखो 0 तो 1 मिनट सर, 0 तो स्टार्ट करके 0 1 इवें समझ सकते हैं इसनों भी 0 तो 9 दे विच, यानी कि 0 है, 1 है, 2 है, 3 है, 4 है, 5 6 7 8 9। तो इन्हों दे विचों जड़ा लार्जेस्ट जो डिजिट है वो है 9। अगर सानू 4 डिजिट लार्जेस्ट नंबर लिखना है, यानी कि सब तो वड्डा जो 4 डिजिट वाला नंबर है लार्जेस्ट, वो केड़ा होएगा भी अगर असी लार्जेस्ट डिजिट यानी कि 9 नू 4 टाइम्स रिपीट करके लिख दिए 9999, 9999। हाँ जी, क्योंकि इस तो बाद अगर असी +1 करते हाँ इस दे विच 9999 दे विच अगर असी 1 ऐड करते हाँ तो ये हो जाएगा बच्चों 10,000। और 10,000 जो है वो तुम्हारा 5 डिजिट नंबर है, ठीक है। वो 4 डिजिट नंबर नहीं है, 5 डिजिट नंबर है। तो साढ़े को लार्जेस्ट 4 डिजिट नंबर केड़ा है वो है 9999। हाँ जी, हुण जड़ा लार्जेस्ट 3 डिजिट नंबर है वो केड़ा होएगा। देखो अगर असी कोई भी जो है लार्जेस्ट मतलब जो है डिजिट्स वाला नंबर बनाना होंदा है तो असी 9 का यूज़ करते हैं। अगर असी 4 डिजिट नंबर बनाना सी लार्जेस्ट, असी बना लिया 9999, यानी कि जो लार्जेस्ट डिजिट है 9 वो 4 टाइम्स आ गया। इदा ही अगर असी 3 डिजिट नंबर बनाना है लार्जेस्ट तो वो जो 9 है वो 3 टाइम्स रिपीट करेगा। तो अगर मैं जरा ध्यान नाल नोटिस करना, इन्होंने सानू क्वेश्चन की पूछा है हाउ मैनी 4 डिजिट नंबर्स आर देयर इन ऑल, भी 4 डिजिट वाले किन्ने नंबर्स होंगे। तो इहदा बच्चों आंसर की है, देखो अगर मैं जो 4 डिजिट जो नंबर है लार्जेस्ट 9999, इहदे विचों अगर जो 3 डिजिट जो लार्जेस्ट नंबर है 999 उसनों माइनस कर दा तो जो बच्चों वैल्यू आएगी यह जो है 9000 जो है वो नंबर्स होंगे जो कि 4 डिजिट नंबर्स ने। अगर तुहानू समझ नहीं आया है तो इसनों इदा समझना, देखो ये है साढ़े को 999। अगर मैं इस विच +1 ऐड करता हाँ तो इस तो बाद बच्चों 1000 आ जाता है +1 दे एडिशन तो बाद। हाँ जी, हुण ये जो 1000 है इस दे विच डिजिट्स किन्ने ने 1 2 3 4। इट मीनस कि जो 1000 है ये तो 4 डिजिट्स वाला जो है नंबर हो गया। तो इसका मीनिंग ये होया भी 999 तक जो है 999 तक जो है वो 3 डिजिट्स वाले नंबर ने मैक्सिमम, यानी कि जो सब तो बड़ा जो नंबर है वो है 999 3 डिजिट्स वाला। तो जो 4 डिजिट्स वाला जो नंबर है लार्जेस्ट वो है 9999। अगर मैनू इन्हां दोवां दे विचकार वाले जो नंबर्स ने वो फाइंड आउट करने ने, तो तुहानू समझ आ रहा है या नहीं। देखो मैनू 999 और 9999 दे विच जो नंबर्स ने इन्हां दे विच जो नंबर्स ने वो जो है फाइंड आउट करने ने। ये है साडा क्वेश्चन, क्योंकि 999 तो बाद अगला नंबर जो है वो 4 डिजिट्स वाला है 1000। तो 9999 तो पहले वाला जो नंबर है यानी कि 9998 वो भी जो है 4 डिजिट्स वाला है, ठीक है। मैं इन्हां दोवां दे विचकार जिहड़े नंबर्स है ना 999 और 9999, इन्हां दोवां दे विचकार जिहड़े नंबर्स है उन्हां नूं फाइंड आउट करना चाहना हाँ,
ਕਿਉਂਕਿ ਅਗਰ ਮੈਂ ਇਸ ਦੇ ਵਿੱਚ 9999 ਦੇ ਵਿੱਚ 1 ਦਾ ਐਡੀਸ਼ਨ ਕਰਾਂਗਾ ਤਾਂ ਮੈਨੂੰ ਮਿਲੇਗਾ 10000 ਜੋ ਕਿ 5 ਡਿਜਿਟ ਨੰਬਰ ਹੈ। ਅਸੀਂ ਉਸ ਤੱਕ ਤਾਂ ਜਾਣਾ ਹੀ ਨਹੀਂ ਹੈ, ਬਸ 3 ਡਿਜਿਟ ਔਰ 4 ਡਿਜਿਟ ਇਹਨਾਂ ਦੇ ਵਿਚਕਾਰ ਕਿੰਨੇ ਬੱਚੇ ਨੰਬਰ ਨੇ ਉਹ ਅਸੀਂ ਫਾਈਂਡ ਆਊਟ ਕਰਨੇ ਨੇ, ਕਿਉਂਕਿ 999 ਤੋਂ ਬਾਅਦ ਅਗਲਾ ਜਿਹੜਾ ਨੰਬਰ ਹੈ ਉਹ 4 ਡਿਜਿਟਸ ਵਾਲਾ ਸਟਾਰਟ ਹੋ ਜਾਂਦਾ ਹੈ। ਤਾਂ ਦੇਖੋ ਇੱਕ ਵਾਰੀ ਮੈਂ ਹੋਰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਦਾ ਹਾਂ। 999 ਦੇ ਵਿੱਚ ਅਗਰ ਅਸੀਂ 1 ਦਾ ਐਡੀਸ਼ਨ ਕਰਦੇ ਹਾਂ ਤਾਂ ਅਗਲਾ ਨੰਬਰ ਆਏਗਾ 1000, ਠੀਕ ਹੈ। ਤੇ ਜੋ 9999 ਹੈ ਇਹ ਜੋ ਹੈ 4 ਡਿਜਿਟ ਵਾਲੇ ਨੰਬਰਸ ਦਾ ਆਖਰੀ ਨੰਬਰ ਹੈ। ਇਟ ਮੀਨਸ ਕਿ ਮੈਨੂੰ 1000 ਤੋਂ ਸਟਾਰਟ ਹੋ ਕੇ ਇਸ ਨੰਬਰ ਤੱਕ ਟੋਟਲ ਕਿੰਨੇ ਜੋ ਹੈ 4 ਡਿਜਿਟਸ ਵਾਲੇ ਨੰਬਰਸ ਹੈ ਉਹ ਸਾਰੇ ਜੋ ਹੈ ਫਾਈਂਡ ਆਊਟ ਕਰਨੇ ਹੈ। ਤਾਂ ਇਹਦੇ ਵਾਸਤੇ ਬੱਚਿਓ ਅਸੀਂ ਕੀ ਕਰਾਂਗੇ ਕਿ ਜੋ ਲਾਰਜੈਸਟ 4 ਡਿਜਿਟ ਨੰਬਰ ਹੈ 9999 ਇਹਦੇ ਵਿੱਚੋਂ ਅਸੀਂ ਜੋ ਲਾਰਜੈਸਟ 3 ਡਿਜਿਟ ਨੰਬਰ ਹੈ 999 ਇਸ ਨੂੰ ਜੋ ਹੈ ਮਾਈਨਸ ਕਰ ਦਾਂਗੇ। ਤਾਂ ਜੋ ਇਹ 9000 ਨੰਬਰਸ ਹੈ ਇਟ ਮੀਨਸ ਕਿ 4 ਡਿਜਿਟਸ ਵਾਲੇ 9000 ਨੰਬਰਸ ਹੁੰਦੇ हैं। ਹਾਊ ਮੈਨੀ 4 ਡਿਜਿਟ ਨੰਬਰਸ ਆਰ देयर इन ऑल? देयर आर 9000 नंबर्स जिन्हां दे विच 4 डिजिट्स हुंदे हैं। एग्जाम्पल 11 है जी, राइट ईच ऑफ द नंबर्स अरेंज्ड इन द फॉलोइंग प्लेस वैल्यू चार्ट इन वर्ड्स। सानू जो है नीचे एक प्लेस वैल्यू चार्ट गिवन है ਤੇ ਸਾਨੂੰ ਇਸ ਨੂੰ ਵੇਖ ਕੇ ਜੋ ਹੈ ਰਾਈਟ ਈਚ ਆਫ ਦਾ ਨੰਬਰਸ ਅਰੇਂਜਡ ਇਨ ਦਾ ਫੋਲੋਇੰਗ ਪਲੇਸ ਵੈਲਿਊ ਚਾਰਟ ਇਨ ਵਰਡਸ। ਸਾਨੂੰ ਵਰਡਸ ਦੇ ਵਿੱਚ ਜੋ ਹੈ ਰਾਈਟ ਕਰਨਾ ਹੈ ਯਾਨੀ ਕਿ ਲਿਖਣਾ ਹੈ। ਹਾਂਜੀ, ਤਾਂ ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਿਹੜਾ ਇਹ 4 ਹੈ ਇਹ ਕਰੋੜਸ ਦੇ ਨੀਚੇ ਹੈ, ਤਾਂ ਅਸੀਂ ਸਟਾਰਟ ਕਰਾਂਗੇ 4 ਕਰੋੜਸ। ਫਿਰ ਇਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ 7 ਔਰ 5 ਇਹ ਦੋਵੇਂ ਜੋ ਹੈ ਇਹ ਨਾ ਇਕੱਠਾ ਯਾਨੀ ਕਿ ਕੰਬਾਈਨ ਜੋ ਹੈ ਨਾ 7 ਔਰ 5 ਇਹ ਲੈਕਸ ਦੇ ਨੀਚੇ ਹੈ। अगर 7 10 लैक्स के नीचे है और 5 लैक्स के नीचे है उस तो कोई फ़र्क नहीं पैंदा है। जो 75 है वो कंबाइंड जो है ना ये 7 और 5 ये लैक्स के नीचे है, तो इसनों असी लिखांगे 75 लैख। तो इदा ही देखो थाउजेंड्स के नीचे 0 और 0 ने, तो इसनों लिखन की जो है कोई मतलब जो है ज़रूरत नहीं है। हाँ जी, वंस के नीचे की है 298, तो इसनों असी एज इट इज़ लिख देंगे। हाँ जी, स्टार्टिंग तो देखते हैं। ए वाला 4 करोड़ हो गया, ए वाला 75 लैख हो गया। तो थाउजेंड से नीचे 00 है उसनों लिखन की जरूरत नहीं है। तो 1 से नीचे 298 है उसनों आप एज इट इज़ लिख देंगे 298। हाँ जी, हम सैकेंड वाला जो है देखो करोड़ से नीचे 7 है तो 7 करोड़। इदा ही जो 8 और 0 है ये जो है दोनों जो है कंबाइंड ये लैक्स के नीचे है, तो इसमें असी लिखांगे 80 लैख। तो ये रहा 80 लैख। इस तो बाद की है थाउजेंड से नीचे देखो जो 5 है वो 10,000 से नीचे आ रहा है, तो जड़ा 1 है वो 1000 से नीचे आ रहा है। तो ये दोवें जो है यानी कि 5 और 1 ये 1000 से नीचे आ रहे हैं, तो असी इसमें कंबाइन करके लिखांगे 51,000। हाँ जी, इस तो अगे वंस के की है 0 है 100 से नीचे उसनों काउंट करने की जो है जरूरत नहीं है। तो 10s और वंस के है 2 और 4, तो उसमें अस लिखांगे 24। हाँ जी, ए वाला 7 करोड़ हो गया। ए वाला जो 80 है वो जो है लैक्स के नीचे से, तो ये 80 लैख हो गया। ए वाला जो 51 है ये जो है 51,000 हो गया। ये जो 24 है वो जो है 24 एज इट इज़। हाँ जी, एग्जाम्पल 12 है, रीड द फॉलोइंग नंबर्स यूजिंग प्लेस वैल्यू चार्ट। सानू जो है प्लेस वैल्यू चार्ट की हेल्प के नाल ए पार्ट और बी पार्ट के जो नंबर्स गिवन ने उन्होंने सानू जो है रीड करना है, यानी कि जो नंबर नेम्स होंगे हैं उन्होंने लिखना है। हाँ जी, तो जिमें साढ़े कोल ऊपर जो है एक प्लेस वैल्यू चार्ट सी असी नीचे भी जो है ड्रा कर लिया है। तो जो करोड्स है वो नीचे असी लिखांगे 10 करोड्स और करोड्स, लैक्स से नीचे 10 लैक्स और लैक्स, थाउजेंड से नीचे 10,000 ते थाउजेंड्स, वंस से नीचे 100 हंड्रेड्स, टेंस वंस। तो इस साइड ते असी लिखांगे नंबर्स, यानी कि असी नंबर्स के नेम लिखने हैं। हाँ जी, इसनों लिखन का जो मैथड है ज़रा समझ लो। जिवें साढ़े को नंबर है 593268, इसका जो 8 है इसनों असी वंस के नीचे स्टार्ट करांगे। ठीक है, वंस के नीचे असी 8 नूं लिखना स्टार्ट करांगे।
ਫਿਰ 8 ਤੋਂ ਬਾਅਦ 6 ਹੈ, ਉਸ ਨੂੰ ਅਸੀਂ ਲਿਖਾਂਗੇ ਟੈਂਸ ਦੇ ਨੀਚੇ। ਫਿਰ 6 ਤੋਂ ਬਾਅਦ 2 ਹੈ, ਉਸ ਨੂੰ ਅਸੀਂ ਲਿਖਾਂਗੇ ਹੰਡਰਡਸ ਦੇ ਨੀਚੇ। ਇੱਦਾਂ ਹੀ 3 ਨੂੰ ਥਾਊਜ਼ੈਂਡਸ ਦੇ ਨੀਚੇ, 9 ਨੂੰ 10,000s ਦੇ ਨੀਚੇ, ਤੇ ਜੋ 5 ਹੈ ਉਸ ਨੂੰ ਅਸੀਂ ਲੈਕਸ ਦੇ ਨੀਚੇ ਲਿਖਾਂਗੇ। ਤਾਂ ਇਸ ਨੂੰ ਹੁਣ ਰੀਡ ਕਰਨਾ ਹੈ ਤਾਂ ਦੇਖ ਲਓ। ਦੇਖੋ 5 ਕਿਸ ਦੇ ਨੀਚੇ ਆ ਰਿਹਾ ਹੈ? ਲੈਕਸ ਦੇ। ਤਾਂ ਇਹ ਹੋ ਜਾਏਗਾ 5 ਲੱਖ। ਇੱਧਰ ਦੇਖ ਸਕਦੇ ਹੋ ਤੁਸੀਂ 5 ਲੱਖ। ਹਾਂਜੀ, ਹੁਣ ਥਾਊਜ਼ੈਂਡਸ ਦੇ ਨੀਚੇ ਕੀ ਹੈ? 93 ਹੈ। ਤਾਂ ਇਹ ਕੰਬਾਈਨਡ ਹੋ ਕੇ ਲਿਖਿਆ ਜਾਏਗਾ 93,000, 93,000। ਤੇ ਵਨਸ ਦੇ ਨੀਚੇ ਕੀ ਹੈ? ਦੇਖੋ ਜੋ 2 ਹੈ ਉਹ ਹੰਡਰਡਸ ਦੇ ਨੀਚੇ ਹੈ, ਤਾਂ ਇਸ ਨੂੰ ਅਸੀਂ ਕਾਊਂਟ ਕਰਾਂਗੇ 200, ਤੇ ਜੋ 68 ਹੈ ਉਸ ਨੂੰ ਆਪਾਂ ਐਜ਼ ਇਟ ਇਜ਼ ਲਿਖ ਦਾਂਗੇ 268। ਸੇਮ ਇੱਦਾਂ ਹੀ ਇਸੇ ਪੈਟਰਨ 'ਚ ਚੱਲਦੇ ਹੋਏ ਜੋ ਸਾਡੇ ਕੋਲ ਸੈਕਿੰਡ ਨੰਬਰ ਹੈ, ਅਸੀਂ ਉਸ ਨੂੰ ਸਟਾਰਟ ਕਰਾਂਗੇ। ਜੋ 8 ਹੈ ਇਸ ਸੈਕਿੰਡ ਨੰਬਰ ਦਾ, ਉਸ ਨੂੰ ਅਸੀਂ ਵਨਸ ਤੋਂ ਸਟਾਰਟ ਕਰਾਂਗੇ। ਤਾਂ ਫਿਰ ਉਸ ਤੋਂ ਬਾਅਦ 0, ਟੈਂਸ ਦੇ ਨੀਚੇ, ਫਿਰ 100 ਦੇ ਨੀਚੇ 3, ਫਿਰ ਥਾਊਜ਼ੈਂਡਸ ਦੇ ਨੀਚੇ 7, ਫਿਰ 10,000s ਦੇ ਨੀਚੇ 6, ਲੈਕਸ ਦੇ ਨੀਚੇ 0, 10 ਲੈਕਸ ਦੇ ਨੀਚੇ 2, ਤੇ ਕਰੋੜਸ ਦੇ ਨੀਚੇ 3। ਹੁਣ ਦੇਖੋ ਜੋ 3 ਹੈ ਉਹ ਕਰੋੜਸ ਦੇ ਨੀਚੇ ਆ ਰਿਹਾ ਹੈ, ਤਾਂ ਅਸੀਂ 1 ਮਿੰਟ ਜ਼ਰਾ ਮੈਂ ਠੀਕ ਕਰ ਲਾਂ। ਹਾਂਜੀ, ਇਹ ਜੋ 3 ਹੈ ਉਹ ਕਰੋੜਸ ਦੇ ਨੀਚੇ ਆ ਰਿਹਾ ਹੈ, ਤਾਂ ਅਸੀਂ ਲਿਖਾਂਗੇ 3 ਕਰੋੜ। ਠੀਕ ਹੈ ਜੀ। ਇਸ ਤੋਂ ਬਾਅਦ ਕੀ ਹੈ ਬੱਚਿਓ? ਸਾਡੇ ਕੋਲ ਹੈ 20, ਤੇ ਇਹ 20 ਜੋ ਹੈ ਕਿਸ ਦੇ ਨੀਚੇ ਆ ਰਿਹਾ ਹੈ? ਲੈਕਸ ਤੇ। ਇਸ ਨੂੰ ਅਸੀਂ ਲਿਖਾਂਗੇ 20 ਲੱਖ। ਹਾਂਜੀ, ਉਸ ਤੋਂ ਬਾਅਦ ਕੀ ਹੈ? 67 ਕੰਬਾਈਨ ਕਿਸ ਦੇ ਨੀਚੇ ਆ ਰਿਹਾ ਹੈ? ਕੰਬਾਈਨ ਹੋ ਕੇ 67 ਥਾਊਜ਼ੈਂਡਸ ਦੇ ਨੀਚੇ, ਅਸੀਂ ਲਿਖਾਂਗੇ 67,000। ਇਹ ਦੇਖੋ 67,000। ਹਾਂਜੀ, ਫਿਰ ਕੀ ਰਹਿ ਗਿਆ ਹੈ? 308। ਇਹ ਰਿਹਾ 308। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਵੀ ਪਲੇਸ ਵੈਲਿਊ ਚਾਰਟ ਦੇ ਨਾਲ ਅਸੀਂ ਜੋ ਹੈ ਵੇਖ ਕੇ ਜੋ ਹੈ ਜੋ ਨੰਬਰਸ ਨੇਮ ਹੈ ਉਹ ਕਿਵੇਂ ਰੀਡ ਕਰਨਾ ਹੈ ਜਾਂ ਰਾਈਟ ਕਰਨਾ ਹੈ। ਹਾਂਜੀ, ਇਹ ਜੋ ਹੈ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਹੈ। ਸਾਨੂੰ ਜੋ ਹੈ ਐਕਸਰਸਾਈਜ਼ 1.1 ਦੇ ਵਿੱਚ ਇਹਦੇ ਕਈ ਸਾਰੇ ਕੁਐਸਚਨਸ ਮਿਲਣਗੇ, ਤਾਂ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਦੇਖੋ ਜਿਹੜਾ ਵਨਸ ਵਾਲਾ ਸਿਸਟਮ ਹੈ ਉਹ ਤਾਂ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਦੇ ਵਿੱਚ ਸੇਮ ਹੈ ਜਿਵੇਂ ਕਿ ਸਾਡਾ ਇੰਡੀਅਨ ਸਿਸਟਮ ਹੈ। ਥਾਊਜ਼ੈਂਡਸ ਦੇ ਵਿੱਚ ਇਹਨਾਂ ਦਾ 1000 ਵਾਲਾ ਔਰ 10,000s ਵਾਲਾ ਤਾਂ ਠੀਕ ਹੈ, ਲੇਕਿਨ ਇਹ 1 ਲੱਖ ਨੂੰ ਰਿਪਰੈਜ਼ੈਂਟ ਕਰਦੇ ਹੈ 100,000 ਦੇ ਨਾਲ। ਇਹਨਾਂ ਦਾ ਜੋ 100,000 ਹੈ ਉਹ 1 ਲੱਖ ਨੂੰ, ਯਾਨੀ ਕਿ ਇੰਡੀਆ ਦਾ ਜੋ 1 ਲੱਖ ਹੈ ਉਸ ਦੇ ਇਕੁਅਲ ਹੈ। ਤੇ ਇੱਦਾਂ ਹੀ ਜਿਵੇਂ ਅਸੀਂ 10 ਲੈਕਸ ਯੂਜ਼ ਕਰਦੇ ਹਾਂ ਵਰਡ, ਜਾਂ 10 ਲੈਕਸ ਲਿਖਦੇ ਹਾਂ ਇੰਡੀਅਨ ਸਿਸਟਮ ਦੇ ਵਿੱਚ, ਤਾਂ ਇਹ ਜੋ ਹੈ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਦੇ ਵਿੱਚ 10 ਲੈਕਸ ਨੂੰ ਮਿਲੀਅਨਸ ਲਿਖਿਆ ਜਾਂਦਾ ਹੈ। 1 ਮਿਲੀਅਨ ਦਾ ਮੀਨਿੰਗ ਹੁੰਦਾ ਹੈ 10 ਲੈਕਸ। ਤੇ ਜਿਵੇਂ ਅਸੀਂ 1 ਕਰੋੜ ਵਰਡ ਯੂਜ਼ ਕਰਦੇ ਹਾਂ, ਇਹ ਜੋ ਹੈ ਵਰਡ ਯੂਜ਼ ਕਰਦੇ ਹਾਂ 10 ਮਿਲੀਅਨਸ। ਤੇ ਜਿਵੇਂ ਅਸੀਂ 10 ਕਰੋੜਸ ਵਰਡ ਯੂਜ਼ ਕਰਦੇ ਹਾਂ ਤਾਂ ਇਹ ਵਰਡ ਯੂਜ਼ ਕਰਦੇ ਹਾਂ 100 ਮਿਲੀਅਨਸ। ਤੇ ਇਸ ਤੋਂ ਬਾਅਦ 10 ਕਰੋੜ ਤੱਕ ਹੋ ਚੁੱਕਿਆ ਹੈ। 10 ਕਰੋੜ ਤੋਂ ਬਾਅਦ ਅਸੀਂ ਵਰਡ ਯੂਜ਼ ਕਰਦੇ ਹਾਂ 1 ਅਰਬ, ਯਾਨੀ ਕਿ 1 ਅਰਬ, ਤੇ ਇਹ ਵਰਡ ਯੂਜ਼ ਕਰਦੇ ਹਾਂ ਬਿਲੀਅਨਸ। 1 ਅਰਬ ਜੋ ਇੰਡੀਆ ਦਾ 1 ਅਰਬ ਹੈ ਉਹ ਇੰਟਰਨੈਸ਼ਨਲ ਸਿਸਟਮ ਦੇ ਵਿੱਚ 1 ਬਿਲੀਅਨ ਦੇ ਬਰਾਬਰ ਹੁੰਦਾ ਹੈ। ਇਸ ਤੋਂ ਬਾਅਦ 10 ਬਿਲੀਅਨਸ ਹੈ ਤੇ 100 ਬਿਲੀਅਨਸ ਹੈ। 100 ਬਿਲੀਅਨਸ ਤੋਂ ਬਾਅਦ ਕਾਫੀ ਜ਼ਿਆਦਾ ਅੱਗੇ ਵੱਡੀ ਟਰਮ ਹੋ ਜਾਏਗੀ, ਸਾਨੂੰ ਉਸ ਦੀ ਜੋ ਹੈ ਜ਼ਰੂਰਤ ਨਹੀਂ ਹੈ, ਤਾਂ ਬਸ ਅਸੀਂ ਇੱਥੇ ਤੱਕ ਹੀ ਪੜਾਂਗੇ। ਆਈ ਹੋਪ ਕਿ ਤੁਸੀਂ ਇਹ ਸਮਝ ਲਿਆ ਹੋਣਾ ਹੈ। ਇਸ ਨੂੰ ਹੁਣ ਅਸੀਂ ਅਪਲਾਈ ਕਰਕੇ ਦੇਖਣਾ ਹੈ ਇਸ ਸਿਸਟਮ ਨੂੰ। एग्जाम्पल 13 है साढ़े कोल इंसर्ट कोमास सुटेबली एंड राइट द नेम्स अकॉर्डिंग टू ए पार्ट ਦੇ ਵਿੱਚ ਸਾਡੇ ਕੋਲ ਹੈ ਇੰਡੀਅਨ ਸਿਸਟਮ ਆਫ ਨਿਊਮਰੇਸ਼ਨ ਵੀ ਸਾਨੂੰ ਕੋਮਾਸ ਨੂੰ ਇਨਸਰਟ ਕਰਕੇ ਤੇ ਫਿਰ ਨੇਮਸ ਰਾਈਟ ਕਰਨੇ ਹੈ ਅਕੋਰਡਿੰਗ ਟੂ ਇੰਡੀਅਨ ਸਿਸਟਮ ਆਫ ਨਿਊਮਰੇਸ਼ਨ। ਇਹ ਏ ਪਾਰਟ ਦੇ ਵਿੱਚ ਹੈ ਤੇ ਬੀ ਪਾਰਟ ਦੇ ਵਿੱਚ ਸਾਡੇ ਕੋਲ ਹੈ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ। ਹਾਂਜੀ, ਇੰਡੀਅਨ ਸਿਸਟਮ ਆਫ ਨਿਊਮਰੇਸ਼ਨ ਦੇ ਵਿੱਚ ਕੀ ਹੈ? ਦੇਖੋ ਸਾਡੇ ਕੋਲ ਜੋ ਨੰਬਰ ਗਿਵਨ ਹੈ ਉਹ ਹੈ 79530257। ਤਾਂ ਇੰਡੀਅਨ ਸਿਸਟਮ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਕਿ ਅਸੀਂ 3,2,2,2 ਵਾਲਾ ਜੋ ਰੂਲ ਹੈ ਇਸ ਨੂੰ ਫੋਲੋ ਕਰਦੇ ਹਾਂ। ਠੀਕ ਹੈ, ਇਸ ਦੇ ਵਿੱਚ ਕੀ ਹੈ ਕਿ ਫਰਸਟ ਜੋ 3 ਡਿਜਿਟਸ ਹੈ ਰਾਈਟ ਸਾਈਡ ਤੋਂ ਉਹਨਾਂ ਦਾ ਅਸੀਂ ਇੱਕ ਗਰੁੱਪ ਬਣਾਵਾਂਗੇ, ਅਗਲੇ ਜਿਹੜੇ 2 ਡਿਜਿਟਸ ਹੈ ਉਹਨਾਂ ਦਾ ਅਸੀਂ ਇੱਕ ਗਰੁੱਪ ਬਣਾਵਾਂਗੇ। ਤਾਂ ਇਦਾਂ ਹੀ ਜੋ ਹੈ ਉਹਨਾਂ ਦੇ ਵਿੱਚ ਕੋਮਾਸ ਇਨਸਰਟ ਕਰਾਂਗੇ। ਨੀਚੇ ਦੇਖ ਸਕਦੇ ਹੋ ਤੁਸੀਂ 257 ਦਾ ਇੱਕ ਅਲੱਗ ਗਰੁੱਪ ਹੈ। ਠੀਕ ਹੈ, ਰਾਈਟ ਸਾਈਡ ਤੋਂ ਜਿਹੜੇ ਫਰਸਟ 3 ਡਿਜਿਟਸ ਹੈ 2, 5 ਔਰ 7। ਠੀਕ ਹੈ ਜੀ, ਇਹ ਵਾਲੇ ਇਹਨਾਂ ਦਾ ਇੱਕ ਗਰੁੱਪ ਬਣਾ ਕੇ ਫਿਰ ਕੋਮਾ ਲਗਾ ਕੇ ਅਗਲੇ 2 ਡਿਜਿਟਸ ਯਾਨੀ ਕਿ 30 ਦਾ ਇੱਕ ਗਰੁੱਪ ਹੈ, ਫਿਰ 9 ਔਰ 5 ਦਾ ਇੱਕ ਗਰੁੱਪ ਹੈ। ਇਸ ਤੋਂ ਬਾਅਦ 7 ਬਚਦਾ ਹੈ। ਵੈਸੇ ਇੱਥੇ ਵੀ ਅਸੀਂ ਜੋ ਹੈ 2 ਡਿਜਿਟਸ ਦਾ ਗਰੁੱਪ ਬਣਾਉਣਾ ਹੁੰਦਾ ਹੈ, ਬਟ ਸਾਡੇ ਕੋਲ ਸਿੰਗਲ ਜੋ ਹੈ 7 ਹੀ ਬਚਿਆ ਹੈ। ਹਾਂਜੀ, ਹੁਣ ਅਸੀਂ ਇਸ ਨੂੰ ਰੀਡ ਕਰਨਾ ਹੈ। ਦੇਖੋ ਇਸ ਨੂੰ ਰੀਡ ਕਰਨ ਵਾਸਤੇ ਜਦ ਅਸੀਂ ਇੰਡੀਅਨ ਸਿਸਟਮ ਦੀ ਗੱਲ ਕਰਨੀ ਹੈ ਤਾਂ ਇੰਡੀਅਨ ਸਿਸਟਮ ਵਾਸਤੇ ਅਗਰ ਅਸੀਂ ਰੀਡ ਕਰਨਾ ਹੈ ਤਾਂ ਮੈਂ ਤੁਹਾਨੂੰ ਇਸ ਨੰਬਰ ਨੂੰ ਜੋ ਹੈ ਇੱਕ ਵਾਰੀ ਮੈਂ ਚੰਗੀ ਤਰ੍ਹਾਂ ਜੋ ਹੈ ਨੋਟ ਕਰ ਲਾਂ 79530257। ਹਾਂਜੀ,
ਜਿਹੜਾ ਸਾਡੇ ਕੋਲ ਟੇਬਲ ਹੈ ਇਹ ਪਲੇਸ ਵੈਲਿਊ ਚਾਰਟ। ਹਾਂਜੀ, ਇਸ ਦੇ ਵਿੱਚ ਮੈਂ ਤੁਹਾਨੂੰ ਰੱਖ ਕੇ ਦਿਖਾ ਦਿੰਦਾ ਹਾਂ। 7 5 2 0 3 5 ਤੇ 79। ਹਾਂਜੀ, आई होप कि यही नंबर सी हो 79530257। हाँ जी, हूँ अगर असी रीड करिए तो की है, देखो 7 किस दे नीचे आ रहा है, करोड़ से नीचे, इट मीनस 7 करोड़ हो गया। जड़ा 95 है वो किस दे नीचे आ रहा है, लैक्स के नीचे, ठीक है। तो ये हो गया 7 करोड़ 95 लैक्स। फिर अगे की है थाउजेंड से नीचे की है साढ़े को 30 है, इट मीनस 30,000 हो गया। अगे उस तो बाद की है 257, तो ये हो गया 7 करोड़ 95 लैक्स 30,257। हाँ जी, हुण इसी नू जो है असी देख लैने हाँ। देखो यही है ना जी नंबर, इहदा आंसर लिखा हुआ नीचे, जो कि मैं हुणे तुहानूं समझा दिता है। प्लेस वैल्यू चार्ट दे विच तुसीं रख कर जो है इस नंबर नू जो है तुसीं अपना आंसर बना सकते हो। 7 करोड़ 95 लैख 30,250, अच्छा 257, ठीक है जी। 7 करोड़ 95 लैख 30,257। ਇਹ ਤਾਂ ਅਸੀਂ ਇੰਡੀਅਨ ਸਿਸਟਮ ਆਫ ਨਿਊਮਰੇਸ਼ਨ ਦੇ ਅਕੋਰਡਿੰਗ। ਅਗਰ ਅਸੀਂ ਹੁਣ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਦੇ ਅਕੋਰਡਿੰਗ ਇसी ਨੰਬਰ ਨੂੰ ਲਿਖਣਾ ਹੈ ਤਾਂ ਫਿਰ ਉਸ ਦੇ ਵਾਸਤੇ ਅਸੀਂ ਕਿਹੜਾ ਜੋ ਹੈ ਮਤਲਬ ਮੈਥਡ ਯੂਜ਼ ਕਰਾਂਗੇ। ਦੇਖੋ ਸਾਡੇ ਕੋਲ ਨਾ ਜਿਵੇਂ ਨੀਚੇ ਤੁਸੀਂ ਦੇਖ ਸਕਦੇ ਹੋ ਇੱਕ ਚਾਰਟ ਗਿਵਨ ਹੈ। ਹਾਂਜੀ, नीचे जोड़ा एग्जाम्पल 14 है उसका जो चार्ट है ना, ये इंटरनेशनल सिस्टम ऑफ न्यूमरेशन का है, तो असी इसका यूज़ करांगे। देखो साढ़े को नंबर की है, नंबर है साढ़े को बच्चों एक मिनट जरा। हाँ जी, नंबर है साढ़े को 79530257। तो असी इत्थों की स्टार्ट करांगे वंस दे विच जिहड़ा यूनिट्स है, इत्थे असी यूनिट्स से नीचे रखांगे 7 नू, फिर 5 नू, फिर 2 नू, फिर एक मिनट जरा, 10 से नीचे 5 आ गया, 100 से नीचे 2 आ गया, 1000 से नीचे आ गया 0, तो 10,000 से नीचे आ गया 3, तो 100,000 से नीचे आ गया 5। हाँ जी, तो इस तो बाद की है मिलियन से नीचे आ गया 9, तो 10 मिलियन से नीचे आ गया 7। हाँ जी, इत्थे ना एक गल नोटिस करने वाली है भी, जिमें असी इंडिया जो इंडियन सिस्टम ऑफ न्यूमरेशन है उस दे विच जो डिजिट्स की ग्रुपिंग है उस दे विच असी रूल फॉलो कर रहे थे कि भी राइट साइड तो फर्स्ट जो 3 डिजिट्स है उन्होंने ग्रुप, उस तो बाद 2 डिजिट्स का ग्रुप बनाते होंगे सी कोमास लगाने वास्ते। जिहड़ा ये इंटरनेशनल सिस्टम ऑफ न्यूमरेशन है इस दे विच 3 डिजिट्स का ग्रुप बनता है, तो 3 डिजिट्स तो बाद कोमा इंसर्ट किया जाता है। हाँ जी, हुण अगर असी इसनूं रीड करना है तो किवें करांगे। देखो ये जो 79 है ये जो है किस दे नीचे आ रहा है, मिलियंस के नीचे। इदा ही देखो 79 मिलियन ये लिखा होया है, इसका जो नंबर नेम है उसका आंसर, ठीक है 79 मिलियन, क्योंकि 79 जो है वो मिलियन के नीचे आ रहा है। तो इदा ही बच्चों जो थाउजेंड्स है उसके नीचे की है, देखो 530, यानी कि इसमें आप रीड करांगे 530,000, तो ये हो गया 530,000। क्लियर है, क्योंकि ये 530 आ रहा है नीचे थाउजेंड्स से, इसमें असी रीड करांगे 530,000। इस तो बाद बच्चों 116 है साढ़े को 257, तो उसमें आप जिमें एक गिवन है सानू 257, वैसे ही असी जो है इसनू लिख देंगे 257। तो साडा आंसर है इंटरनेशनल सिस्टम ऑफ न्यूमरेशन दे विच 79530257 नू असी जो नंबर नेम दे विच लिखांगे तो वो है 79,530,257 इन द इंटरनेशनल सिस्टम ऑफ न्यूमरेशन। आई होप कि तुहानू ये समझ आ गया होना है। हाँ जी, एग्जाम्पल 14 है साढ़े को, राइट ईच ऑफ द नंबर्स अरेंज्ड इन द फॉलोइंग प्लेस वैल्यू चार्ट इन वर्ड्स। सानू जो है हुण जो नंबर्स इस प्लेस वैल्यू चार्ट दे विच गिवन दिते गए हैं उन्होंने असी वर्ड्स दे विच लिखना है, तो ये तो होर ज़्यादा जो है सिंपल है, मैं तुहानू समझा ही दिता है। हाँ जी, देखो एक तो तुसी जो ये मतलब है ना जिमें 2 है 3 4 1 2 9 8 3 4 6 इसको नीचे इदा लिख लेना है। इस तो बाद करना की है, तुसी जो 3 डिजिट्स है ना राइट साइड तो तुसी 3 डिजिट्स का ग्रुप बना के कोमा इंसर्ट कर देना है। जिमें 346 है 346 है, तो इसका एक ग्रुप बन गया, फिर इस तो बाद 298 का अगला ग्रुप बन गया, फिर 341 का एक अलग एक ग्रुप बन गया 3 डिजिट्स का, तो जो 2 है वो सिंगल रह गया। हाँ जी, हुण इसी तो असी जो है काउंट करना है। देखो
ਜਿਹੜਾ ਇਹ 2 ਹੈ ਉਹ ਜੋ ਹੈ ਬਿਲੀਅਨਸ ਦੇ ਨੀਚੇ ਆ ਰਿਹਾ ਹੈ ਤਾਂ ਅਸੀਂ ਆਪਣੇ ਆਨਸਰ ਦੇ ਵਿੱਚ ਲਿਖਾਂਗੇ 2 ਬਿਲੀਅਨ। ਇਸ ਤੋਂ ਬਾਅਦ ਕੀ ਹੈ, ਦੇਖੋ ਇਹ ਜੋ 341 ਹੈ ਇਹ ਆ ਰਿਹਾ ਹੈ ਮਿਲੀਅਨਸ ਦੇ ਨੀਚੇ, ਮਿਲੀਅਨਸ ਦੇ ਨੀਚੇ, ਤਾਂ ਇਸ ਨੂੰ ਅਸੀਂ ਲਿਖਾਂਗੇ 341 ਮਿਲੀਅਨ। ਫਿਰ ਇਸ ਤੋਂ ਬਾਅਦ ਕੀ ਹੈ 298 ਇਹ ਨੀਚੇ ਆ ਰਿਹਾ ਹੈ ਥਾਊਜ਼ੈਂਡਸ ਦੇ, ਇਸ ਨੂੰ ਅਸੀਂ ਲਿਖਾਂਗੇ 298,000। ਫਿਰ ਕੀ ਹੈ 346, ਉਸ ਨੂੰ ਅਸੀਂ ਐਜ਼ ਇਟ ਇਜ਼ ਲਿਖ ਦਾਂਗੇ 346। ਸਿੰਪਲ ਹੈ ਇਹ ਤਾਂ। ਹਾਂਜੀ, सेकंड वाला इस तो ईजी है क्योंकि उस जस्ट ਅਸੀਂ ਮਿਲੀਅਨਸ तक ही जो है काउंट करना है। हाँ जी, मिलियंस ਦੇ ਨੀਚੇ ਕੀ ਆ ਰਿਹਾ ਹੈ 39, ਤਾਂ ਇਹ ਹੋ ਗਿਆ 39 ਮਿਲੀਅਨਸ। ਨੀਚੇ ਦੇਖ ਸਕਦੇ ਹੋ ਤੁਸੀਂ, ਇੱਕ ਮਿੰਟ ਜ਼ਰਾ, हाँ जी 39 जो है वो ਮਿਲੀਅਨਸ ਦੇ ਨੀਚੇ ਹੈ ਤਾਂ ਅਸੀਂ ਆਪਣੇ ਆਨਸਰ ਦੇ ਵਿੱਚ ਲਿਖਿਆ ਹੋਇਆ ਹੈ 39 ਮਿਲੀਅਨ। ਇਸ ਤੋਂ ਬਾਅਦ ਕੀ ਹੈ ਜੋ 170 ਹੈ ਉਹ ਜੋ ਹੈ ਥਾਊਜ਼ੈਂਡਸ ਦੇ ਨੀਚੇ ਹੈ ਤਾਂ ਅਸੀਂ ਆਨਸਰ ਦੇ ਵਿੱਚ ਲਿਖਿਆ ਹੋਇਆ ਹੈ 170 ਵੀ ਕਹਿ ਸਕਦੇ ਹੋ, ਠੀਕ ਹੈ, ਇਸ ਨੂੰ 170,000। ਕਲੀਅਰ ਹੈ ਜੀ। ਇਸ ਤੋਂ ਬਾਅਦ 317 ਜੋ ਹੈ ਉਹ ਵਨਸ ਦੇ ਨੀਚੇ ਹੈ ਤਾਂ ਉਸ ਨੂੰ ਐਜ਼ ਇਟ ਇਜ਼ ਰਿਪਰੈਜ਼ੈਂਟ ਕਰ ਰੱਖਿਆ ਹੈ 317। ਤਾਂ ਇਸ ਦੇ ਨਾਲ ਬੱਚਿਓ ਸਾਡੇ ਜੋ ਇਹ 14 ਐਗਜ਼ਾਮਪਲਸ ਸੀ ਐਕਸਰਸਾਈਜ਼ 1.1 ਦੇ ਉਹ ਜੋ ਹੈ ਕੰਪਲੀਟ ਹੋ ਗਏ ਹੈ ਤੇ ਹੁਣ ਅੱਗੇ ਜਲਦ ਹੀ ਮੈਂ ਜੋ ਹੈ ਐਕਸਰਸਾਈਜ਼ 1.1 ਦੀ ਜੋ ਵੀਡੀਓ ਹੈ ਉਹ ਅਪਲੋਡ ਕਰ ਦਾਂਗਾ ਸੋਲਵ ਕਰਕੇ। ਤੇ ਇੱਕ ਬੱਚਿਓ ਇਹ ਨੀਚੇ ਇੱਕ ਰਿਲੇਸ਼ਨ ਦੇ ਰੱਖਿਆ ਹੈ, ਵੈਸੇ ਮੈਂ ਸਮਝਾ ਦਿੱਤਾ ਸੀ ਤੁਹਾਨੂੰ, ਇੱਕ ਟੇਬਲ ਹੈ ਜੋ ਕਿ ਇੰਡੀਅਨ ਔਰ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਨੂੰ ਰਿਲੇਟ ਕਰਦਾ ਹੈ। ਵੈਸੇ ਮੈਂ ਤੁਹਾਨੂੰ ਸਮਝਾ ਦਿੱਤਾ ਸੀ, ਬਾਕੀ ਇੱਕ ਵਾਰੀ ਫਿਰ ਜੋ ਹੈ ਇਸ ਨੂੰ ਸਟੱਡੀ ਕਰ ਲੈਂਦੇ ਹਾਂ। ਹਾਂਜੀ, ਤਾਂ ਜਿਵੇਂ ਨੰਬਰਸ ਸਾਨੂੰ ਗਿਵਨ ਹੈ 1, 10, 100, 1000, 10,000, 1 ਲੱਖ, ਤਾਂ ਜਿਵੇਂ ਅਸੀਂ ਇੰਡੀਆ ਦੇ ਵਿੱਚ ਇਸ ਨੰਬਰ ਨੂੰ ਦੇਖੋ ਇੱਥੇ ਤੱਕ ਤਾਂ ਸੇਮ ਹੈ, ਠੀਕ ਹੈ। ਇਹ ਜੋ 10,000 ਹੈ ਇਸ ਨੂੰ ਇੰਡੀਅਨ ਸਿਸਟਮ ਦੇ ਵਿੱਚ ਵੀ 10,000 ਤੇ 10,000 ਹੀ ਰੀਡ ਕੀਤਾ ਜਾਂਦਾ ਹੈ। ਬਟ ਜਿਵੇਂ ਹੀ ਅਸੀਂ 10,000 ਤੋਂ ਅੱਗੇ ਇੰਡੀਅਨ ਸਿਸਟਮ ਦੇ ਵਿੱਚ ਅਸੀਂ 1 ਦੇ ਨਾਲ 5 ਜ਼ੀਰੋਜ਼ ਨੂੰ ਕਹਿੰਦੇ ਹਾਂ 1 ਲੱਖ, ਤਾਂ ਜੋ ਇਹ ਇੰਟਰਨੈਸ਼ਨਲ ਸਿਸਟਮ ਹੈ ਉਸ 'ਚ 1 ਲੱਖ ਨਹੀਂ ਕਿਹਾ ਜਾਂਦਾ, ਉਸ 'ਚ ਕਿਹਾ ਜਾਂਦਾ ਹੈ 100,000। ਫਿਰ ਇਸ ਤੋਂ ਬਾਅਦ 1 ਲੱਖ ਤੋਂ ਬਾਅਦ ਅਸੀਂ ਵਰਡ ਯੂਜ਼ ਕਰਦੇ ਹਾਂ 10 ਲੈਕਸ। ਇਹ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਵਰਡ ਯੂਜ਼ ਹੁੰਦਾ ਹੈ 1 ਮਿਲੀਅਨ। ਇਵੇਂ ਹੀ ਬੱਚੋਂ ਜੋ 1 ਕਰੋੜ ਹੈ ਉਸ ਨੂੰ ਇਹ 10 ਮਿਲੀਅਨਸ ਕਹਿੰਦੇ ਹੈ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਦੇ ਵਿੱਚ, ਤੇ 10 ਕਰੋੜਸ ਨੂੰ ਇਹ 100 ਮਿਲੀਅਨ ਕਹਿੰਦੇ ਹੈ, ਤੇ ਜਿਹੜਾ 1 ਅਰਬ ਹੁੰਦਾ ਹੈ ਉਸ ਨੂੰ ਇਹ 1 ਬਿਲੀਅਨ ਕਹਿੰਦੇ ਹੈ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਦੇ ਵਿੱਚ। ਇਸ ਟੇਬਲ ਨੂੰ ਵੀ ਜੋ ਹੈ ਚੰਗੀ ਤਰ੍ਹਾਂ ਯਾਦ ਰੱਖਣਾ ਕਿਉਂਕਿ ਕੁਝ ਕੁਐਸਚਨਸ ਆਉਣਗੇ ਐਕਸਰਸਾਈਜ਼ 1.1 ਦੇ ਵਿੱਚ ਜੋ ਸਾਨੂੰ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ ਦੇ ਵਿੱਚ ਚੇਂਜ ਕਰਨਾ ਹੋਏਗਾ ਇੰਡੀਅਨ ਸਿਸਟਮ ਦੇ ਜੋ ਨੰਬਰਸ ਗਿਵਨ ਹੋਣਗੇ ਸਾਨੂੰ, ਤਾਂ ਇਹ ਟੇਬਲ ਵੀ ਜੋ ਹੈ ਇੰਪੋਰਟੈਂਟ ਹੈ।